ਤੇ ਜਿਹੜੇ ਇਹ ਕਹਿੰਦੇ ਆ ਕਿ ਉਹ ਰਾਮ ਨਹੀਂ ਸੀ, ਇਹ ਹੋਰ ਰਾਮ ਸੀ, ਨਹੀਂ, ਇੱਕੋ ਹੀ ਰਾਮ ਸੀ ਜਿਹਦਾ 2533 ਵਾਰ ਜ਼ਿਕਰ ਕੀਤਾ ਗਿਆ। ਉਹ ਰਾਮ ਇੱਕੋ ਹੀ ਆ। ਫਿਰ ਲਿਖਦੇ ਕਹਿੰਦੇ ਰਮਾਇਣ ਯੁੱਗ ਯੁੱਗ ਅਟਲ। ਰਮਾਇਣ ਆ ਜਿਹੜੀ ਯੁਗਾ ਯੁਗਾ ਤੱਕ ਅਟਲ ਰਹੇਗੀ, ਸਾਲਾਂ ਤੱਕ ਜਾਂ ਸਦੀਆਂ ਤੱਕ ਨਹੀਂ ਕਿਹਾ, ਯੁਗਾਂ ਤੱਕ। ਹੁਣ ਉਹਨੂੰ ਜਿਹੜੇ ਸੋ ਕਾਲਡ ਇੰਟੈਲੈਕਚੁਅਲ ਨੇ ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਮਿੱਥ ਲਿਖਦੇ ਆ ਕਿ ਰਮਾਇਣ ਮਿੱਥ। ਜੇ ਰਮਾਇਣ ਮਿੱਥ ਆ ਤਾਂ ਜਿਹੜਾ ਪੁਲ ਮਿਲਿਆ ਰਾਮ ਸੇਤੂ ਉਹ ਕਿੱਦਾਂ ਮਿਲ ਗਿਆ? 3.25 ਕਿਲੋਮੀਟਰ ਚੌੜਾ, ਦੀ ਚੜਾਈ 3.25 ਕਿਲੋਮੀਟਰ। ਕਿਉਂਕਿ ਇਹਨਾਂ ਲੋਕਾਂ ਨੂੰ ਪਿੱਛੋਂ ਇਹ ਆਰਡਰ ਮਿਲਦਾ ਵੀ ਜੇ ਆਪਣੀ ਸੰਸਕ੍ਰਿਤੀ ਬਾਰੇ ਜਾਣਗੇ, ਜੇ ਇਹੀ ਲੋਕ ਆਪਣੀ ਸੰਸਕ੍ਰਿਤ ਭਾਸ਼ਾ ਨੂੰ ਪੜ੍ਹਨਾ ਸ਼ੁਰੂ ਕਰਤਾ, ਇਹਨਾਂ ਨੇ ਉਹਦੇ ਬਾਰੇ ਜਾਣਨਾ ਸ਼ੁਰੂ ਕਰਤਾ, ਤਾਂ ਜਿਹੜੀਆਂ ਚੀਜ਼ਾਂ ਦੇ ਉੱਤੇ ਅਸੀਂ ਅੱਜ ਮੱਥਾਪੱਚੀ ਕਰ ਰਹੇ ਹਾਂ, ਅਸੀਂ ਰਿਸਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਡੇ ਤੋਂ ਪਹਿਲਾਂ ਉਸ ਚੀਜ਼ ਨੂੰ हासिल कर लें। जय हिंद, वंदे मातरम। दोस्तों, मित्रों, भाई और बहनों, आपका बहुत बहुत स्वागत है आज के इस वीडियो में। और ये जो वीडियो है दोस्तों बहुत ही इंपॉर्टेंट है, बहुत ही खास है। और ये वीडियो मैं आपके लिए लेके आया हूं दोस्तों यूट्यूब चैनल अनमोल कवात्रा के चैनल से। और यहाँ पर ये लाली मुल्तानी जी हैं, जिन्होंने, जो कि सरदार हैं, जो ये सिख हैं। अक्सर ये बोला जाता है कि जो सिख हैं, आजकल बहुत सारे सिख जो हैं वो खालिस्तान की बात करते हैं, बहुत सारे सिख हैं जो कि भारत से अलग होने की बात करते हैं, और बहुत सारे सिख ये भी कहते हैं कि हिंदू धर्म जो है वो अलग है, सनातन धर्म जो है वो अलग है, और हम लोग जो है वो अलग हैं। वो कभी मानते ही नहीं हैं। हालांकि हमारे संविधान में ये लिखा हुआ है, हिंदू शब्द की पूरी डेफिनेशन वहां पर दी हुई है कि कौन लोग हिंदू हैं, लेकिन फिर भी कुछ ऐसे सिख हैं जो ये बोलते हैं कि हम हिंदू नहीं हैं, हमें सनातन धर्म से कोई लेना देना नहीं है। लेकिन उसी में ऐसे सिख भी हैं जिन्होंने गहराई से पढ़ा है चीजों को, गहराई से समझा है चीजों को, और जो ये समझते हैं कि वो सनातन धर्म का पार्ट है। वो सनातन धर्म जो कि एक बहुत बड़ा बट वृक्ष की तरह है जिसमें बहुत सारी शाखाएं हैं, तो उसी सनातन धर्म को इनके मुंह से सुनते हैं कि ये सिख किस तरह से सनातन धर्म को एक्सप्लेन करते हैं। बहुत ही इंपॉर्टेंट है दोस्तों, इस वीडियो को हल्के में मत लीजिएगा। और दोस्तों, काफी दिनों के बाद मैं वीडियो बना रहा हूं क्योंकि कुछ इंपॉर्टेंट कुछ काम थे जिसकी वजह से मैंने कुछ ब्रेक लिया था। तो अब बिना कुछ देर किए हुए इस वीडियो को सुनते हैं। अपने व्यू, अपने विचार में वीडियो के एंड में बताऊंगा, तो वीडियो पूरा जो देखेगा, चैनल को सब्सक्राइब नहीं करा है दोस्तों, मित्रों, भाई और बहनों, तो जरूर कर लीजिए। इस चैनल पर आपको सनातन धर्म से रिलेटेड टॉपिक्स मिलते रहेंगे। तो देखते हैं ये ਵੀਡੀਓ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਹਾਜ਼ਰ ਹੈ ਤੁਹਾਡਾ ਏਕੇ ਟਾਕ ਸ਼ੋ ਤੇ ਨਵਾਂ ਐਪੀਸੋਡ ਲੈ ਕੇ ਤੁਹਾਡੇ ਮੂਹਰੇ ਹਾਜ਼ਰ ਹੋਏ ਹਾਂ। ਔਰ ਤੁਸੀਂ ਪੁਰਾਣੇ ਐਪੀਸੋਡਸ ਨੂੰ ਇੰਨਾ ਕੁ ਪਿਆਰ ਦੇ ਰਹੇ ਹੋ, ਤੁਹਾਡੇ ਕੀਮਤੀ ਸੁਝਾਅ ਕਮੈਂਟਾਂ ਦੇ ਵਿੱਚ ਮੈਂ ਪੜ੍ਹਦਾ ਰਹਿਣਾ, ਤੇ ਨਵੇਂ ਗੈਸਟ ਲੈ ਕੇ ਅੱਜ ਹਾਜ਼ਰ ਹੋਏ ਹਾਂ। ਸਾਡੇ ਨਾਲ ਨੇ ਲਾਲੀ ਮੁਲਤਾਨੀ ਜੀ। ਸਵਾਗਤ ਹੈ ਬਾਈ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਅਨਮੋਲ ਜੀ, ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ, ਬਹੁਤ ਚੰਗਾ ਲੱਗਿਆ ਅੱਜ ਤੁਹਾਡੇ ਕੋਲ ਆ ਕੇ ਇੱਥੇ। ਅੱਜ ਅਸੀਂ ਬਹੁਤ ਕੁਝ ਸਿੱਖਣਾ ਬਾਈ ਤੁਹਾਡੇ ਕੋਲੋਂ। ਅਕਸਰ ਤੁਹਾਨੂੰ ਆਫ ਕੈਮਰਾ ਬਹੁਤ ਸੁਣਿਆ, ਪਰ ਹਮੇਸ਼ਾ ਮਨ ਸੀਗਾ ਕਿ ਤੁਹਾਨੂੰ ਜਿਹੜੇ ਸਾਡੇ ਸਰੋਤੇ ਨੇ ਸੋਸ਼ਲ ਮੀਡੀਆ ਰਾਹੀਂ, ਕਿਉਂਕਿ ਜਿਹੜੀਆਂ ਤੁਹਾਡੀਆਂ ਗੱਲਾਂ ਅਸੀਂ ਆਫ ਕੈਮਰਾ ਤੁਹਾਡੇ ਨਾਲ ਸੁਣਦੇ ਹਾਂ, ਵਧੀਆ ਲੱਗਦਾ ਕਿ ਤੁਸੀਂ ਇੰਨਾ ਹਿਸਟਰੀ ਉੱਪਰ ਰਿਸਰਚ ਕਰ ਰਹੇ ਹੋ, ਇੰਨੀਆਂ ਬੁੱਕਸ ਤੁਸੀਂ ਪੜ੍ਹੀਆਂ ਨੇ, ਔਰ ਇੱਕ ਯੂਥ ਨੂੰ ਵੀ ਤੁਸੀਂ ਹਮੇਸ਼ਾ ਬੁੱਕਸ ਪੜ੍ਹਨ ਲਈ ਬਹੁਤ ਜ਼ੋਰ ਲਾਉਂਦੇ ਹੋ। ਤੁਹਾਡੀ ਮੇਰੀ ਜਦੋਂ ਗੱਲ ਹੋਈ ਤੁਸੀਂ ਮੈਨੂੰ ਬੁੱਕਸ ਪੜ੍ਹਨ ਲਈ ਬਹੁਤ ਕਹਿੰਦੇ ਹੋ। ਇਹਦੇ ਪਿੱਛੇ ਕਾਰਨ ਕੀ ਹੈ? ਬੁੱਕਸ ਪੜ੍ਹਨ ਦਾ ਫਾਇਦਾ ਕੀ ਹੈ? ਬੁੱਕਸ ਕਿਉਂ ਪੜ੍ਹਨੀਆਂ ਚਾਹੀਦੀਆਂ? ਦੇਖੋ, ਸਾਡੇ ਸ਼ਾਸਤਰ ਕਹਿੰਦੇ ਸਭ ਵਿਦਿਆ ਜਾਂ ਮੁਕਤੀ। ਵਿਦਿਆ ਉਹ ਹੈ ਜੋ ਤੁਹਾਨੂੰ ਮੁਕਤੀ ਦੇ ਮਾਰਗ ਤੇ ਲੈ ਕੇ ਜਾਂਦੀ। ਮੁਕਤੀ ਕਿਹੜੀ ਆ? ਜਿਹੜੇ 5 ਵਿਕਾਰ ਨੇ ਬੰਦੇ ਦੇ ਅੰਦਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਉਸ ਤੋਂ ਬਾਅਦ ਆਉਂਦਾ ਗਿਆਨ। ਜਦੋਂ ਬੰਦਾ ਇਹਨਾਂ ਚੀਜ਼ਾਂ ਤੋਂ ਮੁਕਤ ਹੋਣ ਦੇ ਰਸਤੇ ਤੇ ਤੁਰਦਾ ਤਾਂ ਫਿਰ ਗਿਆਨ ਦੀ ਖੋਜ ਚ ਨਿਕਲਦਾ। ਤੇ ਜਿਹੜੀ ਕਿਤਾਬ ਹੈ, ਸ਼ਬਦ ਆ, ਇਹ ਸਾਨੂੰ ਗਿਆਨ ਨਾਲ ਲੈ ਕੇ ਜਾਂਦੀ। ਪਹਿਲਾਂ ਸਾਨੂੰ ਥਿਊਰੀ ਤੋਂ ਫਿਰ ਸਾਡੇ ਅੰਦਰ ਜਦੋਂ ਖੋਜ ਪੈਦਾ ਹੁੰਦੀ ਆ ਤਾਂ ਅਸੀਂ ਉਹਨੂੰ ਖੋਜ ਕੇ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਦੋਂ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਉਹ ਬਹੁਤ ਕੁਝ ਨਵਾਂ ਦਿੰਦੀ, ਜਿਹਦੇ ਨਾਲ ਸਾਡੇ ਜੀਵਨ 'ਚ ਪੋਜ਼ਿਟਿਵ ਬਦਲਾਅ ਆਉਂਦਾ। ਇਸ ਕਰਕੇ ਮੇਰਾ ਮੰਨਣਾ ਹੈ ਕਿ ਬੰਦੇ ਨੂੰ ਜੀਵਨ ਦੇ ਵਿੱਚ ਕਿਤਾਬਾਂ ਨਾਲ ਦੋਸਤੀ ਜ਼ਰੂਰ ਕਰਨੀ ਚਾਹੀਦੀ ਹੈ। ਬਈ, ਜਿਹੜੇ ਲੋਕ ਕਿਤਾਬਾਂ ਨਹੀਂ ਪੜ੍ਹ ਪਾਉਂਦੇ ਜਾਂ ਕਿਸੇ ਦਾ ਕੋਈ ਇੰਟਰਸਟ ਨਹੀਂ ਬਣਦਾ, ਇਸ ਪੋਡਕਾਸਟ ਜ਼ਰੀਏ ਤੁਸੀਂ ਪਲੀਜ਼ ਸਾਨੂੰ ਆਪਣੀ ਜ਼ਿੰਦਗੀ ਦੇ ਨਿਚੋੜ, ਕੁਝ ਕੀਮਤੀ ਪਲ ਜਾਂ ਕੁਝ ਕੀਮਤੀ ਐਸੀ ਰਿਸਰਚ ਜਿਹੜੀ ਤੁਸੀਂ ਕੀਤੀ ਹੈ ਹਿਸਟਰੀ ਦੇ ਵਿੱਚ, ਜਾਂ ਤੁਸੀਂ ਪੁਰਾਣੇ ਟਾਈਮ 'ਚ ਬਹੁਤ ਤੁਹਾਨੂੰ ਇੰਟਰਸਟ ਹੈ, ਸ਼ੁਰੂ ਤੋਂ ਤੁਸੀਂ ਪੜ੍ਹਦੇ ਹੋ, ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਹਿਸਟਰੀ ਦੇ ਵਿੱਚੋਂ ਅੱਜ ਤੱਕ ਪੜ੍ਹੀ ਤੇ ਤੁਹਾਨੂੰ ਬਹੁਤ ਉਹ ਦਿਲ 'ਤੇ ਲੱਗੀ, ਤੇ ਅੱਜ ਦਾ ਮਾਹੌਲ ਦੇਖ ਕੇ ਤੁਹਾਨੂੰ ਲੱਗਿਆ ਕਿ ਇਹ ਗਲਤ ਦਿਖਾਇਆ ਜਾਂਦਾ ਪਰ ਹਿਸਟਰੀ 'ਚ ਕੁਝ ਹੋਰ ਹੈ, ਤੇ ਇੱਦਾਂ ਦੀ ਕੋਈ ਤੁਸੀਂ ਚੀਜ਼ ਸ਼ੇਅਰ ਕਰਨਾ ਚਾਹੁੰਦੇ ਹੋ? ਲਗਭਗ ਸਾਡੇ ਦੇਸ਼ ਦੀ ਜਿਹੜੀ ਹਿਸਟਰੀ ਲਿਖੀ ਗਈ ਆ, ਮੈਂ ਜੇ ਗੱਲ ਕਰਦਾ, ਜ਼ਿਆਦਾ ਆਪਾਂ ਦੂਰ ਨਾ ਜਾਈਏ, ਆਜ਼ਾਦੀ ਤੋਂ ਬਾਅਦ ਦੀ, ਤਾਂ 1947 ਤੋਂ ਬਾਅਦ ਲਗਭਗ 50 ਸਾਲਾਂ ਤੱਕ ਸਾਡੇ ਦੇਸ਼ ਦੀ ਜਿਹੜੀ ਕਲਮ ਹੈ, ਜੋ ਸ਼ਬਦ ਦੀ, ਜਿਹਨੂੰ ਸ਼ਬਦ ਰੂਪ ਮਿਲਿਆ, ਉਹ ਕਲਮ ਜਿਹੜੀ ਕਮਿਊਨਿਸਟ ਲੌਬੀ ਦੇ ਹੱਥ 'ਚ ਰਹੀ ਹੈ। ਕਮਿਊਨਿਸਟ ਲੌਬੀ ਮਤਲਬ ਜਿਹੜੇ ਕਮਿਊਨਿਸਟ ਲੋਕ, ਕਾਮਰੇਡ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ। ਅਸੀਂ ਤੁਹਾਡੇ ਕੋਲ ਪੋਡਕਾਸਟ ਐਂ ਸਿੱਖਣਾ ਜਿਵੇਂ ਸਾਨੂੰ ਕੁਝ ਵੀ ਨਹੀਂ ਪਤਾ, ਤੇ ਸਾਨੂੰ ਥੋੜਾ ਸਰਲ ਭਾਸ਼ਾ ਦੇ ਵਿੱਚ, ਕਿਉਂਕਿ ਸਾਡੀ ਆਡੀਅנס ਅਜੇ ਜਿਹੜੀ ਉਹ ਸਿੱਖ ਰਹੀ ਹੈ, ਤੇ ਤੁਸੀਂ ਸਾਨੂੰ ਨਾਲ ਦੱਸਦੇ ਵੀ ਜਾਓ। ਕਮਿਊਨਿਜ਼ਮ ਇੱਕ ਐਸਾ ਸੈਕਸ਼ਨ ਆ ਦੁਨੀਆ ਦਾ, ਇੱਕ ਐਸੀ ਲੌਬੀ ਆ ਜਿਹੜੇ ਪਿਛਲੇ 100 ਸਾਲ ਦੇ ਵਿੱਚ ਹੋਂਦ 'ਚ ਆਈ। ਇਹ ਜਿੱਦਾਂ ਈਸਟ ਜਰਮਨੀ ਤੋਂ ਸ਼ੁਰੂ ਹੁੰਦੇ ਹੋਏ ਈਸਟ ਯੂਰਪ ਦੇ ਵਿੱਚ ਪਨਪੇ, ਫਿਰ ਰਸ਼ੀਆ, ਚਾਈਨਾ, ਤੇ ਚਾਈਨਾ ਤੋਂ ਭਾਰਤ ਦੇ ਵਿੱਚ ਪਹੁੰਚੇ ਆ। ਇਹ ਬੇਸਿਕਲੀ ਪਰਮਾਤਮਾ ਨੂੰ ਨਹੀਂ ਮੰਨਦੇ, ਜੋ ਇਹਨਾਂ ਦਾ ਫੰਡਾ। ਨਾਸਤਿਕ ਹੁੰਦੇ ਆ, ਪ੍ਰੈਕਟੀਕਲ ਜਿਹਨੂੰ ਲੈ ਕੇ ਚੱਲਦੇ ਹਰੇਕ ਚੀਜ਼ ਨੂੰ ਇਹ। ਪਰ ਜੇ ਤੁਸੀਂ ਇਹਨਾਂ ਦੀ 100 ਸਾਲ ਦੀ ਹਿਸਟਰੀ ਖੰਗਾਲੋਗੇ ਤਾਂ ਇਹ ਦੁਨੀਆ 'ਚ ਕਿਸੇ ਕਾਰਨਰ ਦੇ ਉੱਤੇ ਕਾਮਯਾਬ ਨਹੀਂ ਹੋਏ। ਇਹ ਗੱਲ ਤਾਂ ਕਰਦੇ ਇਕੁਐਲਿਟੀ ਦੀ, ਪਰ ਇਹਨਾਂ ਨੇ ਹਮੇਸ਼ਾ ਹੀ ਇਕੁਐਲਿਟੀ ਦੇ ਨਾਂ ਦੇ ਉੱਤੇ ਮਨੁੱਖਤਾ ਦਾ ਜਿਹੜਾ ਘਾਣ ਕੀਤਾ, ਚਾਹੇ ਉਹ ਰਸ਼ੀਆ ਦੇ ਵਿੱਚ ਹੋਏ। ਤੁਸੀਂ ਸੁਣਿਆ ਹੋਊਗਾ ਵੀ ਜਿਹੜੇ ਹਿਟਲਰ ਨੇ ਕੰਸੈਂਟਰੇਸ਼ਨ ਕੈਂਪ ਲਾਏ ਸੀ, ਜਿਹਦੇ ਵਿੱਚ ਲੋਕਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਸੀ, ਤੇ ਉਹਨੂੰ ਸਭ ਤੋਂ ਵੱਧ ਜ਼ੁਲਮੀ ਇੱਕ ਕਰੈਕਟਰ ਦੇ ਵਿੱਚ ਪਿਛਲੇ 100 ਸਾਲ ਦੇ ਵਿੱਚ ਦਿਖਾਇਆ ਗਿਆ। ਜਦ ਕਿ ਤੁਸੀਂ ਇਹਦੇ ਬਰਾਬਰ ਜੇ ਹਿਸਟਰੀ ਨੂੰ ਚੰਗੀ ਤਰ੍ਹਾਂ ਖੋਜੋਗੇ, ਪਰਖੋਗੇ, ਖੰਗਾਲੋਗੇ,
ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਉਹ ਕਨਸੈਂਟਰੇਸ਼ਨ ਕੈਂਪਸ ਦਾ ਜਿਹੜਾ ਆਧਾਰ ਸੀ, ਉਹ ਹਿਟਲਰ ਨੂੰ ਜਿਹੜੀ ਐਗਜ਼ਾਮਪਲ ਸੀ ਜਾਂ ਜਿਹੜਾ ਕੰਮ ਕਰਨ ਦਾ ਤਰੀਕਾ ਸੀ, ਉਹ ਸਾਰਾ ਰਸ਼ੀਆ ਕਮਿਊਨਿਜ਼ਮ ਤੋਂ ਮਿਲਿਆ ਸੀ। ਉਹ ਸਟਾਲਿਨ ਤੇ ਲੈਨਿਨ ਦੇ ਜਿਹੜੇ ਕਨਸੈਂਟਰੇਸ਼ਨ ਕੈਂਪ ਸੀ, ਵੀ ਜਿਹੜਾ ਉਹਨਾਂ ਦੇ ਵਿਰੋਧ 'ਚ ਬੋਲਦਾ ਜਾਂ ਉਹਨਾਂ ਦੇ ਸਿਸਟਮ ਦੇ ਵਿਰੋਧ 'ਚ ਬੋਲਦਾ, ਉਹਨੂੰ ਚੱਕ ਕੇ ਕਨਸੈਂਟਰੇਸ਼ਨ ਕੈਂਪ ਦੇ ਵਿੱਚ ਸੁੱਟ ਦਿੱਤਾ ਜਾਵੇ। ਤਾਂ ਐਸੇ ਕਈ ਕਰੈਕਟਰ ਵੀ ਹੋਏ ਆ ਜਿਨ੍ਹਾਂ ਨੇ ਹਿਸਟਰੀ ਦੇ ਵਿੱਚ ਲਿਖਿਆ ਕਿ ਮੈਂ ਦੋਨੋਂ ਕਨਸੈਂਟਰੇਸ਼ਨ ਕੈਂਪ ਹੰਢਾਏ ਆ, ਰਸ਼ੀਆ ਦਾ ਵੀ ਤੇ ਹਿਟਲਰ ਦਾ ਵੀ। ਤਾਂ ਹਿਟਲਰ ਨਾਲੋਂ ਜ਼ਿਆਦਾ ਜਿਹੜਾ ਦਰਿੰਦਗੀ ਹੈ ਜਿਹੜੀ ਉਹ ਰਸ਼ੀਆ ਦੇ ਵਿੱਚ ਦਿਖਾਈ ਗਈ ਹੈ ਲੋਕਾਂ ਦੇ, ਮਤਲਬ ਅਲੱਗ-ਅਲੱਗ ਤਰੀਕੇ ਨਾਲ ਮਾਰਨਾ, ਕਿਸੇ ਨੂੰ ਗੱਡੀ ਸਟਾਰਟ ਕਰਕੇ ਤੇ ਉਹਦਾ ਧੂੰਆਂ ਇੱਕ ਛੋਟੇ ਜਿਹੇ ਚੈਂਬਰ ਨਾਲ ਉਹਦਾ ਸਲੈਂਸਰ ਫਿੱਟ ਕਰ ਦੇਣਾ ਤੇ ਉਹਨੂੰ ਅੰਦਰ ਬੰਦ ਕਰ ਦੇਣਾ ਇੱਕ ਬੰਦੇ ਨੂੰ, ਜਿਹੜਾ ਹੱਕ ਦੀ ਗੱਲ ਕਰਦਾ ਸੀ ਬਈ। ਹਾਂ, ਜਿਹੜਾ ਹੱਕ ਦੀ ਗੱਲ ਕਰਦਾ ਸੀ, ਜਿਹੜਾ ਉਸ ਸਮੇਂ ਕਮਿਊਨਿਜ਼ਮ ਦਾ ਵਿਰੋਧ ਕਰਦਾ ਸੀ, ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਸੀ, ਕਿਉਂਕਿ ਉਹ ਨੀਤੀਆਂ ਮਾਰੂ ਸੀ, ਉਹਨਾਂ ਨੇ ਨੁਕਸਾਨ ਹੀ ਕੀਤਾ। ਹੁਣ ਚਾਈਨਾ ਦੀ ਤੁਹਾਨੂੰ ਇੱਕ ਮਾਓ ਦੀ ਇੱਕ ਛੋਟੀ ਜਿਹੀ ਨੀਤੀ ਦੱਸ ਦੇਣਾ। ਜਿਸ ਸਮੇਂ ਚਾਈਨਾ ਦੇ ਵਿੱਚ ਉਹ ਰਾਜ ਸੰਘਾਸਨ ਤੇ ਬੈਠਦਾ, ਜਦੋਂ ਉੱਥੇ ਦਾ ਚੀਫ ਬਣਦਾ ਚਾਈਨਾ ਦਾ, ਤਾਂ ਉਹਨੇ ਕੀ ਕੀਤਾ ਜੀ, ਤੁਸੀਂ ਜਦੋਂ ਕਿਸਾਨ ਲੋਕ ਜਦੋਂ ਖੇਤਾਂ 'ਚ ਬੀਜ ਬੋਂਦੇ ਆ ਹਨਾ, ਤਾਂ ਉਸ ਸਮੇਂ ਪੰਛੀ ਆ ਕੇ ਵਿੱਚੋਂ ਕੀੜੇ ਖਾਂਦੇ ਆ ਤਾਂ ਕਿ ਉਹ ਫਸਲ ਨੂੰ ਨੁਕਸਾਨ ਨਾ ਕਰ ਸਕਣ, ਚੁਗ ਨਾ ਸਕਣ। ਤਾਂ ਤੁਸੀਂ ਦੇਖੋ ਵੀ ਉਹ ਬੰਦਾ ਕਿੰਨੀ ਕੁ ਅੱਛੀ ਸੋਚ ਦਾ ਮਾਲਕ ਹੋਏਗਾ, ਜਾਂ ਉਹ ਬੰਦੇ ਦੀ ਸੋਚ ਕਿੰਨੀ ਕੁ ਡਿਵੈਲਪ ਹੋਏਗੀ ਉਸ ਟਾਈਮ। ਉਹ ਕਹਿੰਦਾ ਜੀ ਪੰਛੀ ਮਾਰ ਦਿਓ। ਇਹਨਾਂ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਪੰਛੀ ਮਾਰੇ ਜੀ ਚਾਈਨਾ ਦੇ ਵਿੱਚੋਂ। ਉਹਦਾ ਕਾਰਨ ਕੀ ਸੀ? ਇਹ ਦਾਣਾ ਚੁੱਕ ਕੇ ਲੈ ਜਾਂਦੇ ਆ, ਫਸਲਾਂ ਖਰਾਬ ਕਰਦੇ ਆ। ਤੇ ਜੇ ਇਹਦੇ ਬਰਾਬਰ ਮੈਂ ਸਾਡੀ ਸੰਸਕ੍ਰਿਤੀ ਨੂੰ ਦੇਖਾਂ ਤਾਂ ਸਾਡੀ ਸੰਸਕ੍ਰਿਤੀ ਕਹਿੰਦੀ ਆ ਵੀ ਜਦੋਂ ਅਨਾਜ ਘਰ ਦੇ ਵਿੱਚ ਆਉਂਦਾ, ਕੱਚਾ ਅਨਾਜ ਆ ਜਿਹੜਾ, ਤਾਂ ਉਹਦੇ ਚੋਂ ਇੱਕ ਹਿੱਸਾ ਜਿਹੜਾ ਪੰਛੀਆਂ ਦਾ ਕੱਢਣਾ ਚਾਹੀਦਾ, ਕਿਉਂਕਿ ਪ੍ਰਮਾਤਮਾ ਨੇ ਵਿਅਕਤੀ ਨੂੰ, ਬੰਦੇ ਨੂੰ, ਮਨੁੱਖ ਨੂੰ ਸੋਝੀ ਦਿੱਤੀ ਆ, ਤੇ ਸਾਡੀ ਸੋਝੀ ਦੇ ਵਿੱਚ ਇਹ ਚੀਜ਼ ਸਾਡੇ ਸ਼ਾਸਤਰਾਂ ਨੇ, ਸਾਡੇ ਧਰਮ ਨੇ ਚੀਜ਼ ਸ਼ਾਮਲ ਕੀਤੀ ਹੈ ਕਿ ਅਸੀਂ ਪੰਛੀਆਂ ਦਾ ਸਭ ਤੋਂ ਪਹਿਲਾਂ ਹਿੱਸਾ ਕੱਢਦੇ ਆ, ਫਿਰ ਜੀਵਾਂ ਦਾ ਕੱਢਦੇ ਆ। ਕੁੱਤੇ ਤੱਕ ਦਾ ਖਿਆਲ ਰੱਖਿਆ ਗਿਆ ਵੀ ਘਰ ਦੇ ਵਿੱਚ ਆਖਰੀ ਤਵੇ ਦੇ ਉੱਤੇ ਬਣਨ ਵਾਲੀ ਰੋਟੀ ਆ ਜਿਹੜੀ, ਉਹ ਕੁੱਤੇ ਲਈ ਬਣੇਗੀ। ਔਰ ਜੇ ਹੁਣ ਮੈਂ ਕਮਿਊਨਿਸਟ ਲੌਬੀ ਦੀ ਗੱਲ ਕਰਾਂ, ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ। ਤੁਸੀਂ ਚਲੋ ਆਪਾਂ ਵਰਲਡ ਵਾਈਡ ਨਾ ਵੀ ਗੱਲ ਕਰੀਏ, ਜੇ ਆਪਾਂ ਨੈਸ਼ਨਲ ਲੈਵਲ ਤੇ ਆ ਜਾਈਏ, ਆਪਣੇ ਦੇਸ਼ ਦੀ ਗੱਲ ਕਰੀਏ, ਤਾਂ ਇੱਥੇ ਦੀ ਕਮਿਊਨਿਸਟ ਲੌਬੀ ਆ ਜਿਹੜੀ, ਇਹ ਦੁਨੀਆ ਦੀ ਕਮਿਊਨਿਸਟ ਲੌਬੀ ਨਾਲੋਂ ਵੱਖਰੀ ਚੱਲੀ ਆ ਹਮੇਸ਼ਾ। ਬਾਕੀ ਹਰੇਕ ਕੰਟਰੀ ਦੇ ਵਿੱਚ ਕਮਿਊਨਿਸਟ ਆਪਣੇ ਦੇਸ਼ ਦੀ ਗੱਲ ਕਰਦਾ। ਇੱਕ ਸਾਡੇ ਕੰਟਰੀ ਦੇ ਕਮਿਊਨਿਸਟ ਨੇ ਜਿਹੜੇ ਅੱਜ ਵੀ ਚਾਈਨਾ ਤੇ ਰਸ਼ੀਆ ਦੀ ਜ਼ੁਬਾਨ ਬੋਲਦੇ ਆ। ਇੰਡੀਆ 'ਚ ਜਨਮ ਲੈ ਕੇ, ਭਾਰਤ ਦੇ ਵਿੱਚ ਜਨਮ ਲੈ ਕੇ, ਭਾਰਤ ਦਾ ਖਾ ਕੇ, ਭਾਰਤ ਦਾ ਹੰਢਾ ਕੇ, ਤੇ ਭਾਰਤ ਦੇ ਵਿੱਚ MP MLA ਬਣ ਕੇ, ਮਿਨਿਸਟਰ ਬਣ ਕੇ 35 ਸਾਲ ਜੋਤੀ ਬਸੂ ਦੀ ਸਰਕਾਰ ਰਹੀ ਹੈ ਜੀ ਵੈਸਟ ਬੰਗਾਲ ਦੇ ਵਿੱਚ ਆਜ਼ਾਦੀ ਤੋਂ ਬਾਅਦ। 35 ਸਾਲ ਲਗਾਤਾਰ, ਬਹੁਤ ਲੰਬਾ ਟਾਈਮ ਹੁੰਦਾ। 7 ਵਾਰ ਸਰਕਾਰ ਬਣੀ। ਉਹ 7 ਵਾਰ ਸਰਕਾਰ ਬਣਾਉਣ ਤੋਂ ਬਾਅਦ ਕਿਸੇ ਟਾਈਮ ਦੇ ਉੱਤੇ ਤੁਸੀਂ ਦੇਖੋ, ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਵੈਸਟ ਬੰਗਾਲ ਦੇਸ਼ ਦੀ ਇੰਡਸਟਰੀਅਲ ਕੈਪੀਟਲ ਸੀ। ਅੱਜ ਉੱਥੇ 0.07% ਜਿਹੜਾ ਬਿਜ਼ਨਸ ਰਹਿ ਗਿਆ। ਇਹਨਾਂ ਦੀਆਂ ਨੀਤੀਆਂ ਕਿੰਨੀਆਂ ਕੱਚੀਆਂ ਹੋਣਗੀਆਂ। ਔਰ ਬਿਜ਼ਨਸਮੈਨ ਉੱਥੋਂ ਇਹ ਕਹਿ ਕੇ ਭੱਜਿਆ ਕਿ ਜੀ ਮੈਂ ਜਾਂ ਤਾਂ ਗੁੰਡਾ ਟੈਕਸ ਦੇ ਸਕਦਾ ਸਰਕਾਰ ਨੂੰ, ਤੇ ਜਾਂ ਫਿਰ ਜੋ ਗਵਰਨਮੈਂਟ ਦਾ ਐਕਚੁਅਲ ਟੈਕਸ ਹੁੰਦਾ ਮੈਂ ਉਹ ਪੇ ਕਰ ਸਕਦਾ, ਮੈਂ ਡਬਲ ਟੈਕਸ ਨਹੀਂ ਪੇ ਕਰ ਸਕਦਾ। ਇਹ ਕਹਿ ਕੇ ਬਿਜ਼ਨਸਮੈਨ ਉੱਥੋਂ ਛੱਡ ਭੱਜੇ ਆ। ਇਹ ਕਮਿਊਨਿਜ਼ਮ ਦੀਆਂ ਨੀਤੀਆਂ ਦੇ ਕਾਰਨ। ਠੀਕ ਹੈ ਜੀ। ਤੁਸੀਂ ਜੇ ਇਹਨੂੰ ਵਰਲਡ ਵਾਈਡ ਵੀ ਦੇਖਣਾ ਤਾਂ ਹਮੇਸ਼ਾ ਇਹ ਬਿਜ਼ਨਸ ਦੇ ਜਾਂ ਕਹਿ ਲਓ ਵੀ ਇਹ ਸਿਸਟਮ ਦੇ ਸਾਡੇ ਖਿਲਾਫ ਰਹੇ ਆ। ਠੀਕ ਹੈ। ਜਦੋਂ ਚਾਈਨਾ ਨਾਲ ਵਾਰ ਲੱਗੀ ਆ ਸਾਡੀ, ਉਸ ਟਾਈਮ ਦੇ ਵਿੱਚ ਕਮਿਊਨਿਸਟਾਂ ਦੇ ਹੱਥ ਦੇ ਵਿੱਚ ਲੇਬਰ ਕਲਾਸ ਸੀ ਜਿਹੜੀ ਬਹੁਤ ਵੱਡੇ ਲੈਵਲ ਤੇ ਸੀ ਪੂਰੇ ਦੇਸ਼ ਦੇ ਵਿੱਚ। ਇਹਨਾਂ ਨੇ ਸਟ੍ਰਾਈਕਸ ਕਰਾਤੀਆਂ ਤਾਂ ਕਿ ਸਾਡੇ ਜਿਹੜੇ ਜਵਾਨ ਬਾਰਡਰ ਦੇ ਉੱਤੇ ਚਾਈਨਾ ਦੇ ਨਾਲ ਲੜ ਰਹੇ ਆ, ਉਹਨਾਂ ਤੱਕ ਪਿੱਛੋਂ ਰਸਦ ਪਾਣੀ ਨਾ ਪਹੁੰਚ ਸਕੇ। ਹੁਣ ਨੈਚੁਰਲ ਹੈ ਕਿ ਗੱਡੀਆਂ ਦੇ ਵਿੱਚ ਮਾਲ ਢੋਣ ਵਾਸਤੇ ਲੇਬਰ ਦੀ ਜ਼ਰੂਰਤ ਤਾਂ ਹੈਗੀ ਆ, ਤੇ ਇਹਨਾਂ ਨੇ ਜਿੱਦਣ ਚਾਈਨਾ ਤੋਂ ਅਸੀਂ ਬਹੁਤ ਵੱਡਾ ਹਿੱਸਾ ਹਿੰਦੁਸਤਾਨ ਦਾ ਹਾਰੇ ਆ, ਤਾਂ ਪੂਰੇ ਦੇਸ਼ ਦੇ ਵਿੱਚ ਕਾਮਰੇਡਾਂ ਵੱਲੋਂ ਲੱਡੂ ਵੰਡੇ ਗਏ ਆ, ਸਿਰਫ ਇਸ ਕਰਕੇ ਕਿ ਚਾਈਨਾ ਦੇ ਵਿੱਚ ਕਮਿਊਨਿਸਟ ਗਵਰਨਮੈਂਟ ਆ। ਫਿਰ ਇਹਨਾਂ ਨੂੰ ਵੋਟ ਕੌਣ ਪਾਉਂਦਾ? ਜਿੱਤ ਕਿੱਦਾਂ ਜਾਂਦੇ ਨੇ ਜਿਹੜੇ ਲੋਕ ਦੇਸ਼ 'ਚ ਰਹਿ ਕੇ ਦੇਸ਼ ਦੇ ਖਿਲਾਫ? ਹੁਣ ਤਾਂ ਬਹੁਤ ਘਟ ਗਏ ਆ ਇਹ ਜਿਹੜੇ, ਪਰ ਫਿਰ ਵੀ ਅੱਜ ਕਿਤੇ ਨਾ ਕਿਤੇ ਜਿੰਨੀ ਉੱਪਰਲੀ ਲੌਬੀ ਆ, ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਇੰਟੈਲੈਕਚੁਅਲ ਲੈਵਲ, ਜਿਹੜੇ ਖੁਦ ਨੂੰ ਸੋ ਕਾਲਡ ਇੰਟੈਲੈਕਚੁਅਲ ਨੇ, ਜਿਹੜੇ ਤੇ ਆਪਣੇ ਆਪ ਨੂੰ ਦਾਅਵਾ ਕਰਦੇ ਆ ਕਿ ਜੋ ਅਸੀਂ ਲਿਖਤਾ ਉਹੀ ਸੱਚ ਆ, ਉਹ ਇੰਟੈਲੈਕਚੁਅਲ ਲੌਬੀ ਆ ਜਿਹੜੀ, ਉਹ ਅੱਜ ਵੀ ਕਿਤੇ ਨਾ ਕਿਤੇ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਸ ਦੇ ਵਿੱਚ ਪ੍ਰੋਫੈਸਰਾਂ ਦੇ ਰੂਪ ਦੇ ਵਿੱਚ ਬੈਠੀ ਆ। ਔਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕ ਨਹੀਂ ਹੈਗੀ, ਕਿਉਂਕਿ ਉਹਦਾ ਕਾਰਨ ਕੀ ਆ? ਇਹ ਲੋਕ ਉਹ ਨੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੀਆਂ, ਸਾਡੇ ਦੇਸ਼ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆ, 50 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਨੇ ਇੰਨੇ ਕੁ ਬੁਰੇ ਤਰੀਕੇ ਜੜ੍ਹਾਂ ਵੱਢੀਆਂ ਨੇ ਕਿ ਉਹ ਛੇਤੀ ਕਿਤੇ ਆਪਣੇ ਹੀ ਮਤਲਬ ਸਿਸਟਮ ਦੇ ਉੱਤੇ, ਆਪਣੇ ਪੁਰਖਿਆਂ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ। ਉਹ ਇੱਕ ਹਿਸਟੋਰੀਕਲ ਐਵੀਡੈਂਸ ਬਣ ਜਾਂਦਾ ਜੀ। ਉਹ ਐਵੀਡੈਂਸ ਜਦੋਂ ਬਣਦਾ, ਉਹ ਬਹੁਤ ਲੰਬੇ ਸਮੇਂ ਤੱਕ ਟਰੈਵਲ ਕਰਦਾ। ਅੱਜ ਦੀ ਡੇਟ 'ਚ ਜੇ ਆਪਾਂ ਗੱਲ ਕਰੀਏ, ਇੰਟਰਨੈਟ ਦੇ ਉੱਤੇ ਜੇ ਕੋਈ ਛੋਟੀ ਜਿਹੀ ਵੀਡੀਓ ਵਾਇਰਲ ਹੋ ਜਾਂਦੀ ਆ ਕਿਸੇ ਵੀ ਚੀਜ਼ ਨੂੰ, ਚਾਹੇ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਹੈ, ਕਿਸੇ ਚੀਜ਼ ਨੂੰ ਵੀ ਲੈ, ਤਾਂ ਉਹ ਆਉਣ ਵਾਲੇ ਸਮੇਂ ਤੱਕ ਉਦੋਂ ਤੱਕ ਐਗਜ਼ਿਸਟ ਕਰੂਗੀ ਜਦ ਤੱਕ ਇੰਟਰਨੈਟ ਦੀ ਹੋਂਦ ਆ। ਬਿਲਕੁਲ। ਜਿੱਦਣ ਸਾਰਾ ਇੰਟਰਨੈਟ ਸਿਸਟਮ ਕ੍ਰੈਸ਼ ਕਰ ਗਿਆ, ਸਭ ਕੁਝ ਖਤਮ ਹੋ ਗਿਆ, ਸੈਟੇਲਾਈਟ ਸਿਸਟਮ ਕ੍ਰੈਸ਼ ਕਰ ਗਿਆ, ਇਹ ਉਦੋਂ ਖਤਮ ਹੋਣਾ। ਅਦਰਵਾਈਜ਼ ਜਦੋਂ ਤੱਕ ਇੰਟਰਨੈਟ ਦੀ ਹੋਂਦ ਆ, ਉਹ ਚੀਜ਼ ਕਿਤੇ ਨਾ ਕਿਤੇ ਸਰਕੂਲੇਟ ਹੋਈ ਜਾਣੀ, ਘੁੰਮੀ ਜਾਣੀ ਆ ਜੀ। ਸੇਮ ਕਿਤਾਬਾਂ ਨੇ, ਕਿਤਾਬਾਂ ਇਹੀ ਕੰਮ ਕਰਦੀਆਂ ਕਿ ਜਦੋਂ ਇੱਕ ਐਵੀਡੈਂਸ ਬਣ ਗਿਆ, ਇੱਕ ਕਿਤਾਬ ਛਪ ਗਈ, ਤਾਂ ਉਹ ਕਿਸੇ ਨਾ ਕਿਸੇ ਕਾਰਨਰ 'ਚ ਦੁਨੀਆ ਦੀ ਕਿਸੇ ਨਾ ਕਿਸੇ ਲਾਇਬ੍ਰੇਰੀ ਦੇ ਵਿੱਚ ਪਈ ਰਹਿਣੀ ਆ, ਤੇ ਉਹ ਕੰਟਰੋਵਰਸੀ ਦਾ ਆਧਾਰ ਬਣੀ ਹੀ ਰਹਿਣੀ ਆ। ਤੇ ਜਿੰਨੇ ਕਮਿਊਨਿਸਟ ਲੌਬੀ, ਇੰਟੈਲੈਕਚੁਅਲ ਕਮਿਊਨਿਸਟ ਲੌਬੀ ਆ ਜਿਹੜੀ ਆਪਣੇ ਆਪ ਨੂੰ ਇੰਟੈਲੈਕਚੁਅਲ ਕਹਿੰਦੇ ਆ, ਇਹਨਾਂ ਨੇ ਕੰਮ ਹੀ ਇਹ ਕੀਤਾ ਕਿ ਸਭ ਤੋਂ ਵੱਧ ਘਾਣ ਸਾਡੀ ਹਿਸਟਰੀ ਦਾ, ਕਿਉਂਕਿ ਸਾਡੀ ਹਿਸਟਰੀ ਦਾ ਜਿਹੜਾ ਆਧਾਰ ਹੀ ਮਨੁੱਖਤਾ, ਸੈਕੂਲਰਿਜ਼ਮ ਸ਼ਬਦ ਜਿਹੜਾ ਇਹਨਾਂ ਨੇ ਦਿੱਤਾ। ਠੀਕ ਹੈ ਜੀ। ਹੁਣ ਸਾਡੇ ਤਾਂ ਸ਼ਾਸਤਰਾਂ ਜਾਂਦਾ ਸਰਵ ਧਰਮ ਸੰਭਾਵ, ਸਾਰੇ ਧਰਮ ਇੱਕ ਬਰਾਬਰ ਨੇ ਤੇ ਸਾਰਿਆਂ ਲਈ ਸਾਡੇ ਅੰਦਰੋਂ ਇੱਕੋ ਭਾਵ, ਸਭ ਦਾ ਸਨਮਾਨ ਆ।
ਠੀਕ ਹੈ ਨਾ, ਮਾਨਸ ਕੀ ਜਾਤ ਸਭ ਹੈ ਕਿ ਪਹਿਚਾਨ ਪੂਰੀ ਮਨੁੱਖਤਾ ਦੀ ਜਾਤੀ ਹੈ, ਜੀ ਠੀਕ ਹੈ ਨਾ, ਸਭ ਦੀ ਇੱਕੋ ਪਹਿਚਾਣ। ਜੀ ਇਹਨਾਂ ਨੇ ਉਸ ਚੀਜ਼ ਨੂੰ ਸਾਈਡ ਕਰਕੇ ਜੋ ਸਾਡੇ ਇਤਿਹਾਸ ਦੇ ਵਿੱਚ ਵਰਤਾਂਤ ਹੋਏ ਆ, ਜੋ ਘਟਨਾਵਾਂ ਘਟੀਆਂ, ਉਹਨਾਂ ਨੂੰ ਦੰਤ ਕਥਾਵਾਂ ਦਾ ਰੂਪ ਦੇ ਕੇ ਮਿੱਥ ਬਣਾ ਕੇ ਆਪਣੇ ਵੱਲੋਂ, ਮਿੱਥ ਦਾ ਅਰਥ ਕੀ ਹੈ, ਜੋ ਖੁਦ ਇੱਕ ਚੀਜ਼ ਘੜੀ ਜਾਵੇ, ਮਨ ਘੜੰਤ ਹਨਾ, ਉਸ ਮਨ ਘੜੰਤ ਕਥਾਵਾਂ ਨੂੰ ਉਹਨਾਂ ਨੂੰ ਬਣਾ ਕੇ ਉਹਨੂੰ ਸਰਕੂਲੇਟ ਕੀਤਾ। ਠੀਕ ਹੈ ਜੀ, ਪਹਿਲਾਂ ਕੁਝ ਕੰਮ ਅੰਗਰੇਜ਼ ਕਰ ਗਏ ਜਿਨ੍ਹਾਂ ਨੇ ਸੰਸਕ੍ਰਿਤ ਬੈਨ ਕਰਤੀ ਸੀ ਸਾਡੇ ਦੇਸ਼ ਦੇ ਵਿੱਚ, ਉਦੋਂ ਪਹਿਲਾਂ ਮੁਗਲਾਂ ਨੇ ਸਾਡਾ ਸਿਸਟਮ ਬਹੁਤ ਜ਼ਿਆਦਾ ਡਿਮੋਲਿਸ਼ ਕੀਤਾ, ਤੇ ਉਹ ਹੁੰਦੇ ਹੁੰਦੇ ਅੱਗੇ ਕਮਿਊਨਿਸਟਾਂ ਨੇ 50 ਸਾਲ ਤੱਕ ਇਹਨਾਂ ਨੇ ਇਹ ਚੀਜ਼ ਕੀਤੀ। ਉਦੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਜਾਗੇ, ਉਸ ਇੰਟੈਲੈਕਚੁਅਲ ਲੌਬੀ ਦੇ ਵਿੱਚ ਪਹੁੰਚ ਕੇ ਉਹਦਾ ਜਿਵੇਂ ਜਿਵੇਂ ਜਵਾਬ ਦਿੱਤਾ ਗਿਆ, ਤਾਂ ਫਿਰ ਇਹ ਅੱਜ ਇਹਨਾਂ ਦੀ ਕੁਛ ਹੱਦ ਤੱਕ ਤਾਦਾਦ ਘਟੀ ਆ, ਪਰ ਹਜੇ ਵੀ ਬਹੁਤ ਜਿਹੜੇ ਹੈਗੇ ਆ ਬੈਠੇ ਆ ਉਸ ਲੌਬੀ ਦੇ ਵਿੱਚ, ਤੇ ਕਾਲਜਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਆਮ ਇਹ ਲੋਕ ਮਿਲ ਜਾਣਗੇ। ਬਈ ਇਹਨਾਂ ਨੂੰ ਫਾਇਦਾ ਕੀ ਮਿਲਦਾ ਇਹ ਕਰਕੇ, ਮਤਲਬ ਇੱਕ ਮਨ ਘੜੰਤ ਬੁੱਕ ਛਾਪ ਕੇ ਇਹਨਾਂ ਨੂੰ ਬੈਨੀਫਿਟ ਕੀ ਮਿਲਦਾ? ਇੱਕ ਮੂਵੀ ਹੈ ਬੈਟਮੈਨ ਜੀ, ਤੇ ਉਹਦੇ ਚ ਇੱਕ ਕਰੈਕਟਰ ਹੈ ਜਿਹੜਾ ਉਹਦਾ ਬਟਲਰ ਹੁੰਦਾ ਨਾ ਬੈਟਮੈਨ ਦਾ ਜੀ, ਤੇ ਮੈਨੂੰ ਨਾਮ ਤਾਂ ਨਹੀਂ ਯਾਦ ਉਹਦਾ। ਉਹ ਇੱਕ ਵਾਰ ਉਹ ਜੋਕਰ ਮੂਵੀ ਦੇ, ਜਿਹੜੀ ਮੂਵੀ ਦੇ ਵਿੱਚ ਜੋਕਰ ਵਿਲਨ ਆ ਜੀ, ਉਹ ਮੂਵੀ ਦੇ ਵਿੱਚ ਉਹ ਬੈਟਮੈਨ ਉਹਨੂੰ ਬਟਲਰ ਨੂੰ ਪੁੱਛਦਾ ਆਪਣੇ ਨੂੰ, ਕਹਿੰਦਾ ਵੀ ਇਹ ਸਾਰਾ ਕੁਝ ਕਿਉਂ ਕਰ ਰਿਹਾ, ਮੈਨੂੰ ਸਮਝ ਨਹੀਂ ਆ ਰਹੀ, ਇਹਦਾ ਟਾਰਗੇਟ ਕੀ ਆ ਇੰਨਾ ਨੁਕਸਾਨ ਕਰਨ ਦਾ। ਉਹਦਾ ਬਟਲਰ ਉਹਨੂੰ ਜਵਾਬ ਦਿੰਦਾ, ਕਹਿੰਦਾ ਇੱਕ ਵਾਰ, ਕਹਿੰਦਾ ਮੈਂ ਜਦੋਂ ਆਰਮੀ ਦੇ ਵਿੱਚ ਸੀ, ਵੀਅਤਨਾਮ ਦੇ ਵਿੱਚ ਸੀ, ਕਹਿੰਦਾ ਉੱਥੇ ਇੱਕ ਲਟੇਰਾ ਸੀ, ਕਹਿੰਦਾ ਇੱਕ ਵਾਰੀ ਉਹਨੇ ਲੁੱਟਿਆ, ਸਰਕਾਰੀ ਖਜ਼ਾਨਾ ਲੁੱਟ ਲਿਆ ਉੱਥੇ ਦਾ, ਉਹਦੇ ਚ ਹੀਰੇ ਜਵਾਹਰਾਤ ਕਾਫੀ ਕੁਝ ਸੀ। ਕਹਿੰਦਾ ਸਾਨੂੰ ਐ ਹੋ ਗਿਆ ਵੀ ਇਹਨੇ ਹੀਰੇ ਜਵਾਹਰਾਤ ਲੁੱਟੇ ਆ, ਮਤਲਬ ਇਹਨੇ ਕਿਤੇ ਵੰਡੇ ਹੋਣਗੇ, ਜਾਂ ਤਾਂ ਕੋਈ ਯੂਜ਼ ਕੀਤਾ ਹੋਣਾ, ਕੋਈ ਵੈਪਨ ਖਰੀਦੇ ਹੋਣੇ ਆ ਜੀ, ਹਨਾ, ਐਂਟੀ ਐਕਟੀਵਿਟੀ ਕਰਨ ਵਾਸਤੇ ਕੁਝ ਵੀ ਇਦਾਂ ਦਾ ਕੀਤਾ ਹੋਊਗਾ, ਉਹ ਯੂਜ਼ ਕੀਤਾ ਹੋਊਗਾ ਉਹਦਾ। ਕਹਿੰਦਾ ਅਸੀਂ ਉਹਨੂੰ ਪੂਰੇ, ਮਤਲਬ ਵੀਅਤਨਾਮ ਦਾ ਜੰਗਲ ਬਹੁਤ ਵੱਡਾ ਸੀ, ਅਸੀਂ ਉਹਨੂੰ ਜੰਗਲਾਂ 'ਚ ਲੱਭਦੇ ਫਿਰਦੇ ਰਹੇ। ਕਹਿੰਦਾ ਜੰਗਲਾਂ 'ਚ ਲੱਭਦੇ ਕਹਿੰਦਾ ਇੱਕ ਦਿਨ, ਕਹਿੰਦਾ ਅਸੀਂ ਕੀ ਦੇਖਿਆ, ਕਹਿੰਦਾ ਇੱਕ ਛੋਟਾ ਜਿਹਾ ਬੱਚਾ, ਉਹ ਜਿਹੜੇ ਜਵਾਹਰਾਤ ਗੁੰਮੇ ਸੀ, ਬਹੁਤ ਕੀਮਤੀ ਸੀ, ਕਹਿੰਦਾ ਉਹਨਾਂ ਨਾਲ ਖੇਡ ਰਿਹਾ ਸੀ। ਕਹਿੰਦਾ ਜਦੋਂ ਉਹਨੂੰ ਅਸੀਂ ਬੁਲਾ ਕੇ ਪੁੱਛਿਆ ਵੀ ਤੈਨੂੰ ਕਿੱਥੋਂ ਲੱਭੇ, ਤਾਂ ਉਹ ਕਹਿੰਦਾ ਵੀ ਇਹ ਤਾਂ ਜੰਗਲ 'ਚ ਡਿੱਗੇ ਪਏ ਸੀ ਤੇ ਮੈਂ ਲੈ ਆਂਦੇ, ਉੱਥੇ ਢੇਰ ਲੱਗਿਆ ਪਿਆ ਫਲਾਣੀ ਥਾਂ, ਉੱਥੇ ਡੱਬੇ ਪਏ ਆ, ਮੈਂ ਤਾਂ ਉਹਦੇ 'ਚੋਂ ਲਿਆਂਦੇ ਕੱਢ। ਉਹ ਕਹਿੰਦਾ ਵੀ ਮੈਨੂੰ, ਬੈਟਮੈਨ ਕਹਿੰਦਾ ਮੈਨੂੰ ਕਹਾਣੀ ਦਾ ਮਤਲਬ ਨਹੀਂ ਸਮਝ ਆਇਆ। ਉਹ ਕਹਿੰਦਾ ਕੁਝ ਲੋਕ ਨੁਕਸਾਨ ਕਿਸੇ ਕਾਰਨ ਕਰਕੇ ਨਹੀਂ ਕਰਦੇ, ਬਸ ਉਹਨਾਂ ਦੇ ਦਿਮਾਗ 'ਚ ਹੁੰਦੀ ਕਿ ਮੈਂ ਨੁਕਸਾਨ ਕਰਨਾ ਹੀ ਆ। ਇਹ ਕਮਿਊਨਿਸਟ ਲੌਬੀ, ਇਹ ਉਹ ਲੌਬੀ ਆ ਜਿਹੜੇ ਪੜ੍ਹ ਲਿਖ ਕੇ ਆਪਣੇ ਦੇਸ਼ ਦੇ ਐਂਟੀ ਸਿਰਫ ਇਸ ਕਰਕੇ ਖੜੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ, ਉਹਨਾਂ ਲਈ ਸੱਚ ਝੂਠ ਮੈਟਰ ਨਹੀਂ ਕਰਦਾ, ਉਹਨਾਂ ਲਈ ਸਿਰਫ ਨੁਕਸਾਨ ਮੈਟਰ ਕਰਦਾ। ਇਹ ਲੋਕ ਉੱਥੇ ਖੜੇ ਆ, ਅੱਜ ਵੀ ਉੱਥੇ ਖੜੇ ਆ, ਸਵਾਦ ਲੈਣ ਵਾਲੇ, ਜਿਹਨਾਂ ਨੂੰ ਕੋਈ ਫਾਇਦਾ ਕੋਈ ਨਹੀਂ, ਬਸ ਉਹਨਾਂ ਨੂੰ ਕਿਸੇ ਨੂੰ ਰੋਂਦਾ ਕੁਰਲਾਉਂਦਾ, ਕਿਸੇ ਨੂੰ ਨੁਕਸਾਨ ਹੁੰਦਾ, ਕੋਈ ਬਰਬਾਦ ਹੁੰਦਾ, ਚੀਕਾਂ ਮਾਰਦਾ ਪਸੰਦ ਹੈ। ਤੁਸੀਂ ਕਿਸੇ ਇਸ਼ਟ ਦੀ ਪੂਜਾ ਕਰ ਰਹੇ ਹੋ, ਅਨਮੋਲ ਕੌਤਰਾ ਕਿਸੇ ਇਸ਼ਟ ਦੀ ਪੂਜਾ ਕਰਦਾ, ਤਾਂ ਇੱਕ ਬੰਦਾ ਉੱਠ ਕੇ ਆਇਆ ਵੀ ਹੱਥ ਫੜ ਲਿਆ ਅਨਮੋਲ ਦਾ ਵੀ ਨਹੀਂ ਤੂੰ ਕਿਵੇਂ ਪੂਜਾ ਕਰ ਰਿਹਾ, ਇਹ ਤਾਂ ਲਾਇਕ ਨਹੀਂ ਇਹਦੇ ਪੂਜਾ ਦੇ। ਕਿਉਂ? ਕਿਉਂਕਿ ਸਿਰਫ ਉਸ ਇੰਡੀਵਿਜੂਅਲ ਨੂੰ ਚੰਗਾ ਨਹੀਂ ਲੱਗ ਰਿਹਾ। ਇਹ ਉਹ ਲੌਬੀ ਆ। ਪਿੱਛੇ ਤੁਸੀਂ ਦੇਖਿਆ ਹੋਣਾ ਕਾਫੀ ਘਮਾਸਾਨ ਹੋਇਆ ਸਨਾਤਨ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਬਿਆਨਬਾਜ਼ੀ ਚੱਲੀ। ਇੱਕ ਦਾ ਬੇਟਾ ਹੈਗਾ ਸਟਾਲਿਨ ਹੈਗਾ ਇੱਥੋਂ ਕਰਨਾਟਕਾ ਤੋਂ, ਉਹਨੇ ਸੀਐਮ ਦਾ ਬੇਟਾ, ਉਹਨੇ ਕਾਫੀ ਮੂਰਖਤਾ ਭਰਿਆ ਬਿਆਨ ਦਿੱਤਾ ਵੀ ਮੈਂ ਦੇਖੋ ਜੀ, ਜਿਵੇਂ ਕਰੋਨਾ, ਮਲੇਰੀਆ ਤੇ ਡੇਂਗੂ ਨੂੰ ਖਤਮ ਕੀਤਾ ਗਿਆ, ਇਦਾਂ ਹੀ ਸਨਾਤਨ ਨੂੰ ਖਤਮ ਕਰ ਦੇਣਾ ਚਾਹੀਦਾ। ਅੱਛਾ, ਉਹਨੇ ਬਿਆਨ ਦਿੱਤਾ ਤੇ ਉਹ ਬਿਆਨ ਜਿਹੜਾ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਹਨਾ। ਤੁਸੀਂ ਉਸ ਕਿਹੜੇ ਸਨਾਤਨ ਨੂੰ ਖਤਮ ਕਰਨ ਦੀ ਗੱਲ ਕਰਦੇ ਹੋ ਜੀ? ਮੇਰਾ ਸਵਾਲ ਹੈ ਇੱਕ, ਕਿਸ ਸਨਾਤਨ ਨੂੰ ਖਤਮ ਕਰ? ਤੁਸੀਂ ਸੂਰਜ ਦਾ ਚੜ੍ਹਨਾ ਬੰਦ ਕਰ ਦਿਓਗੇ, ਜਾਂ ਸੂਰਜ ਦਾ ਛਿਪਣਾ ਬੰਦ ਕਰ ਦਿਓਗੇ, ਜਾਂ ਚੰਦਰਮਾ ਦੀ ਚਮਕ ਖਤਮ ਕਰ ਦਿਓਗੇ, ਜਾਂ ਉਹਦੀਆਂ ਜਿਹੜੀਆਂ ਵੇਵਜ਼ ਨੇ, ਜਿਹੜੀਆਂ ਕਾਸਮਿਕ ਵੇਵਜ਼ ਹੁੰਦੀਆਂ, ਜਿਹੜੀਆਂ ਅਨਾਜ ਦੇ ਵਿੱਚ ਰਸ ਪੈਦਾ ਕਰਦੀਆਂ ਨੇ, ਤੁਸੀਂ ਉਹਨੂੰ ਖਤਮ ਕਰ ਦਿਓ। ਇਹ ਸਨਾਤਨ। ਤੁਸੀਂ ਸਨਾਤਨ ਕਿਹਨੂੰ ਮੰਨਦੇ ਹੋ? ਕਿ ਸਨਾਤਨ ਸਿਰਫ ਤੁਹਾਡੇ ਜੋ ਦਿਮਾਗਾਂ ਦੇ ਵਿੱਚ ਇੱਕ ਪਰਿਭਾਸ਼ਾ ਬਣੀ, ਤੁਸੀਂ ਮਤਲਬ ਆਪਣੇ ਆਪ ਇੱਕ ਆਰਟੀਫੀਸ਼ੀਅਲ ਪਰਿਭਾਸ਼ਾ ਬਣਾਈ ਹੋਈ ਆ, ਤੁਸੀਂ ਉਹਨੂੰ ਸਨਾਤਨ ਕਹਿੰਦੇ ਹੋ? ਸਨਾਤਨ ਤਾਂ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਉਦੈ ਹੁੰਦਾ। ਤੁਹਾਡੇ ਹਿਸਾਬ ਨਾਲ ਸਨਾਤਨ ਕੀ ਹੈ ਭਾਜੀ? ਸਨਾਤਨ ਇੱਕ ਬਹੁਤ ਵੱਡਾ ਪਲੇਟਫਾਰਮ ਆ, ਇੱਕ ਐਸਾ ਪਲੇਟਫਾਰਮ ਹੈ ਜਿੱਥੇ ਪ੍ਰਮਾਤਮਾ ਨੂੰ ਹਰ ਤਰੀਕੇ ਮੰਨਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਤੁਸੀਂ ਜਿਸ ਰੂਪ ਚ, ਅੱਜ ਅਨਮੋਲ ਕੁਆਤਰਾ ਕਹਿੰਦਾ ਕਿ ਮੈਨੂੰ ਪ੍ਰਮਾਤਮਾ ਨੂੰ ਮੈਂ ਭਜਨ ਬੰਦਗੀ ਕਰਕੇ ਮੰਨਣਾ, ਤਾਂ ਸਨਾਤਨ ਕਹਿੰਦਾ ਬਿਲਕੁਲ ਪੂਰੀ ਖੁੱਲੀ ਛੁੱਟੀ ਆ ਇਸ ਚੀਜ਼ ਦੀ। ਜੇ ਅਨਮੋਲ ਕੁਆਤਰਾ ਕਹਿੰਦਾ ਕਿ ਮੈਂ ਬ੍ਰਹਮਚਾਰੀ ਹੋ ਜਾਣਾ, ਤਾਂ ਵੀ ਖੁੱਲੀ ਛੁੱਟੀ ਆ। ਜੇ ਅਨਮੋਲ ਕੁਆਤਰਾ ਕਹਿੰਦਾ ਕਿ ਮੈਂ ਸਭ ਕੁਝ ਛੱਡ ਕੇ ਜੰਗਲਾਂ 'ਚ ਬੈਠ ਜਾਣਾ ਜਾ ਕੇ, ਮੈਨੂੰ ਮੇਰੇ ਤਨ ਤੇ ਕੱਪੜੇ ਤੱਕ ਨਹੀਂ ਚਾਹੀਦੇ, ਬਸ ਉਸ ਪਰਮਾਤਮਾ ਦੀ ਭਗਤੀ ਚਾਹੀਦੀ ਹੈ, ਸਨਾਤਨ ਇਸ ਚੀਜ਼ ਦੀ ਵੀ ਆਗਿਆ ਦਿੰਦਾ। ਜੇ ਅਨਮੋਲ ਕੁਆਤਰਾ ਇਹ ਗੱਲ ਕਹਿ ਰਿਹਾ ਕਿ ਮੈਂ ਪੂਰੀ ਦੁਨੀਆ ਦੇ ਵਿੱਚ ਨੰਗੇ ਪੈਰੀ ਘੁੰਮ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਲੋਕਾਂ ਨੂੰ ਵੀ ਉਹਦੇ ਬਾਰੇ ਗਿਆਨ ਦੇਣਾ, ਇਹ ਸਨਾਤਨ। ਤੇ ਸਨਾਤਨ ਇਸ ਚੀਜ਼ ਦੀ ਇਜਾਜ਼ਤ ਦਿੰਦਾ। ਤੁਸੀਂ ਕੋਈ ਦੱਸੋ ਬਾਈ ਸਨਾਤਨ ਬਾਰੇ, ਅਸੀਂ ਸਿੱਖਣਾ ਚਾਹੁੰਦੇ ਆ। ਮੈਂ ਤਾਂ ਸਨਾਤਨ ਦੀ ਹਿਸਟਰੀ ਬਾਰੇ ਅਜੇ ਤੱਕ ਖੁਦ ਬਹੁਤ, ਅਸੀਂ ਸਟੂਡੈਂਟ ਬਣੇ ਹੋਏ ਆ ਸਨਾਤਨ ਦੇ। ਕਦੋਂ ਤੋਂ ਪੜ੍ਹ ਰਹੇ ਹੋ ਬਾਈ ਤੁਸੀਂ ਇਸ ਚੀਜ਼ ਤੇ? ਕਦੋਂ ਤੋਂ ਤੁਹਾਨੂੰ ਪੜ੍ਹਨ ਦਾ ਕਦੋਂ ਤੋਂ ਇੰਟਰਸਟ ਬਣਿਆ ਹੋਇਆ? ਮੇਰੇ ਇੱਕ ਸਾਡੇ ਬਹੁਤ ਅਜ਼ੀਜ਼ ਨੇ, ਤੇ ਉਹ ਆਸਟ੍ਰੇਲੀਆ ਤੋਂ ਵਾਪਸ ਆਏ ਸੀ। ਉਹਨਾਂ ਨੇ, ਵੱਡੇ ਭਰਾ ਹੀ ਨੇ ਸਾਡੇ, ਤੇ ਉਹਨਾਂ ਇੱਕ ਦਿਨ ਮੈਂ ਬੈਠਾ ਉਹਨਾਂ ਦੇ ਕੋਲ, 2011 ਦੀ ਗੱਲ ਆ, ਅਸੀਂ ਕਿਤੇ ਬੈਠੇ ਹੋਏ ਸੀ ਤੇ ਕੋਈ ਗੱਲ ਹੋਈ ਕਿਸੇ ਵਿਸ਼ੇ ਤੇ ਮੈਂ ਉਹਨਾਂ ਨਾਲ ਉਸ ਵਿਸ਼ੇ ਤੇ ਗੱਲ ਕੀਤੀ ਜਿੰਨੀ ਕਿ ਮੈਨੂੰ ਜਾਣਕਾਰੀ ਸੀ। ਉਹਨਾਂ ਨੇ ਮੇਰੀ ਗੱਲ ਬਹੁਤ ਠਰਮੇ ਨਾਲ ਸੁਣੀ, ਤੇ ਸੁਣ ਕੇ ਤੇ ਮੈਨੂੰ ਫਿਰ ਬਾਅਦ ਚ, ਅਸੀਂ 4-5 ਜਣੇ ਬੈਠੇ ਹੋਏ ਸੀ, ਤੇ ਮੈਨੂੰ ਬਾਅਦ ਚ ਇਕੱਲੇ ਸਾਈਡ ਤੇ ਲੈ ਕੇ ਮੈਨੂੰ ਕਹਿੰਦੇ ਵੀ ਤੈਨੂੰ ਨੌਲੇਜ ਇਕੱਠੇ ਕਰਨ ਦਾ ਜੇ ਮਤਲਬ ਇੰਨਾ ਚਾਹ ਕਹਿ ਲਓ ਜਾਂ ਸ਼ੌਕ, ਉਦੋਂ ਅਸੀਂ ਵੀ ਯੰਗ ਸੀ, 2011 ਦੀ ਗੱਲ, ਅੱਜ ਤੋਂ 12-13 ਸਾਲ ਪੁਰਾਣੀ ਗੱਲ ਹੈ, ਵੀ ਇੰਨਾ ਸ਼ੌਕ ਆ ਜਾਂ ਚਾਹ, ਤਾਂ ਇਹਨੂੰ ਸਹੀ ਤਰੀਕੇ ਇਕੱਠੀ ਕਰ। ਇਹਦੇ ਚ ਮੈਂ ਤੁਹਾਡੀ ਪਹਿਲੀ ਗੱਲ ਦਾ ਵੀ ਜਵਾਬ ਦੇ ਰਿਹਾ ਵੀ ਕਿਤਾਬਾਂ ਕਿਉਂ ਪੜ੍ਹਨੀਆਂ ਚਾਹੀਦੀਆਂ, ਔਰ ਸਹੀ ਵੇ ਕੀ ਹੈ ਬਾਈ, ਕਿਵੇਂ ਪਤਾ ਲੱਗੇ ਯੂਥ ਨੂੰ? ਜਿਵੇਂ ਹੁਣ ਤੁਸੀਂ ਦੱਸਿਆ ਕਿ ਇੱਕ ਕਿਤਾਬ ਹੈ, ਜਿਵੇਂ ਉਹ ਹਿਸਟਰੀ ਬਣ ਜਾਂਦੀ ਆਉਣ ਵਾਲੇ ਟਾਈਮ 'ਚ, ਤੇ ਅੱਜ ਕੱਲ੍ਹ ਦੇ ਜਿਹੜੇ ਕੁਝ ਲੋਕ ਨੇ, ਸ਼ਰਾਰਤੀ ਅਨਸਰ ਕਹਿ ਲਓ, ਜਿਹੜੇ ਉਹ ਕਿਤਾਬਾਂ ਨੂੰ ਉਸ ਹਿਸਾਬ ਨਾਲ ਬਣਾ ਰਹੇ ਨੇ ਕਿ ਉਹ ਆਉਣ ਵਾਲੇ ਟਾਈਮ ਤੋਂ ਮੁੱਕਣੀ ਨਹੀਂ, ਪਈ ਰਹਿਣੀ ਕਿਤੇ ਨਾ ਕਿਤੇ। ਫਿਰ ਸਹੀ ਕਿਤਾਬ ਪੜ੍ਹਨ ਦੀ ਪਛਾਣ ਕੀ ਹੋਵੇ? ਕਿਵੇਂ ਸਹੀ ਕਿਤਾਬ ਚੂਜ਼ ਕਰੀਏ? ਆਧਾਰ ਕਿਵੇਂ ਲਿਖੀ ਹੈ, ਗੱਲ ਦਾ ਆਧਾਰ ਕੀ ਆ, ਲੌਜਿਕ ਕੀ ਹੈ, ਬੇਸ, ਗੱਲ ਦਾ ਆਧਾਰ ਕੀ ਹੈ, ਕਿੱਥੋਂ ਗੱਲ ਚੱਕੀ ਗਈ। ਜੇ ਤੁਸੀਂ ਬੇਸ ਪੜੋ, ਹੁਣ ਅੱਜ ਨਾਰਮਲੀ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਈਸਟ ਨੇ ਹਨਾ, ਉਹਨਾਂ ਦੇ ਉੱਤੇ ਕਟਾਕਸ਼ ਕੀਤਾ ਜਾਂਦਾ ਹਨਾ, ਤੇ ਮੈਂ ਤਾਂ ਕਮਿਊਨਿਸਟਾਂ ਦੀ ਗੱਲ ਚੱਲਦੀ ਸੀ ਨਾ, ਇਹ ਅੱਜ ਕੱਲ੍ਹ ਇੱਕ ਵਰਡ ਬੋਲਦੇ ਆ, ਲਾਈਨ ਬੋਲਦੇ ਆ ਕਿ
ਸਭ ਤੋਂ ਪਹਿਲੇ ਕਾਮਰੇਡ ਤਾਂ ਗੁਰੂ ਨਾਨਕ ਦੇਵ ਜੀ ਸੀ। ਤੁਹਾਨੂੰ ਆਮ ਜੇ ਤੁਸੀਂ ਕਿਸੇ ਕਮਿਊਨਿਸਟ ਨੂੰ ਮਿਲੇ ਨਾ ਤਾਂ ਇਹ ਤੁਹਾਨੂੰ ਸੁਣਨ ਨੂੰ ਮਿਲੂਗੀ ਇਹਨਾਂ ਤੋਂ ਚੀਜ਼। ਕਿਸੇ ਅੱਛੇ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਨੂੰ ਫੜਿਓ, ਉਹ ਤੁਹਾਨੂੰ ਕਹੇਗਾ ਵੀ ਸਭ ਤੋਂ ਪਹਿਲਾ ਕਾਮਰੇਡ ਤਾਂ ਬਾਬਾ ਨਾਨਕ ਸੀ ਜੀ। ਉਹਦਾ ਕਾਰਨ ਕੀ ਆ? ਇਹ ਜਿਹੜੀ ਚੀਜ਼ ਨੂੰ ਬਦਲ ਨਹੀਂ ਸਕਦੇ ਉਹਨੂੰ ਆਪਣੇ ਵਿੱਚ ਰਲਾਉਣ ਦੀ ਕੋਸ਼ਿਸ਼ ਕਰਦੇ ਆ। ਸਾਨੂੰ ਕਿਤੇ ਵੀ ਸਾਡੇ ਗੁਰੂਆਂ ਨੇ, ਸਾਡੇ ਰਿਸ਼ੀਆਂ ਮੁਨੀਆਂ ਨੇ ਧਰਮ ਦਾ ਖੰਡਨ ਨਹੀਂ ਕੀਤਾ। ਸਾਡੇ ਰੀਤੀ ਰਿਵਾਜਾਂ ਦਾ, ਸਾਡੇ ਰਿਚੁਅਲਸ ਨੂੰ ਜਦੋਂ ਉਹ ਕੱਟੜਤਾ ਦਾ ਰੂਪ ਲੈ ਲੈਂਦੀਆਂ ਨੇ, ਉਸ ਚੀਜ਼ ਦਾ ਖੰਡਨ ਕੀਤਾ। ਫੋਰ ਐਗਜ਼ਾਮਪਲ ਤੁਸੀਂ ਸ਼ਿਵਲਿੰਗ ਨੂੰ ਪੂਜਾ ਕਰਦੇ ਹੋ, ਸ਼ਿਵਲਿੰਗ ਦੀ ਆਰਾਧਨਾ ਕੀਤੀ ਜਾਂਦੀ ਆ। ਉਹਦਾ ਮੂਲ ਕਾਰਨ ਕੀ ਆ? ਜਦੋਂ ਸ਼ਿਵਲਿੰਗ ਦੇ ਉੱਤੇ ਦੁੱਧ ਚੜਦਾ ਉਹਦਾ ਅਸਲ ਸਮਾਂ ਕੀ ਆ? ਦੱਸੋ। ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਨਹੀਂ, ਹਨਾ। ਤੁਸੀਂ ਦੱਸੋ ਬਾਈ ਪਲੀਜ਼, ਕਿਉਂ ਕੀਤੀ ਜਾਂਦੀ ਹੈ ਪੂਜਾ? ਤੇ ਸਾਵਣ ਦੇ ਮਹੀਨੇ ਦੇ ਵਿੱਚ 2 ਮਹੀਨੇ ਦਾ ਟਾਈਮ ਪੀਰੀਅਡ ਹੁੰਦਾ, 1.5 ਤੋਂ 2 ਮਹੀਨੇ ਦਾ। ਸਿਰਫ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੇ ਜੋਤੀਲਿੰਗ ਨੇ, ਜਿੰਨੇ 12 ਜੋਤੀਲਿੰਗ ਨੇ ਇਸ ਦੇਸ਼ ਦੇ ਵਿੱਚ, ਕੁਝ ਲੋਕ ਪੱਖ 'ਚ ਇਹ ਹੁੰਦੇ ਨੇ ਕਿ ਸਾਡੇ ਪ੍ਰਮਾਤਮਾ ਨੇ, ਅਸੀਂ ਭਾਵੇਂ ਸਾਰੀ ਜ਼ਿੰਦਗੀ ਦੀ ਕਮਾਈ ਉਹਨਾਂ ਤੇ ਲਾ ਦਈਏ, ਤੁਸੀਂ ਕੌਣ ਬੋਲਣ ਵਾਲੇ ਕਿ ਦੁੱਧ ਕਿਉਂ ਚੜਾਉਂਦੇ ਨੇ। ਤੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਉਹੀ ਦੁੱਧ ਅਗਰ ਗਰੀਬਾਂ ਦੇ ਮੂੰਹ 'ਚ ਪਾ ਦੋ ਤਾਂ ਵਧੀਆ। ਦੋਨੋਂ ਪੱਖ ਬਰਾਬਰ ਚੱਲਦੇ ਨੇ ਸਮਾਜ 'ਚ। ਮੇਰਾ ਕੀ ਪੱਖ ਹੈ ਮੈਂ ਨਹੀਂ ਬੋਲੂੰਗਾ, ਪਰ ਤੁਸੀਂ ਕੀ ਇਸ ਗੱਲ ਤੇ ਕਹਿੰਦੇ ਹੋ? ਦੇਖੋ, ਸਾਵਣ ਦਾ ਮਹੀਨਾ ਐਸਾ ਹੁੰਦਾ ਜਦੋਂ ਸਾਡੀ ਬਾਡੀ ਤੋਂ ਲੈ ਕੇ ਪੂਰੀ ਨੇਚਰ ਦੇ ਵਿੱਚ ਚੇਂਜਸ ਆਉਂਦੇ ਆ। ਉਹਦਾ ਪ੍ਰੈਕਟੀਕਲ ਕੀ ਆ? ਜਦੋਂ ਬਾਰਿਸ਼ ਹੁੰਦੀ ਆ ਤਾਂ ਬੰਜਰ ਜ਼ਮੀਨਾਂ ਵੀ ਉਪਜਾਊ ਹੋ ਜਾਂਦੀਆਂ, ਉਹ ਵੀ ਜ਼ਿਆਦਾ ਨਹੀਂ ਤਾਂ ਘਾਹ ਫੂਸ ਤਾਂ ਪੈਦਾ ਕਰਦੀਆਂ ਨੇ, ਹਨਾ। ਇਦਾਂ ਹੀ ਅਨਾਜ ਤੋਂ ਲੈ ਕੇ ਮਤਲਬ ਦੁੱਧ ਤੱਕ, ਫੁੱਲਾਂ ਫਲਾਂ ਦੇ ਵਿੱਚ, ਹਰ ਚੀਜ਼ ਦੇ ਵਿੱਚ ਚੇਂਜਸ ਆਉਂਦੇ ਆ। ਤੁਸੀਂ ਨੋਟਿਸ ਕਰਿਓ ਕਿ ਮਿੱਠੇ ਫਲ ਨੇ ਜਿਹੜੇ, ਉਹਨਾਂ ਦੇ ਵਿੱਚ ਕੀੜਾ ਪੈਦਾ ਹੋ ਜਾਂਦਾ ਸਾਉਣ ਦੇ ਮਹੀਨੇ ਦੇ ਵਿੱਚ। ਇਦਾਂ ਹੀ ਦੁੱਧ ਦਾ ਜਿਹੜਾ ਗੁੱਡ ਬੈਕਟੀਰੀਆ ਉਹ ਚੇਂਜ ਹੋ ਕੇ ਨੈਗੇਟਿਵ ਰੂਪ ਲੈ ਲੈਂਦਾ। ਉਹ ਜਦੋਂ ਸਾਡੇ ਅੰਦਰ ਜਾਂਦਾ ਨੁਕਸਾਨ ਕਰਦਾ। ਫਿਰ ਕੀ ਕੀਤਾ ਜਾਂਦਾ ਕਿ ਜਿਹੜਾ ਗਊ ਮਾਤਾ ਤੋਂ ਦੁੱਧ ਲਿਆ ਜਾਂਦਾ, ਮੈਂ ਸਿਰਫ ਇੱਥੇ ਗਊ ਮਾਤਾ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਬੰਦੇ ਦੇ ਪੀਣ ਲਾਇਕ ਜਿਹੜਾ ਦੁੱਧ ਹੈ ਉਹ ਸਿਰਫ ਦੇਸੀ ਗਾਂ ਦਾ, ਹੋਰ ਕਿਸੇ ਜੀਵ ਦਾ ਦੁੱਧ ਨਹੀਂ ਹੈਗਾ। ਠੀਕ ਹੈ ਜੀ। ਅਸੀਂ ਸਾਡੇ ਆਮ ਤੌਰ ਤੇ ਪੰਜਾਬ 'ਚ ਤਾਂ ਖਾਸ ਕਰਕੇ ਹਰਿਆਣੇ ਪੰਜਾਬ ਦੇ ਵਿੱਚ ਆਖੇ ਜੀ ਮੱਝ ਦਾ ਦੁੱਧ ਪੀ ਕੇ ਤਾਂ ਫਿਰ ਦਿਮਾਗ ਵੀ ਉਹੋ ਜਿਹੇ ਹੋ ਜਾਂਦੇ ਆ। ਠੀਕ ਆ। ਮੱਝ ਇੱਕ ਜੰਗਲੀ ਪਸ਼ੂ ਆ, ਸਿਰਫ ਦੇਸੀ ਗਾਂ, ਜਰਸੀ ਦੀ ਗੱਲ ਨਹੀਂ ਕਰਦਾ, ਦੇਸੀ ਗਾਂ ਹੈ ਜਿਹਦਾ ਦੁੱਧ ਪੀਣ ਲਾਇਕ ਹੈ। ਤੇ ਉਹ ਦੁੱਧ ਵੀ ਜਿਹੜੇ ਸਾਉਣ ਦੇ 2 ਮਹੀਨੇ ਹੁੰਦੇ ਆ, ਉਹਦੇ ਵਿੱਚ ਚੇਂਜਸ ਆਉਂਦੇ, ਉਹਦੇ ਕਰਕੇ 12 ਜੋਤੀਲਿੰਗ ਨੇ ਸਿਰਫ ਉਹਨਾਂ ਦੇ ਚੜਦਾ। ਹੁਣ ਤਾਂ ਕਹਿ ਲਓ ਵੀ ਹਰ ਪਿੰਡ ਦੇ ਵਿੱਚ, ਹਰ ਘਰ ਦੇ ਵਿੱਚ ਜਿੱਥੇ ਦੇਖੋ ਤੁਸੀਂ ਮੰਦਿਰ ਹੈਗੇ ਆ, ਹਨਾ। ਤੇ ਕਿਉਂਕਿ ਜਿਵੇਂ ਸਮਾਂ ਵੱਧਦਾ ਗਿਆ ਤੇ ਅੱਗੇ ਵੱਧ ਰਿਹਾ ਤੇ ਉਵੇਂ ਫੈਸਿਲਿਟੇਟ ਜ਼ਿਆਦਾ ਹੁੰਦੇ ਜਾ ਰਹੇ ਆ ਤੇ ਲੌਜਿਕ ਖਤਮ ਹੋ ਗਿਆ, ਕਾਰਨ ਖਤਮ ਹੋ ਗਏ, ਮੂਲ ਖਤਮ ਹੋ ਗਿਆ, ਹਨਾ। ਉਵੇਂ ਵਿਰੋਧ ਸ਼ੁਰੂ ਹੋ ਗਏ ਤੇ ਉਹ ਦੁੱਧ ਹੈ ਜਿਹੜਾ ਹੁਣ ਉਹ ਨੁਕਸਾਨ ਕਰੇਗਾ ਸਰੀਰ ਦਾ। ਠੀਕ ਹੈ। ਤਾਂ ਉਹ ਫਿਰ ਪ੍ਰਭੂ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ ਜਾਂਦਾ, ਉਹਦੇ ਨਾਲ ਨਵਾਇਆ ਜਾਂਦਾ ਕਿਉਂਕਿ ਨਹਾਉਣ ਲਈ ਉਹ ਦੁੱਧ ਚੰਗਾ ਹੋ ਜਾਂਦਾ, ਵਧੀਆ ਹੋ ਜਾਂਦਾ। ਹੁਣ ਮੈਂ ਛੋਟੀ ਜਿਹੀ ਚੀਜ਼ ਤੁਹਾਨੂੰ ਦੱਸਦਾ, ਮੈਂ ਕਦੇ ਸਾਬਣ ਨਾਲ ਨਹੀਂ ਨਹਾਉਂਦਾ, ਮੈਂ ਗਾਂ ਦੇ ਦੁੱਧ ਨਾਲ ਨਹਾਉਣਾ ਰੋਜ਼। ਹਾਂ, ਠੀਕ ਹੈ। 4 ਚਮਚੇ ਦੁੱਧ ਤੇ 1 ਕਟੋਰੀ ਪਾਣੀ, ਉਹਨੂੰ ਮਿਕਸ ਕਰਕੇ ਨਹਾਓ ਤੇ ਕੋਈ ਪ੍ਰੋਬਲਮ ਨਹੀਂ। ਤਾਂ ਹੀ ਨੂਰ ਆ ਬਈ ਇਹਨਾਂ ਤੁਹਾਡੇ ਤੇ। ਕੱਲ ਤੋਂ ਹੀ ਮਮਾ ਸ਼ੁਰੂ ਕਰ ਦੋ ਮੇਰੀ ਕੌਲੀ 'ਚ ਦੁੱਧ ਦੇਣਾ। ਤੇ ਪਰ ਦੇਸੀ ਗਾਂ ਦਾ ਹੋਵੇ, ਹੋਰ ਕਿਸੇ ਜਾਨਵਰ ਦਾ ਨਹੀਂ। ਦੇਸੀ ਗਾਂ ਵੀ ਰੱਖੀਆਂ ਬਈ ਅਸੀਂ ਘਰੇ, ਬਸ ਠੀਕ ਹੈ। ਤੇ ਹੁਣ ਉਹ ਚੀਜ਼ ਦਾ ਲੌਜਿਕ ਖਤਮ ਹੋ ਗਿਆ, ਉਹ ਸਿਰਫ ਇੱਕ ਸੀਮਤ ਹੋ ਗਿਆ ਉਹ ਪੂਜਾ ਤੱਕ, ਆਰਾਧਨਾ ਤੱਕ। ਤੇ ਉਹ ਆਰਾਧਨਾ ਕਰਦੇ ਉਹਨੇ ਕੱਟੜਤਾ ਦਾ ਰੂਪ ਲੈ ਲਿਆ ਵੀ ਮੈਂ ਤਾਂ ਕਰਾਂਗਾ ਯਾਰ, ਮੈਨੂੰ ਰੋਕ ਲਓ ਤੁਸੀਂ, ਮੈਂ ਨਹੀਂ ਰੋਕਦਾ, 12 ਮਹੀਨੇ ਕਰਾਂਗਾ, ਠੀਕ ਹੈ ਨਾ, ਮੈਂ ਤਾਂ 12 ਮਹੀਨੇ ਕਰਾਂਗਾ, ਹਨਾ। ਤੇ ਉਹ ਫਿਰ ਚੜਨਾ ਵੀ ਜੋਤੀਲਿੰਗਾਂ ਦੇ ਉੱਤੇ ਆ। ਹੁਣ ਉਹਨਾਂ ਦੀ એનર્ਜੀ ਇੰਨੀ ਕੁ ਵੱਧ ਜਾਂਦੀ ਆ ਉਸ ਟਾਈਮ ਦੇ ਵਿੱਚ ਜਦੋਂ ਜੋਤੀਲਿੰਗ ਦੇ ਉੱਤੇ ਚੜਦਾ। ਵੈਸੇ ਤਾਂ ਸ਼ਿਵਲਿੰਗ ਦੇ ਉੱਤੇ ਸਾਰਾ ਸਾਲ ਹੀ ਦੁੱਧ ਚੜਦਾ ਉਹਨਾਂ ਦੇ, ਜਿਹੜੇ 12 ਜੋਤੀਲਿੰਗ ਨੇ, ਠੀਕ ਹੈ ਨਾ। ਉਸ ਸਮੇਂ ਦੇ ਵਿੱਚ ਉਹਨਾਂ ਦੀ એનર્ਜੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਉਸ એનર્ਜੀ ਨੂੰ ਜਿਹੜੇ ਉਹ ਪਰਮਾਣੂ ਰਿਐਕਟਰ ਦੇ ਬਰਾਬਰ ਹੋ ਜਾਂਦੀ ਆ, ਜੋ ਸਾਇੰਸ ਕਹਿੰਦੀ ਆ, ਜੋ ਸਾਇੰਸ ਦੀ ਖੋਜ ਅੱਜ ਦੀ ਡੇਟ 'ਚ ਕਹਿੰਦੀ ਆ। ਤੇ ਉਹਨੂੰ ਸ਼ਾਂਤ ਕਰਨ ਵਾਸਤੇ ਉੱਥੇ ਦੁੱਧ, ਭਸਮ, ਇਹ ਚੀਜ਼ਾਂ ਚੜਾਈਆਂ ਜਾਂਦੀਆਂ। ਹੁਣ ਇਹ ਜਦੋਂ ਆਮ ਜ਼ਿੰਦਗੀ ਦੇ ਵਿੱਚ ਆ ਗਈ, ਹਨਾ। ਦੇਖੋ, ਧਰਮ ਕੋਈ ਵੀ ਆ, ਜਦੋਂ ਉਹਦੇ ਵਿੱਚ ਕੱਟੜਤਾ ਆ ਜਾਂਦੀ ਆ ਤਾਂ ਉਹਦੇ ਤੋਂ ਦੂਰੀ ਬਣਨੀ ਸ਼ੁਰੂ ਹੋ ਜਾਂਦੀ। ਲੋਕ ਮਾਨਤਾ ਤਾਂ ਸ਼ਾਇਦ ਰਹਿ ਸਕਦੀ ਆ, ਪਰ ਉਹ ਦੂਰੀ ਇਸ ਕਦਰ ਬਣਨੀ ਸ਼ੁਰੂ ਹੋ ਜਾਂਦੀ ਵੀ ਉਹਦਾ ਵਿਰੋਧ ਸ਼ੁਰੂ ਹੋ ਜਾਂਦਾ। ਉਹੀ ਸਾਡੇ ਨਾਲ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਜੇ ਖੰਡਨ ਕੀਤਾ, ਧਰਮ ਦਾ ਖੰਡਨ ਨਹੀਂ ਕੀਤਾ ਉਹਨਾਂ ਨੇ। ਗੁਰੂ ਨਾਨਕ ਪਾਤਸ਼ਾਹ ਨੇ ਕਾਹਦਾ ਖੰਡਨ ਕੀਤਾ ਸੀ? ਉਹਨਾਂ ਨੇ ਖੰਡਨ ਕੀਤਾ ਉਸ ਸਮੇਂ ਦੀ ਕੱਟੜਤਾ ਦਾ। ਉਸ ਸਮੇਂ ਕਿਹੜੀ ਕੱਟੜਤਾ ਸੀ? ਦੇਖੋ, ਉਸ ਸਮੇਂ ਇੱਕ ਪਾਸੇ ਤਾਂ ਅਸੀਂ ਜੂਝ ਰਹੇ ਸੀ ਮੁਗਲਾਂ ਦੇ ਅਟੈਕਸ ਤੋਂ, ਹਨਾ। ਦੂਸਰੇ ਪਾਸੇ ਜਿਹੜੇ ਸਾਡੇ ਧਾਰਮਿਕ ਆਗੂ ਸੀ ਉਹ ਸਾਨੂੰ ਲੈ ਕੇ ਇੱਕ ਸਾਈਡ ਤੇ ਖੜੇ ਹੋ ਗਏ ਸੀ ਵੀ ਨਹੀਂ ਈਸ਼ਵਰ ਆਪ ਹੀ ਕਰੇਗਾ। ਸਾਨੂੰ ਕਰਮ ਦੀ ਆਜ਼ਾਦੀ ਦਿੱਤੀ, ਸ਼ਾਸਤਰਾਂ ਨੇ ਸਾਨੂੰ ਕਰਮ ਦੀ ਆਜ਼ਾਦੀ ਦਿੱਤੀ ਹੈ ਵੀ ਤੁਸੀਂ ਹੋਰ ਕਿਸੇ ਜੀਵ ਜੰਤੂ ਨੂੰ 84 ਲੱਖ ਜੂਨਾਂ ਦੇ ਵਿੱਚ ਕਿਸੇ ਜੀਵ ਜੰਤੂ ਨੂੰ ਕਰਮ ਦੀ ਆਜ਼ਾਦੀ ਨਹੀਂ, ਸਿਰਫ ਬੰਦੇ ਨੂੰ ਛੱਡ ਕੇ, ਠੀਕ ਹੈ ਨਾ। ਗੁਰਬਾਣੀ ਚਾਹੁੰਦਾ 184 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ, ਹਨਾ। 84 ਲੱਖ ਜੁਨੀਆਂ ਭੁਗਤ ਕੇ ਅਸੀਂ, ਤੇ ਆਖਰੀ ਪੌੜੀ, ਆਖਰੀ ਸਟੈਪ ਹੈ ਇਹ ਜਿੱਥੇ ਖੜੇ ਹਾਂ। ਜੇ ਇੱਥੇ ਵੀ ਅਸੀਂ ਮਤਲਬ ਕਰਮ ਤੋਂ ਰਹਿਤ ਹੋ ਗਏ, ਠੀਕ ਆ, ਸਾਰਾ ਕੁਝ ਛੱਡ ਛਡਾ ਕੇ ਬਸ ਆਪਣੇ ਆਪ ਤੱਕ ਸੀਮਤ ਹੋ ਗਏ, ਤਾਂ ਫਿਰ ਦੁਬਾਰਾ ਡਿੱਗਿਆ ਤਾਂ ਫਿਰ 84 ਦੇ ਗੇੜ 'ਚ ਪਏਗਾ। ਤੇ ਉਹ ਜਦੋਂ ਉਹ ਸਮੇਂ ਦੇ ਵਿੱਚ, ਚਾਹੇ ਕਿਸੇ ਗੱਲ ਕੱਲੀ ਗੁਰੂ ਨਾਨਕ ਪਾਤਸ਼ਾਹ ਦੀ ਨਹੀਂ ਹੈਗੀ, ਤੁਸੀਂ ਕਿਸੇ ਸਮੇਂ ਤੇ ਵੀ ਨਿਗਾਹ ਮਾਰ ਲਓ, ਚਾਹੇ ਭਗਵਾਨ ਰਾਮ ਆਏ, ਠੀਕ ਹੈ ਨਾ, ਸਤਯੁਗ ਤੇ ਮਾਨਿਓ ਛਲਿਓ ਬਲਬਾਵਨ ਭਾਇਓ। ਸਤਯੁਗ ਦੇ ਵਿੱਚ ਬਲਬਾਵਨ ਦੇ ਰੂਪ ਦੇ ਵਿੱਚ ਭਗਵਾਨ ਨੇ ਧਰਤੀ ਦੇ ਉੱਤੇ, ਵੀਰੇ ਸਭ ਤੋਂ ਪਹਿਲਾਂ ਭਗਵਾਨ ਕਿਹੜੇ ਰੂਪ ਦੇ ਵਿੱਚ ਆਏ ਸੀ? ਬਲਬਾਵਨ ਦੇ ਰੂਪ ਦੇ ਵਿੱਚ। ਪ੍ਰਭੂ ਰਾਮ ਦੇ ਰੂਪ 'ਚ? ਨਹੀਂ, ਪ੍ਰਭੂ ਰਾਮ ਨਹੀਂ, ਬਲਬਾਵਨ ਦੇ ਰੂਪ ਦੇ ਵਿੱਚ ਜਦੋਂ ਧਰਤੀ ਦੇ ਉੱਤੇ ਆਏ ਆ, ਜਦੋਂ ਰਾਜੇ ਬਲੀ ਦਾ ਉਧਾਰ ਕੀਤਾ, ਠੀਕ ਹੈ ਨਾ। ਤੇ ਵੈਸੇ ਤਾਂ ਜੋ ਸ਼ਾਸਤਰਾਂ ਦੇ ਮੁਤਾਬਕ 24 ਅਵਤਾਰ ਗਿਣੇ ਜਾਂਦੇ ਆ, 10 ਸਿੱਧੇ ਅਵਤਾਰ, ਜਿਨ੍ਹਾਂ ਚੋਂ ਆਖਰੀ ਕਲਕੀ ਅਵਤਾਰ ਮੰਨਿਆ ਜਾਂਦਾ ਜਿਹੜਾ ਹਜੇ ਹੋਣਾ, ਤੇ ਜਿਹੜੇ 14 ਨੇ ਉਹ ਅੰਸ਼ ਅਵਤਾਰ ਨੇ। ਮਹਾਤਮਾ ਬੁੱਧ ਨੂੰ ਜਿਹੜੇ ਲਾਸਟ ਅੰਸ਼ ਅਵਤਾਰ ਮੰਨਿਆ ਗਿਆ, ਉਹਨਾਂ ਤੋਂ ਬਾਅਦ ਕਲਕੀ ਅਵਤਾਰ ਦਾ ਸਮਾਂ। ਤੇ ਉਹ ਸਮਾਂ ਵੀ ਜਦੋਂ ਆਣਾ ਤਾਂ ਸ਼ਾਸਤਰ ਕਹਿੰਦੇ ਆ ਵੀ ਉਹ ਸਿੱਧਾ
ਪ੍ਰਗਟ ਹੀ ਹੋਣਾ। ਠੀਕ ਆ, ਕਲਕੀ ਅਵਤਾਰ ਮਤਲਬ ਹਾਂ। ਭਗਵਾਨ ਜੀ ਆਣਗੇ ਦੁਨੀਆ ਤੇ ਬਿਲਕੁਲ ਜਿਵੇਂ ਪ੍ਰਭੂ ਰਾਮ ਆਏ ਸੀ, ਗੁਰੂ ਨਾਨਕ ਦੇਵ ਜੀ ਆਏ ਸੀ। ਉਹ ਕਹਿੰਦੇ ਸਤਿਯੁਗ ਤੇ ਮਾਨਿਓ ਛਲਿਓ ਬਲਵਾਬ ਨੂੰ ਖਾਇਓ। ਰਾਜੇ ਬਲੀ ਦਾ ਜਿੱਥੋਂ ਰੱਖੜੀ ਦਾ ਤਿਉਹਾਰ ਵੀ ਜਿਹਨਾਂ ਤੋਂ ਸ਼ੁਰੂ ਹੋਇਆ, ਰਾਜਾ ਬਲੀ ਜਦੋਂ ਇਸ ਸਾਰੇ ਮਤਲਬ ਸੰਸਾਰ ਨੂੰ ਜਿੱਤਣ ਤੋਂ ਬਾਅਦ ਤੇ ਪਤਾਲ ਤੇ ਮਾਤਲੋਕ ਨੂੰ ਜਿੱਤਣ ਤੋਂ ਬਾਅਦ ਉਹਨਾਂ ਨੇ ਇੱਕ ਯੱਗ ਕੀਤਾ। ਉਹ ਯੱਗ ਦੇ ਨਾਲ ਕਹਿੰਦੇ ਇੰਦਰ ਦਾ ਸਿੰਘਾਸਨ ਹਿੱਲ ਗਿਆ ਤੇ ਉਹ ਜਾ ਕੇ ਵਿਸ਼ਨੂੰ ਭਗਵਾਨ ਕੋਲ ਖੜਾ ਹੋ ਗਿਆ ਵੀ ਮਹਾਰਾਜ ਕੁਛ ਕਰੋ ਇਹਦਾ ਹੱਲ, ਨਹੀਂ ਤਾਂ ਇਹ ਮੇਰੇ ਸਿੰਘਾਸਨ ਤੇ ਵੀ ਆ ਕੇ ਬਹਿ ਜਾਣਾ ਨੇ। ਹੈ ਉਹ ਤੋਂ ਹੈ ਰਾਖਸ਼ਾਂ ਦਾ ਰਾਜਾ, ਤੇ ਉਹ ਕਹਿੰਦੇ ਵੀ ਮੈਂ ਕੀ ਕਰਾਂ, ਉਹਨੇ ਕਿਹੜਾ ਕੋਈ ਗਲਤੀ ਕੀਤੀ ਹੈ। ਉਹ ਕਹਿੰਦੇ ਵੀ ਤੁਸੀਂ ਇਹਨੂੰ ਗਲਤੀ ਕਰਾਓ ਇਹਦੇ ਤੋਂ। ਉਹ ਕਹਿੰਦੇ ਮੈਂ ਹੁਣ ਕੀ ਗਲਤੀ ਕਰਾਵਾਂ, ਕਹਿੰਦੇ ਜੇ ਤਾਂ ਹੁਣ ਤੁਸੀਂ ਜਾਣਦੇ ਹੋ ਤੁਸੀਂ ਦੇਖੋ। ਤੇ ਉਹ ਜਦੋਂ ਕਹਿੰਦੇ ਉਹ ਯੱਗ ਕਰਨ ਲੱਗਾ, ਉਹ ਯੱਗ ਦਾ ਉਹ ਕਹਿੰਦੇ ਬਸ ਇਹਦਾ ਯੱਗ ਨਹੀਂ ਸੰਪੂਰਨ ਹੋਣ ਦੇਣਾ। ਤੇ ਜਿਹੜੇ ਰਾਖਸ਼ਾਂ ਦੇ ਗੁਰੂ ਸੀ ਤੇ ਉਹਨਾਂ ਨੇ ਰਾਜੇ ਬਲੀ ਨੂੰ ਕਿਹਾ, ਕਹਿੰਦੇ ਵੀ ਤੂੰ ਜੋ ਮਰਜ਼ੀ ਹੋ ਜੇ ਇਸ ਯੱਗ ਦੇ ਵਿੱਚ ਵਿਘਨ ਪਾਉਣ ਲਈ ਸਵੈਮ ਪ੍ਰਮਾਤਮਾ ਧਰਤੀ ਤੇ ਆਏਗਾ ਤੇ ਤੂੰ ਯੱਗ ਦੇ ਵਿੱਚੋਂ ਉੱਠਣਾ ਨਹੀਂ, ਕਿਉਂਕਿ ਉਹਦਾ ਸਿਸਟਮ ਇਹ ਹੁੰਦਾ ਵੀ ਉਹ ਯੱਗ ਦੇ ਵਿੱਚੋਂ ਤੁਸੀਂ ਉੱਠ ਨਹੀਂ ਸਕਦੇ। ਉਹ ਇੱਕ ਵਾਰੀ ਖੰਡਿਤ ਹੋ ਗਿਆ ਤਾਂ ਦੁਬਾਰਾ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਉਹਨੂੰ ਕਰ ਨਹੀਂ ਸਕਦੇ। ਤੇ ਉਹ ਕਹਿੰਦੇ ਮਹਾਰਾਜ ਵੀ ਜੇ ਹੁਣ ਭਗਵਾਨ ਹੀ ਮੰਗਣ ਆ ਗਿਆ ਮੇਰੇ ਦਰ ਤੋਂ, ਉਹੀ ਆ ਕੇ ਖੜਾ ਹੋ ਗਿਆ ਤਾਂ ਮੈਂ ਕਿਵੇਂ ਨਾ ਉੱਠਾਂ। ਤੇ ਕਿਉਂਕਿ ਅੰਦਰ ਇੱਕ ਹੈ ਤਾਂ ਰਾਖਸ਼ ਸੀ, ਪਰ ਅੰਦਰ ਇੱਕ ਬਿਰਤੀ ਸੀ, ਜਿਹੜੀ ਪ੍ਰਵਿਰਤੀ ਸੀ ਉਹ ਥੋੜੀ ਭਗਤੀ ਭਾਵ ਵਾਲੀ ਹੈਗੀ ਸੀ। ਉਹ ਕਹਿੰਦੇ ਜਦੋਂ ਬਲਬਾਵਨ ਦੇ ਰੂਪ ਦੇ ਵਿੱਚ, ਇੱਕ ਬੌਣੇ ਦੇ ਰੂਪ ਦੇ ਵਿੱਚ, ਸਾਧੂ ਦੇ ਰੂਪ ਦੇ ਵਿੱਚ ਮਹਾਰਾਜ ਆਏ, ਵਿਸ਼ਨੂੰ ਭਗਵਾਨ ਖੁਦ ਆਏ, ਆ ਕੇ ਜਦੋਂ ਖੜੇ ਹੋ ਗਏ, ਆ ਕੇ ਦਵਾਰਪਾਲ ਨੇ ਆ ਕੇ ਕਿਹਾ ਚੱਲਦੇ, ਕਹਿੰਦਾ ਮਹਾਰਾਜ ਵੀ ਭਿਕਸ਼ਾ ਮੰਗਣ ਆਇਆ ਇੱਕ ਭਿਕਸ਼ੂ। ਕਿਉਂਕਿ ਸਾਡੀ ਸੰਸਕ੍ਰਿਤੀ ਇਹ ਕਹਿੰਦੀ ਹੈ ਵੀ ਜਦੋਂ ਕੋਈ ਭਿਕਸ਼ਕ ਆ ਗਿਆ ਦਰਵਾਜ਼ੇ ਦੇ ਉੱਤੇ ਤਾਂ ਤੁਸੀਂ ਜੋ ਮਰਜ਼ੀ ਕਰਦੇ ਹੋ, ਜਿੰਨੇ ਮਰਜ਼ੀ ਵਿਅਸਤ ਹੋ, ਸਾਰਾ ਕੁਝ ਛੱਡ ਕੇ ਪਹਿਲਾਂ ਉਹਨੂੰ ਖੈਰ ਪਾਓ। ਤੇ ਉਹ ਕਹਿੰਦੇ ਵੀ ਸ਼ੁਕਰਾਚਾਰਿਆ ਨੇ ਰੁਕਿਆ ਵੀ ਤਾਂ ਉੱਠ ਕੇ ਚਲੇ ਗਏ। ਜਾ ਕੇ ਜਦੋਂ ਖੜੇ ਹੁੰਦੇ ਆ ਤੇ ਉਹ ਕਹਿੰਦਾ ਕਹਿੰਦਾ ਮੈਨੂੰ ਪਤਾ ਤੂੰ ਵਿਸ਼ਨੂੰ ਆ। ਤੇ ਕਹਿੰਦਾ ਜੇ ਪਤਾ ਤਾਂ ਫਿਰ ਕਹਿੰਦੇ ਜੋ ਮੈਂ ਮੰਗਣ ਆਇਆ ਤਾਂ ਦੇ ਦੇ। ਉਹ ਕਹਿੰਦਾ ਹੁਣ ਜਦੋਂ ਵਿਸ਼ਨੂੰ ਹੀ ਮੰਗਣ ਆ ਗਿਆ ਕਹਿੰਦਾ ਮੇਰੇ ਦਰ ਤੇ, ਕਹਿੰਦਾ ਮੈਨੂੰ ਹੋਰ ਕੀ ਚਾਹੀਦਾ, ਕਹਿੰਦਾ ਦੱਸ ਕੀ ਚਾਹੀਦਾ। ਭਗਵਾਨ ਵਿਸ਼ਨੂੰ ਕਹਿੰਦੇ ਮੈਨੂੰ 2.5 ਪੱਗ ਜਗ੍ਹਾ ਚਾਹੀਦੀ, ਜ਼ਮੀਨ ਚਾਹੀਦੀ। ਉਹ ਕਹਿੰਦਾ ਐਡਾ ਮੇਰਾ ਸਾਮਰਾਜ ਆ, ਸਾਰੀ ਧਰਤੀ ਮੇਰੀ, ਤੂੰ ਨਾਪ ਲਾ। ਉਹ ਕਹਿੰਦੇ ਜਦੋਂ ਉਹਨਾਂ ਨੇ ਵਿਰਾਟ ਰੂਪ ਕੀਤਾ ਤੇ ਇੱਕ ਪੈਰ ਦੇ ਵਿੱਚ ਸਾਰੀ ਧਰਤੀ ਤੇ ਪਤਾਲ ਨਾਪ ਲਿਆ, ਸਾਰਾ ਬ੍ਰਹਿਮੰਡ ਨਾਪ ਲਿਆ ਦੂਜੇ ਤੇ ਕਹਿੰਦੇ ਹੁਣ ਅੱਧਾ ਕਦਮ ਕਿੱਥੇ ਰੱਖਾਂ। ਤਾਂ ਉਹ ਦੋਨੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੇਰੇ ਕਹਿੰਦਾ ਸਿਰ ਤੇ ਰੱਖੋ, ਕਹਿੰਦਾ ਇੱਥੇ ਰੱਖੋ, ਮਤਲਬ ਮੇਰਾ ਹੰਕਾਰ ਤੋੜ ਦਿਓ। ਉਹ ਫਿਰ ਜਦੋਂ ਪ੍ਰਭੂ ਖੁਸ਼ ਹੋਇਆ, ਕਹਿੰਦਾ ਜਦੋਂ ਪ੍ਰਭੂ ਖੁਸ਼ ਹੁੰਦਾ ਤਾਂ ਫਿਰ ਉਹ ਸਾਰੇ ਦਵਾਰ ਖੋਲ ਦਿੰਦਾ। ਉਹ ਜਦੋਂ ਖੁਸ਼ ਹੋਏ ਉਹ ਕਹਿੰਦੇ ਮੰਗ ਕੀ ਮੰਗਦਾ। ਉਹ ਕਹਿੰਦਾ ਮੇਰਾ ਦਵਾਰਪਾਲ ਬਣ ਕੇ ਖੜ ਜਾ, ਕਹਿੰਦਾ ਜਦੋਂ ਮੇਰਾ ਮਨ ਕਰੇ ਮੈਂ ਤੈਨੂੰ ਆਵਾਜ਼ ਮਾਰਾਂ ਦਰਸ਼ਨ ਕਰਨ ਨੂੰ, ਕਹਿੰਦਾ ਮੈਂ ਤੇਰੇ ਦਰਸ਼ਨ ਕਰ ਸਕਦਾ। ਉਹ ਕਹਿੰਦੇ ਠੀਕ ਹੈ ਭਾਈ, ਹੁਣ ਭਗਤ ਨੇ ਮੰਗਿਆ ਪਰਮਾਤਮਾ ਦਾ ਤਾਂ ਦੇਣਾ ਹੀ ਪੈਣਾ ਉਹਨੂੰ। ਤਾਂ ਦਵਾਰਪਾਲ ਬਣ ਕੇ ਖੜ ਗਏ। ਜਦੋਂ ਦਵਾਰਪਾਲ ਬਣ ਕੇ ਖੜੇ ਕਾਫੀ ਲੰਬਾ ਸਮਾਂ ਨਿਕਲ ਗਿਆ ਤੇ ਨਾਰਦ ਮੁਨੀ ਜਿਹੜੇ ਦੇਵ ਰਿਸ਼ੀ ਸੀ ਉਹ ਇੱਕ ਦਿਨ ਉੱਤੇ ਗਏ ਪੁਰੀ ਦੇ ਵਿੱਚ ਤੇ ਵੈਕੁੰਠ ਗਏ ਤੇ ਉੱਥੇ ਮਾਤਾ ਲక్ష్ਮੀ ਨੂੰ ਪੁੱਛਿਆ ਵੀ ਪ੍ਰਭੂ ਕਿੱਥੇ ਨੇ, ਉਹ ਦਿਖ ਨਹੀਂ ਰਹੇ। ਤੇ ਉਹ ਕਹਿੰਦੇ ਵੀ ਉਹ ਤਾਂ ਗਏ ਹੋਏ ਆ ਕਿਤੇ ਕੰਮ। ਉਹ ਗਏ ਨਹੀਂ ਹੋਏ, ਕਹਿੰਦਾ ਨਾਰਦ ਜੀ ਕਹਿੰਦੇ ਉਹ ਥੱਲੇ ਕਹਿੰਦਾ ਰਾਖਸ਼ਾਂ ਦਾ ਰਾਜਾ ਬਲੀ, ਉਹਨੇ ਕਹਿੰਦਾ ਉਹਨੂੰ ਦੂਜਾ ਕੈਦ ਕਰਕੇ ਰੱਖਿਆ ਹੋਇਆ। ਤੇ ਹੁਣ ਮਾਤਾ ਲక్ష్ਮੀ ਉਹ ਕਹਿੰਦੇ ਵੀ ਕੈਦ ਕਰਕੇ ਰੱਖਿਆ, ਕਹਿੰਦੇ ਫੇਰ ਹੁਣ ਕੀ ਕਰੀਏ, ਕਹਿੰਦੇ ਹੁਣ ਛਡਾ ਕੇ ਲਿਆਣਾ ਪੈਣਾ ਮਾਤਾ, ਚੱਲ ਚੱਲੀਏ ਦੋਨੇ ਜਣੇ। ਤੇ ਕਹਿੰਦੇ ਵੀ ਕਿਵੇਂ ਛਡਾਵਾਂਗੇ, ਕਹਿੰਦੇ ਵੀ ਤੂੰ ਐਂ ਕਰੀ ਵੀ ਇੱਕ ਸੁੰਦਰ ਇਸਤਰੀ ਦਾ ਰੂਪ ਧਾਰਨ ਕਰ ਲਾ, ਉਹ ਤੈਨੂੰ ਦੇਖ ਕੇ ਰਾਜਾ ਦੇਖ ਕੇ ਤੈਨੂੰ ਮੋਹਿਤ ਹੋ ਜਾਏਗਾ। ਜਦੋਂ ਮੋਹਿਤ ਹੋਇਆ ਤਾਂ ਤੂੰ ਫਿਰ ਆਪਣਾ ਜਿਹੜਾ ਚੰਡੀ ਸਵਰੂਪ ਆ ਉਹ ਲੈ ਕੇ ਤੇ ਚੜਾਈ ਕਰਦੀ ਉਹਦੇ ਤੇ। ਮਾਤਾ ਕਹਿੰਦੇ ਠੀਕ ਆ। ਜਦੋਂ ਪਹੁੰਚੇ ਕਹਿੰਦੇ ਭਰੇ ਦਰਬਾਰ ਦੇ ਵਿੱਚ ਜਦੋਂ ਜਾ ਕੇ ਖੜੇ ਹੋਏ ਰਾਜੇ ਬਲੀ ਨੇ ਮਾਤਾ ਦੇ ਚਰਨਾਂ ਵੱਲ ਦੇਖਿਆ, ਕਹਿੰਦਾ ਇੰਨੇ ਸੁੰਦਰ ਚਰਨ ਤਾਂ ਮੇਰੀ ਮਾਂ ਦੇ ਹੀ ਹੋ ਸਕਦੇ ਆ, ਜੋ ਇੱਕ ਮੇਰੀ ਭੈਣ ਦੇ ਹੀ ਹੋ ਸਕਦੇ ਆ, ਜੋ ਮੇਰੀ ਮਾਂ ਸਵਰੂਪ ਆ। ਤੇ ਉਹ ਹੁਣ ਜਦੋਂ ਇੰਨੀ ਗੱਲ ਕਹੀ ਉਹ ਕਹਿੰਦੇ ਫਿਰ ਤੇਰੀ ਭੈਣ ਆ ਭਾਈ ਇਹ ਦੁੱਖ ਚ ਆ। ਉਹ ਕਹਿੰਦਾ ਮੇਰੀ ਭੈਣ ਹੋਵੇ, ਚੱਕਰਵਰਤੀ ਸਮਰਾਟ ਦੀ ਭੈਣ ਹੋਵੇ, ਕਿਉਂਕਿ ਰਾਖਸ਼ਾਂ ਦਾ ਰਾਜਾ ਸੀ ਨਾ, ਥੋੜੀ ਹਉਮੈ ਤਾਂ ਅੰਦਰ ਹੈਗੀ ਸੀ ਅਜੇ, ਉੱਤੋਂ ਰੱਬ ਨੂੰ ਦਵਾਰਪਾਲ ਬਣਾ ਕੇ ਖੜਾਇਆ ਹੋਇਆ ਸੀ। ਉਹ ਕਹਿੰਦਾ ਮੇਰੀ ਕਹਿੰਦਾ ਚੱਕਰਵਰਤੀ ਸਮਰਾਟ ਦੀ ਕਹਿੰਦਾ ਭੈਣ ਹੋਵੇ ਤੇ ਕਹਿੰਦਾ ਦੁੱਖ ਚ ਹੋਵੇ, ਕਹਿੰਦਾ ਦੱਸ ਤੈਨੂੰ ਕੀ ਦੁੱਖ ਆ, ਕਹਿੰਦਾ ਮੈਂ ਤੇਰਾ ਦੁੱਖ ਦੂਰ ਕਰਾਂਗਾ, ਤੇਰਾ ਭਰਾ ਬੈਠਾ। ਤਾਂ ਮਾਤਾ ਕਹਿੰਦੀ ਵੀ ਮੈਨੂੰ ਭਾਈ ਮੇਰੇ ਪਤੀ ਨੂੰ ਕਿਸੇ ਨੇ ਬੰਦੀ ਬਣਾ ਲਿਆ, ਇੱਥੇ ਹੀ ਬੰਦੀ ਬਣਾਇਆ ਤੇਰੇ ਦਰਬਾਰ ਚ। ਉਹ ਕਹਿੰਦਾ ਤੇਰੇ ਪਤੀ ਨੂੰ ਬੰਦੀ ਬਣਾਇਆ, ਕਹਿੰਦਾ ਦੱਸ ਕੌਣ ਆ, ਹੁਣੇ ਕਹਿੰਦਾ ਤੈਨੂੰ ਛਡਾਣਾ ਤੇ ਮੈਂ ਉਹਨੂੰ ਸਜ਼ਾ ਦੇਣਾ ਬੰਦੀ ਬਣਾਉਣ। ਕਹਿੰਦੀ ਤੂੰ ਬਣਾਇਆ। ਉਹ ਕਹਿੰਦਾ ਮੈਂ ਕਿਵੇਂ ਬਣਾਇਆ। ਉਹ ਕਹਿੰਦੀ ਉਹ ਜਿਹੜਾ ਬਾਹਰ ਦਵਾਰਪਾਲ ਖੜਾ ਕੀਤਾ ਨਾ ਵਿਸ਼ਨੂੰ, ਕਹਿੰਦੀ ਮੈਂ ਉਹਦੀ ਪਤਨੀ ਆ ਲక్ష్ਮੀ, ਉਹਨੂੰ ਬੰਦੀ ਬਣਾ ਕੇ ਖੜਾਇਆ ਹੋਇਆ ਤੇ ਉਹਨੂੰ ਛੱਡ। ਤੇ ਫਿਰ ਚਲੋ ਜੋ ਵੀ ਅੱਗੇ ਵਿਰਾਗ ਰੂਪ ਦੇ ਵਿੱਚ ਆ ਗਏ, ਉਹਨਾਂ ਨੂੰ ਕਹਿੰਦੇ ਵੀ ਐ ਨਾ ਮੇਰੇ ਨਾਲ ਇਹਨਾਂ ਨੇ ਆਏ ਨਾ ਕਰੋ, ਪਰਮਾਤਮਾ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਤਾਂ ਉਹ ਗੁਰਬਾਣੀ ਦੇ ਵਿੱਚ ਜਿਹੜਾ ਸ਼ਲੋਕ ਆਉਂਦਾ ਸਤਿਯੁਗ ਤੇ ਮਾਨਿਓ ਛਲਿਓ ਬਲਬਾਵਨ ਭਾਇਓ, ਸਤਿਯੁਗ ਦੇ ਵਿੱਚ ਉਹ ਬਲਬਾਵਨ ਦੇ ਰੂਪ ਚ ਆ ਕੇ ਉਹਨੇ ਰਾਜੇ ਬਲੀ ਦਾ ਉਧਾਰ। ਫਿਰ ਕਹਿੰਦੇ ਤ੍ਰੇਤੇ ਤੇ ਮਾਣਿਓ ਰਾਮ ਰਘੁਵੰਸ਼ ਕਹਾਇਓ। ਤ੍ਰੇਤੇ ਦੇ ਵਿੱਚ ਭਗਵਾਨ ਰਾਮ ਦੇ ਰੂਪ ਦੇ ਵਿੱਚ ਜੋ ਰਘੁਵੰਸ਼ ਕੁਲ ਦੇ ਵਿੱਚ ਜਨਮ ਲਿਆ ਪਰਮਾਤਮਾ ਨੇ ਖੁਦ, ਕਹਿੰਦੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀ। ਦੁਆਪਰ ਦੇ ਵਿੱਚ ਉਹ ਮੁਰਾਰੀ ਕ੍ਰਿਸ਼ਨ ਬਣ ਕੇ ਆਏ ਤੇ ਆਪਣੇ ਮਾਮੇ ਦਾ ਵੱਧ ਕਰ, ਕੰਸ ਮਾਮਾ ਸੀ ਨਾ ਭਗਵਾਨ ਕ੍ਰਿਸ਼ਨ, ਤੇ ਉਹਦਾ ਵੱਧ ਕਰਕੇ ਉਹਦਾ ਉਧਾਰ। ਉਗਰਸੇਨ ਕੋ ਰਾਜ ਅਭੈ ਭਗਤੇ ਜਾਂਦੀ, ਤੇ ਉਗਰਸੇਨ ਜੀ ਨੂੰ ਦੁਬਾਰਾ ਰਾਜਗੱਦੀ ਤੇ ਬਿਠਾਇਆ ਤੇ ਆਪਣੇ ਜਿੰਨੇ ਉਹਨਾਂ ਦੇ ਭਗਤ ਸੀ ਸਾਰਿਆਂ ਨੂੰ ਅਭੈ ਕਰਤਾ, ਮਤਲਬ ਡਰ ਤੋਂ ਰਹਿਤ ਕਰ। ਅੱਗੇ ਕਹਿੰਦੇ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਅੰਗਦ ਦੇ ਮਹਾਰਾਜ ਦੇ ਗੁਰੂ ਅਮਰਦਾਸ ਮਹਾਰਾਜ ਦੇ ਕਹਿੰਦੇ ਅਬਚਲ ਸ਼੍ਰੀ ਗੁਰੂ ਰਾਜ ਅਟਲ ਆਦਿ। ਜਿਹੜਾ ਪਰਮਾਤਮਾ ਦਾ ਧਰਤੀ ਦੇ ਉੱਤੇ ਰਾਜ ਹੈ ਉਹ ਪਰਮਾਤਮਾ ਦਾ ਆਪਣਾ ਹੀ ਫਰਮਾਨ ਆ ਵੀ ਇਹ ਅਟਲ ਆ, ਕਦੇ ਖਤਮ ਨਹੀਂ ਹੋ ਸਕਦਾ। ਪਤਾ ਨਹੀਂ ਬਈ ਮੇਰੇ ਮਨ 'ਚ ਸਵਾਲ ਕਿਉਂ ਆ ਰਿਹਾ, ਪਰ ਮੈਂ ਫਿਰ ਵੀ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਅਰਥ ਹੈ ਆਪਣੀ, ਇਹ ਦੁਨੀਆ ਪਰਮਾਤਮਾ ਨੇ ਬਣਾਈ, ਬਿਲਕੁਲ ਇਹ ਰੱਬ ਨੇ ਬਣਾਈ ਹੈ। ਇਹ ਜੋ ਵੀ ਸਾਰਾ ਕੁਝ ਤੁਸੀਂ ਦੱਸ ਰਹੇ ਹੋ, ਜੋ ਵੀ ਸਾਡੀ ਹਿਸਟਰੀ ਹੈ ਪ੍ਰਭੂ ਰਾਮ ਬਾਰੇ, ਇਹ ਸਾਰਾ ਕੁਝ ਪਰਮਾਤਮਾ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਮਾਤਾ ਸੀਤਾ ਨੂੰ ਰਾਵਣ ਕਰ ਲੇਗਾ, ਤੇ ਇਹ ਸਾਰਾ ਕੁਝ ਪਹਿਲਾਂ ਹੀ ਪਤਾ ਸੀਗਾ ਪਰਮਾਤਮਾ ਨੂੰ। ਉਹਦੇ ਲਈ ਤੁਹਾਨੂੰ ਰਾਮਾਇਣ ਤੇ ਜਾਣਾ ਪੈਣਾ, ਜੇ ਅਸੀਂ ਉਸ ਚੀਜ਼ ਤੇ ਗੱਲ ਕਰਨੀ ਆ ਤਾਂ ਸਾਨੂੰ ਰਾਮਾਇਣ ਤੇ ਆਉਣਾ ਪਏਗਾ, ਹਨਾ। ਹੁਣ ਗੁਰਬਾਣੀ 'ਚ ਦਰਜ ਕਹਿੰਦੇ ਰਾਮਚੰਦਰ ਨਿਰਮਲ ਪੁਰਖ ਧਰਮੋ ਸਾਇਰ ਪੱਥਰ ਤਰਨਾ, ਬੁਰਿਆਈ ਰਾਵਣ ਗਿਆ ਕਾਲਿਕ ਟਿਕਾ ਪਰ ਤਰਿਆ ਹਰਨਾ, ਰਾਮਾਇਣ ਯੁਗ ਯੁਗ ਅਟਲ ਸੇ ਉਦਰੇ ਜੋ ਆਏ ਸਰ। ਰਾਮਚੰਦਰ
ਚੰਦ ਨਿਰਮਲ ਪੁਰਖ ਮਤਲਬ ਰਾਮਚੰਦਰ ਸੀ ਜਿਹੜੇ ਨਿਰਮਲ ਪੁਰਖ ਮਤਲਬ ਪਰਮਾਤਮਾ ਦਾ ਸਿੱਧਾ ਅਵਤਾਰ ਸੀ। ਧਰਮੋ ਸਾਇਰ ਪੱਥਰ ਤਰਨਾ, ਜਿਨ੍ਹਾਂ ਦੇ ਆਣ ਨਾਲ ਪੱਥਰ ਵੀ ਤਰ ਗਏ। ਹੁਣ ਇੱਕੋ ਹੀ ਰਾਮ ਸੀ ਨਾ, ਹੁਣ ਚਾਹੇ ਕਹਿਣ ਵਾਲੇ ਜਿਹੜੇ ਸੋ ਕਾਲਡ ਇੰਟੈਲੈਕਚੁਅਲ ਬਣਦੇ ਆ, ਮੈਂ ਨਾਲ ਉਧਰ ਵੀ ਆਈ ਜਾਂਦਾ ਤੇ ਜਿਹੜੇ ਇਹ ਕਹਿੰਦੇ ਆ ਕਿ ਉਹ ਰਾਮ ਨਹੀਂ ਸੀ, ਇਹ ਹੋਰ ਰਾਮ ਸੀ, ਨਹੀਂ, ਇੱਕੋ ਹੀ ਰਾਮ ਸੀ ਜਿਹਦਾ 2533 ਵਾਰ ਜ਼ਿਕਰ ਕੀਤਾ ਗਿਆ। ਉਹ ਰਾਮ ਇੱਕੋ ਹੀ ਆ ਗੁਰਬਾਣੀ ਦੇ ਵਿੱਚ 2533 ਵਾਰ ਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਦੇ ਵਿੱਚ ਜੋ ਆਉਂਦਾ, ਉਹ ਇੱਕੋ ਰਾਮ ਦੀ ਗੱਲ ਕੀਤੀ ਗਈ ਹੈ। ਉਹ ਰਾਮ ਕੋਈ ਦੂਜਾ ਨਹੀਂ ਸੀ ਹੈ, ਉਹ ਉਹੀ ਰਾਮ ਆ। ਕਿਉਂ? ਕਿਉਂਕਿ ਉਹ ਯੁੱਗ ਮਰਿਆਦਾ ਦਾ ਸੀ, ਇਸ ਕਰਕੇ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਉਹਨਾਂ ਨੂੰ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜਦੋਂ ਉਹ ਆਏ, ਉਹਨਾਂ ਦੇ ਆਉਣ ਨਾਲ ਪੱਥਰ ਵੀ ਤਰ ਗਏ। ਕਹਿੰਦੇ ਰਾਵਣ ਸੀ ਜਿਹੜਾ, ਉਹ ਮੱਥੇ ਦੇ ਉੱਤੇ ਬੁਰਾਈ ਦਾ ਭਰਿਆ ਹੋਇਆ, ਕਲੰਕ ਨਾਲ ਭਰਿਆ ਹੋਇਆ ਟਿੱਕਾ ਜਿਹੜਾ ਬੁਰਾਈ ਦਾ ਉਹ ਲੈ ਗਿਆ ਕਿ ਉਹਨੇ ਮਾਤਾ ਸੀਤਾ ਦਾ ਹਰਨ ਕੀਤਾ, ਉਹਨੇ ਆਦਿ ਸ਼ਕਤੀ ਦਾ ਹਰਨ ਕੀਤਾ। ਫਿਰ ਲਿਖਦੇ ਕਹਿੰਦੇ ਰਮਾਇਣ ਯੁੱਗ ਯੁੱਗ ਅਟਲ, ਰਮਾਇਣ ਆ ਜਿਹੜੀ ਯੁਗਾ ਯੁਗਾ ਤੱਕ ਅਟਲ ਰਹੇਗੀ, ਸਾਲਾਂ ਤੱਕ ਜਾਂ ਸਦੀਆਂ ਤੱਕ ਨਹੀਂ ਕਿਹਾ, ਯੁਗਾਂ ਤੱਕ। ਕਹਿੰਦਾ ਸੇ ਉਧਰੇ ਜੋ ਆਏ ਸਰਨਾ, ਉਸੇ ਦਾ ਉਦਾਹਰਨ ਜੋ ਉਹਦੀ ਸ਼ਰਨ ਚ ਆ ਜਾਏ। ਮੈਂ ਤਾਂ ਕੋਲੋਂ ਨਹੀਂ ਕਿਹਾ, ਮੈਂ ਤਾਂ ਉਹੀ, ਮੈਂ ਤਾਂ ਇੱਕ ਸਿਰਫ ਇੱਕ ਕਹ ਲਓ ਵੀ ਬੋਲ ਕੇ ਦੱਸ ਰਿਹਾ ਕਿ ਸ਼ਬਦ ਜੋ ਮੇਰੇ ਦਿਮਾਗ 'ਚ ਬਹਿ ਗਏ ਪੜ੍ਹ ਕੇ, ਉਹ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ। ਤੇ ਲਿਖਿਆ ਕਿਹਨੇ? ਉਹ ਸ਼ਬਦ ਦੇਣ ਵਾਲੇ ਕੌਣ ਨੇ? ਸਾਡੇ। ਤੇ ਜੇ ਸਾਡੇ ਗੁਰੂ ਸਨਾਤਨ ਦੇ ਜਾਂ ਧਰਮ ਦੇ ਅਗੇਂਸਟ ਹੁੰਦੇ ਤਾਂ ਕੀ ਇਹਨਾਂ ਦੀ ਪ੍ਰੇਜ਼ ਕਰਦੇ? ਕੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇਹਨਾਂ ਦੀ ਪ੍ਰੇਜ਼ ਕਰਦੇ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਕਿਹਾ ਗਿਆ? ਕੀ ਉਹ ਇਹਨਾਂ ਦੇ ਵਿੱਚ ਸਾਡੇ ਜਿਹੜੇ ਇਹ ਸਨਾਤਨ ਮੱਤ ਦੇ ਦੇਵੀ ਦੇਵਤੇ ਹੋਏ ਆ ਜਾਂ ਸਨਾਤਨ ਮੱਤ ਦੇ ਈਸ਼ਟ ਹੋਏ ਆ, ਉਹਨਾਂ ਦੀ ਪ੍ਰੇਜ਼ ਕੀਤੀ ਜਾਂਦੀ? ਨਹੀਂ, ਕਦੇ ਵੀ ਨਹੀਂ ਕੀਤੀ ਜਾਂਦੀ। ਤੇ ਹੁਣ ਉਹਨੂੰ ਜਿਹੜੇ ਸੋ ਕਾਲਡ ਇੰਟੈਲੈਕਚੁਅਲ ਨੇ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਮਿੱਥ ਲਿਖਦੇ ਆ ਕਿ ਰਮਾਇਣ ਮਿੱਥ ਹੈ। ਜੇ ਰਮਾਇਣ ਮਿੱਥ ਹੈ ਤਾਂ ਜਿਹੜਾ ਪੁਲ ਮਿਲਿਆ ਰਾਮ ਸੇਤੂ, ਉਹ ਕਿੱਦਾਂ ਮਿਲ ਗਿਆ ਜੀ? 3.25 ਕਿਲੋਮੀਟਰ ਚੌੜਾ, ਉਹਦੀ ਚੜਾਈ 3.25 ਕਿਲੋਮੀਟਰ। ਉਹ ਰਮਾਇਣ ਕਾਲ ਦਾ ਜੋ ਕਾਰਬਨ ਡੇਟਿੰਗ ਕਹਿੰਦੀ ਆ, ਜਿਹਨੂੰ ਨਾਸਾ ਐਡਮ ਬ੍ਰਿਜ ਕਹਿੰਦੀ ਆ। ਕਿਉਂਕਿ ਇਹਨਾਂ ਲੋਕਾਂ ਨੂੰ ਪਿੱਛੋਂ ਇਹ ਆਰਡਰ ਮਿਲਦਾ ਵੀ ਜੇ ਆਪਣੀ ਸੰਸਕ੍ਰਿਤੀ ਬਾਰੇ ਜਾਣਗੇ, ਜੇ ਇਹੀ ਲੋਕ ਆਪਣੀ ਸੰਸਕ੍ਰਿਤ ਭਾਸ਼ਾ ਨੂੰ ਪੜ੍ਹਨਾ ਸ਼ੁਰੂ ਕਰਤਾ, ਇਹਨਾਂ ਨੇ ਉਹਦੇ ਬਾਰੇ ਜਾਣਨਾ ਸ਼ੁਰੂ ਕਰਤਾ, ਤਾਂ ਜਿਹੜੀਆਂ ਚੀਜ਼ਾਂ ਦੇ ਉੱਤੇ ਅਸੀਂ ਅੱਜ ਮੱਥਾ ਪੱਚੀ ਕਰ ਰਹੇ ਹਾਂ, ਅਸੀਂ ਰਿਸਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਡੇ ਤੋਂ ਪਹਿਲਾਂ ਉਸ ਚੀਜ਼ ਨੂੰ ਹਾਸਲ ਕਰ ਲਓ। ਬਈ ਐਸਾ ਕੀ ਹੈ ਸਾਡੀ ਸੰਸਕ੍ਰਿਤੀ 'ਚ ਕੀ ਨਹੀਂ ਹੈਗਾ? ਕੀ ਦੱਸਾਂ ਵੀ ਕੀ ਨਹੀਂ ਹੈਗਾ? ਕੁਝ ਵੀ ਦੱਸੋ। ਤੁਸੀਂ ਇਹ ਪੁੱਛੋ ਵੀ ਕੀ ਨਹੀਂ ਹੈਗਾ, ਇਹ ਨਾ ਪੁੱਛੋ ਵੀ ਕੀ ਹੈਗਾ, ਕਿਉਂਕਿ ਇਹ ਇੰਨੀ ਕੁ ਵਿਸ਼ਾਲ ਹੈ। ਵਿਮਾਨ ਸ਼ਾਸਤਰ ਤੋਂ ਲੈ ਕੇ ਬੱਚੇ ਦੇ ਜਨਮ ਤੋਂ ਲੈ ਕੇ, ਦੇਖੋ ਜੋ ਤੁਹਾਨੂੰ ਧਰਮ ਜੀਵਨ ਮਰਨ ਦੀ ਮੁਕਤੀ ਦਿਵਾਉਣ ਦੀ ਗੱਲ ਕਰਦਾ, ਛੋਟੀ ਗੱਲ ਨਹੀਂ ਹੈਗੀ। ਜੋ ਜਨਮ ਮਰਨ ਦਾ ਚੱਕਰ ਕੱਟਣ ਦੀ ਗੱਲ ਕਰ ਰਿਹਾ, ਉਹ ਧਰਮ ਕਿੰਨਾ ਵਿਸ਼ਾਲ ਹੋਏਗਾ। ਮੈਂ ਕਿਸੇ ਨੂੰ ਕਨਵਰਟ ਕਰਨ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਨੂੰ ਧੱਕੇ ਨਾਲ ਜਬਰਨ ਕਬੂਲ ਕਰਾਉਣ ਦੀ ਗੱਲ ਨਹੀਂ ਕਰ ਰਿਹਾ। ਮੈਂ ਗੱਲ ਕਰ ਰਿਹਾ ਜੋ ਉਸ ਸਨਾਤਨ ਦੀ, ਉਸ ਜੋ ਜਿਹੜਾ ਪਲੇਟਫਾਰਮ ਹੈ, ਜਿਹੜਾ ਪਲੇਟਫਾਰਮ ਤੁਹਾਨੂੰ ਇਹ ਕਹਿ ਰਿਹਾ ਕਿ ਆ ਜਨਮ ਮਰਨ ਚੱਕਰ ਆ, ਇਹ ਤਰ੍ਹਾਂ ਛਾਂ ਤੇ ਧੁੱਪ ਵਾਲਾ ਸਿਸਟਮ ਆ। ਇੱਥੋਂ ਮੁਕਤ ਹੋ ਕੇ ਕਿੱਥੇ ਜਾਵਾਂਗੇ ਬਾਈ ਫਿਰ ਆਪਾਂ? ਇਹ ਤਾਂ ਹੁਣ ਸ਼ਾਸਤਰ ਅਧਿਐਨ ਕਰਨੇ ਪੈਣੇ ਆ। ਕੀ ਲਿਖਿਆ ਸ਼ਾਸਤਰਾਂ? ਸਾਰਾ ਕੁਝ ਆਪਾਂ ਪੋਡਕਾਸਟ ਨਹੀਂ ਨਾ ਦੱਸ ਸਕਦੇ। ਇਸ ਚੀਜ਼ ਬਾਰੇ ਸ਼ਾਸਤਰਾਂ 'ਚ ਕੀ ਲਿਖਿਆ ਕਿ ਜੰਮਣ ਮਰਨ ਤੋਂ ਮੁਕਤ ਹੋ ਕੇ ਇਨਸਾਨ ਕਿੱਥੇ ਜਾਂਦਾ? ਇਹ ਬਹੁਤ ਡੀਪ ਟੌਪਿਕ ਨੇ, ਬਹੁਤ ਲੰਬੇ ਟੌਪਿਕ ਨੇ। ਜੇ ਆਪਾਂ ਇਹਨਾਂ ਤੇ ਉਹੀ ਪੋਡਕਾਸਟ ਵਾਲੀ ਤੁਸੀਂ ਜਿਹੜੀ ਗੱਲ ਕੀਤੀ ਵੀ ਇੱਕ ਪੋਡਕਾਸਟ ਮੁੱਕਣ ਵਾਲੀਆਂ ਚੀਜ਼ਾਂ ਮੈਂ ਹੋਰ ਡੀਪ ਜਾ ਰਿਹਾ ਹਾਂ, ਕਿਉਂਕਿ ਮੈਂ ਇਸੇ ਕਰਕੇ ਪਹਿਲਾਂ ਤੁਹਾਨੂੰ ਗੱਲ, ਆਪਾਂ ਜਦੋਂ ਬੈਠੇ ਸੀ ਆਪਾਂ ਗੱਲ ਕਰਦੇ ਸੀ ਕਿ ਅਧਿਐਨ ਕਰਨ ਵਾਸਤੇ ਸਾਨੂੰ ਕਿਸੇ ਵੀ ਇੰਗਲਿਸ਼ ਰਾਈਟਰ ਦੀ ਜ਼ਰੂਰਤ, ਸਾਨੂੰ ਪ੍ਰਮਾਣ ਵਾਸਤੇ ਕਿਸੇ ਵਿਦੇਸ਼ੀ ਰਾਈਟਰ ਦੀ, ਕਿਸੇ ਸੋ ਕਾਲਡ ਇੰਟੈਲੈਕਚੁਅਲ ਦੀ ਜ਼ਰੂਰਤ ਨਹੀਂ ਜਿਹੜਾ ਸਾਡੇ ਉੱਤੇ ਕਟਾਕਸ਼ ਕਰਦਾ। ਸਾਡੇ ਰਿਸ਼ੀਆਂ ਮੁਨੀਆਂ ਨੇ ਹਰ ਚੀਜ਼ ਇੰਨੀ ਕੁ ਸਟੀਕ ਲਿਖੀ ਤੇ ਇੰਨੀ ਕੁ ਸਟੀਕ ਬਣੀ ਹੋਈ ਆ, ਜਿਹੜੀਆਂ ਅੱਜ ਵੀ ਚੀਜ਼ਾਂ ਹੋਂਦ 'ਚ ਨੇ। ਹੁਣ ਆਪਾਂ ਜ਼ਿਆਦਾ ਦੂਰ ਨਹੀਂ ਜਾਂਦੇ, ਸਾਊਥ ਇੰਡੀਆ ਦੇ ਵਿੱਚ ਅੱਜ ਵੀ ਸਾਡੇ ਜਿਹੜੇ ਪੁਰਾਣੇ ਮਤਲਬ ਭਵਨ ਕਲਾ ਦੀਆਂ ਜਿਹੜੀਆਂ ਮਿਸਾਲਾਂ ਨੇ ਕਹਿ ਲਓ ਜਾਂ ਬਿਲਡਿੰਗਸ, ਉਹ ਅੱਜ ਵੀ ਖੜੀਆਂ ਨੇ, ਜਿਹੜੇ ਮੰਦਿਰ ਨੇ। ਹੁਣ ਕੈਲਾਸ਼ ਮੰਦਿਰ ਹੈ, ਤੁਸੀਂ ਕੈਲਾਸ਼ ਮੰਦਿਰ ਦੇਖੋ, ਉਹ 10 ਲੱਖ ਟਨ ਦਾ ਪਹਾੜ ਤੋੜਿਆ ਗਿਆ, 10 ਲੱਖ ਟਨ ਪੱਥਰ ਤੋੜ ਕੇ ਉਹ ਟੈਕਨੋਲੋਜੀ ਕਿੰਨੀ ਡਿਵੈਲਪ ਹੋਏਗੀ ਕਿ ਉਸ ਮੰਦਿਰ ਦੇ ਜਿਹੜਾ ਨਿਰਮਾਣ ਸੀ, ਉਹ ਥੱਲੋਂ ਉਹਦੀ ਨੀਂਹ ਤੋਂ ਨਹੀਂ ਸ਼ੁਰੂ ਕੀਤਾ ਗਿਆ, ਉਹਦੀ ਚੋਟੀ ਤੋਂ ਸ਼ੁਰੂ ਕੀਤਾ ਗਿਆ, ਉਹਨੂੰ ਉੱਤੋਂ ਬਣਾਉਣਾ ਸ਼ੁਰੂ ਕੀਤਾ ਗਿਆ ਥੱਲੇ ਤੱਕ। ਇੱਕ ਪਹਾੜ ਨੂੰ ਤੋੜਦੇ ਹੋਏ ਥੱਲੇ ਆਏ। ਸਾਊਥ ਦੇ ਵਿੱਚ ਇੱਕ ਜਗ੍ਹਾ ਮਿਲੀ, ਇੱਕ ਪਹਾੜ ਮਿਲਿਆ ਜੋ ਕਿ ਆਪਣੀ ਕਾਰਬਨ ਡੇਟਿੰਗ ਦੇ ਹਿਸਾਬ ਸਿਰ ਕਹਿੰਦੇ ਆ ਕਿ ਅਰਾਊਂਡ 1800 ਸਾਲ ਪੁਰਾਣਾ। ਉਹ ਪਹਾੜ ਬਾਹਰੋਂ ਦੇਖਣ ਨੂੰ ਪਹਾੜ ਲੱਗਦਾ, ਕਾਫੀ ਟਾਈਮ ਪਹਿਲਾਂ ਉਹਦੇ ਅੰਦਰ ਇੱਕ ਦਰਵਾਜ਼ਾ ਮਿਲਿਆ ਤੇ ਉਹ ਅੰਦਰੋਂ ਸਾਰਾ ਖੋਖਲਾ ਸੀ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਉਹਦੇ 'ਚ ਦੇਖਣ ਵਾਲੀ ਸੀ ਕਿ ਉਹ ਇੰਨੇ ਕੁ ਜ਼ਬਰਦਸਤ ਤਰੀਕੇ ਨਾਲ ਉਹ ਖਾਲੀ ਕੀਤਾ ਗਿਆ ਸੀ ਅੰਦਰੋਂ। ਉਹ ਵੀ ਮੰਦਿਰ ਹੈ ਬਾਈ? ਮੰਦਿਰ ਟਾਈਪ ਉਹਦੇ ਉੱਪਰ ਮੰਦਿਰ ਆ, ਕਾਰੀਗਰੀ ਮਤਲਬ ਇੰਨੀ ਜ਼ਿਆਦਾ। ਤੁਸੀਂ ਕੈਲਾਸ਼ ਮੰਦਿਰ ਦੀ ਜਿਹੜੀ ਦੇਖੋ, ਅਜੰਤਾ ਲੋਰਾ ਦੀਆਂ ਗੁਫਾਵਾਂ ਦੇਖ ਲਓ, ਤੁਸੀਂ ਚਲੇ ਜਾਓ ਜਿਹੜੇ ਕੋਨਾਰਕ ਮੰਦਿਰ ਆ, ਠੀਕ ਹੈ ਜੀ, ਗੁਜਰਾਤ ਦੇ ਵਿੱਚ ਇੱਕ ਮੰਦਿਰ ਆ, ਜਿੱਦਣ ਸੂਰਜ ਦੀਆਂ ਕਿਰਨਾਂ ਉਹ ਕਰਕ-ਰੇਖਾ ਦੇ ਬਿਲਕੁਲ ਸੈਂਟਰ 'ਚ ਆ, ਬਿਲਕੁਲ ਉੱਤੇ। ਸਾਲ ਦੇ ਵਿੱਚ 2 ਦਿਨ ਹੁੰਦੇ ਆ ਜਿਹਦੇ ਵਿੱਚ ਸੂਰਜ ਚੜ੍ਹਦਾ ਤੇ ਛਿਪਦਾ, ਉਹਦੇ ਪ੍ਰੋਪਰ ਕਿਰਨਾਂ ਜਿਹੜੀਆਂ ਆਰ-ਪਾਰ ਹੁੰਦੀਆਂ ਸਮੁੰਦਰ। ਇਹ ਸਾਡੀ ਟੈਕਨੋਲੋਜੀ। ਸਾਡੇ ਤੁਸੀਂ ਵਿਮਾਨ ਸ਼ਾਸਤਰ ਖੋਲ ਕੇ ਦੇਖ ਲਓ ਜੀ, ਵਿਮਾਨ ਸ਼ਾਸਤਰ ਦੇ ਵਿੱਚ ਪਲੇਨ ਦੀ ਟੈਕਨੋਲੋਜੀ ਦਿੱਤੀ ਗਈ ਹੈ। ਹੁਣ ਇਹ ਲੱਖ ਕਹੀ ਜਾਣ ਵੈਸਟਰਨਸ ਕਿ ਰਾਈਟ ਬ੍ਰਦਰਸ ਨੇ ਦਿੱਤੀ ਆ, ਨਹੀਂ। 200 ਸਾਲ 'ਚ ਐਸਾ ਕੀ ਹੋਇਆ ਜੀ? ਅੰਗਰੇਜ਼ ਜਦ ਇੱਥੋਂ ਗਏ ਆ ਜਾਂ ਇੱਥੇ ਆਏ ਸੀ ਜਦੋਂ, ਉਦੋਂ ਬਾਅਦ ਹੀ ਇਹਨਾਂ ਨੇ ਸਾਇੰਸ ਨੂੰ ਇੰਨਾ ਡਿਵੈਲਪ ਕਿਵੇਂ ਕਰ ਲਿਆ? ਸਾਡਾ ਦੇਸ਼ ਉਹ ਆ ਅਨਮੋਲ ਜੀ ਜਿੱਥੇ ਬੀਨ ਦੇ ਉੱਤੇ ਸੱਪ ਨੂੰ ਵੀ ਨਚਾਇਆ ਜਾਂਦਾ ਹੈ। ਕਿਸੇ ਕੋਲ ਟੈਕਨੋਲੋਜੀ ਹੈ ਕਿ ਦੁਨੀਆ ਦੀ ਸਰਕਸ ਐਸੀ? ਸਿਰਫ ਧਵਨੀ ਦੇ ਉੱਤੇ, ਆਵਾਜ਼ ਦੇ ਉੱਤੇ ਸੱਪ ਵੀ ਨੱਚਦਾ ਤੇ ਸੱਪ ਨੂੰ ਦੁੱਧ ਵੀ ਪਿਆਇਆ ਜਾਂਦਾ। ਅਸੀਂ ਇੰਨੀ ਕੁ ਦਇਆ ਰੱਖਦੇ ਹਾਂ, ਇੰਨਾ ਕੁ ਦਇਆ ਭਾਵ ਰੱਖਦੇ ਹਾਂ। ਅਸੀਂ ਉਸ ਦੇਸ਼ 'ਚੋਂ ਆ ਜਿਸ ਦੇਸ਼ ਨੇ ਕਦੇ ਕਿਸੇ ਤੇ ਅਟੈਕ ਨਹੀਂ ਕੀਤਾ ਤੇ ਦੁਨੀਆ ਭਰ ਦੇ ਧੜਵੀਆਂ ਨੇ ਸਾਡੇ ਦੇਸ਼ ਦੇ ਉੱਤੇ ਅਟੈਕ ਕੀਤਾ। ਉਹਦਾ ਪ੍ਰਮਾਣ ਇਹ ਆ ਕਿ ਅੱਜ ਤੁਸੀਂ ਦੇਖ ਲਓ ਵੀ ਨਾਰਥ ਇੰਡੀਆ ਦੇ ਵਿੱਚ
ਵਿੱਚ ਤੁਹਾਨੂੰ ਇੱਕ ਵੀ ਪੁਰਾਣਾ ਮੰਦਿਰ ਦੇਖਣ ਨੂੰ ਨਹੀਂ ਮਿਲੇਗਾ। ਉਹ ਸਾਰੇ ਤੈਸ਼-ਨੈਸ਼ ਕਰ ਦਿੱਤੇ ਗਏ ਕਿਉਂਕਿ ਜਿੰਨੇ ਧਾੜਵੀ ਸੀ ਉਹ ਬਾਈ ਰੋਡ ਇੱਧਰੋਂ ਆਏ ਆ, ਹਨਾ। ਉਹ ਜਿਹੜਾ ਰੂਟ ਸੀ ਸਾਰਾ ਸਿਲਕ ਰੂਟ ਸੀ ਜਿਹੜਾ ਯੂਜ਼ ਕਰਦੇ ਸੀ। ਕੋਈ ਟਾਈਮ ਸੀ ਅੱਜ ਤੋਂ 400-500 ਸਾਲ ਪਹਿਲਾਂ ਤੱਕ ਦੁਨੀਆ ਦੀ GDP ਦੇ ਵਿੱਚ 24% ਹਿੱਸਾ ਇਕੱਲਾ ਭਾਰਤ ਦਾ ਸੀ। ਉਹ ਕਿੱਦਾਂ ਬਈ? ਗਰੋਥ ਦੇ ਵਿੱਚ, ਦੁਨੀਆ ਦੇ ਬਿਜ਼ਨਸ ਦੇ ਵਿੱਚ ਸਾਰਾ ਕੁਝ ਇੱਥੋਂ ਬਣ ਕੇ ਜਾਂਦਾ ਸੀ। ਇੱਕ ਸਾਡਾ ਦੇਸ਼ ਸੀ ਜਿੱਥੇ ਸੋਨੇ ਦੀ ਕਰੰਸੀ ਚੱਲਦੀ ਸੀ। ਮਤਲਬ ਸਿਰਫ ਭਾਰਤ ਦੀ ਇੰਨੀ ਮਹਾਨਤਾ ਹੈ। ਮੈਨੂੰ ਤਾਂ ਇਹ ਵੀ ਕਨਫਿਊਜ਼ਨ ਦੂਰ ਕਰਾਣੀ ਬਈ ਤੁਹਾਡੇ ਕੋਲ ਭਾਰਤ, ਇੰਡੀਆ, ਹਿੰਦੁਸਤਾਨ ਇਹ ਸਾਰਾ ਕੁਝ ਮਿਕਸ ਕੀ ਹੈ? ਇੱਕ ਨਾਮ ਕੀ ਦੇ ਸਕਦੇ ਆਪਾਂ? ਕਦੀ ਇੰਡੀਆ ਸੁਣਨ ਨੂੰ ਮਿਲਦਾ ਹੈ, ਕਦੀ ਭਾਰਤ ਸੁਣਨ ਨੂੰ ਮਿਲਦਾ ਹੈ। ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ। ਕੋਈ ਟੌਪਿਕ ਹੈ ਐਸਾ ਜਿਹਦੇ ਬਾਰੇ ਤੁਸੀਂ ਕਹੋ ਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ? ਦੇਖੋ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਸਾਡੇ ਸ਼ਾਸਤਰ ਇੰਨੇ ਕੁ ਮਹਾਨ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਜੋ ਸਾਡੇ ਲਈ ਛੱਡ ਕੇ ਗਏ ਆ। ਹੁਣ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਇੰਸੀਡੈਂਟ ਦੱਸਦਾ ਹਿਸਟਰੀ ਦਾ। ਕਹਿੰਦੇ ਜਦੋਂ ਖਿਲਜੀ ਆਇਆ ਇੱਥੇ, ਅਲਾਉਦੀਨ ਖਿਲਜੀ, ਅੱਜ ਜਿਹਨੂੰ ਪਿੱਛੇ ਜੇ ਇੱਕ ਬੇਵਕੂਫ ਡਾਇਰੈਕਟਰ ਨੇ ਉਹ ਬਣਾਤਾ ਸੀ, ਹੀਰੋ ਬਣਾ ਕੇ ਪੇਸ਼ ਕੀਤਾ ਕਿਸੇ ਮੂਵੀ ਦੇ ਵਿੱਚ, ਰਣਵੀਰ ਸਿੰਘ। ਹਾਂ, ਰਣਵੀਰ ਸਿੰਘ ਨੂੰ। ਤੇ ਉਹ ਕਹਿੰਦੇ ਵੀ ਜਦੋਂ ਖਿਲਜੀ ਆਇਆ ਇੱਥੇ, ਖਿਲਜੀ ਨੇ ਜਦੋਂ ਅਟੈਕ ਕੀਤਾ ਹਨਾ, 16,000 ਜਿਹੜੀਆਂ ਰਾਜਪੂਤਾਂ ਦੀਆਂ ਪਤਨੀਆਂ ਸੀ ਉਸ ਸਮੇਂ ਦੇ, ਜਿਨ੍ਹਾਂ ਨੇ ਰਾਣੀਆਂ ਨੇ ਜੌਹਰ ਕੀਤਾ ਇਕੱਠੀ ਆਪਣੀ ਇੱਜ਼ਤ ਬਚਾਉਣ ਖਾਤਰ। ਉਹ ਫਿਲਮ 'ਚ ਵੀ ਸੀਨ ਸੀਗਾ ਜਦੋਂ ਸਾਰੇ ਅਗਨ ਭੇਟ ਹੋ ਜਾਂਦੀਆਂ ਨੇ। ਸਾਰੀ ਅਗਨੀ ਭੇਟ। ਉਹ ਰੀਅਲ ਸਟੋਰੀ ਫਿਲਮ ਹੈ ਬਈ? ਹਾਂ, ਉਹ ਰੀਅਲ ਸਟੋਰੀ, ਸੱਚਾਈ ਆ। ਤਾਂ ਉਹਦੇ ਚੋਂ 37.7 ਕਿਲੋ ਸੋਨਾ ਉਸ ਰਾਖ ਚੋਂ ਕੱਢ ਕੇ ਖਿਲਜੀ ਇੱਥੋਂ ਲੈ ਤੇ ਉਹਨੂੰ ਹੀਰੋ ਦਿਖਾਤਾ। ਉਹਨੂੰ ਤੁਸੀਂ ਹੀਰੋ ਦਿਖਾਤਾ ਹਨਾ। ਇਹ ਨੇ ਉਹ ਕਮਿਊਨਿਸਟ, ਇਹ ਹਰ ਜਗ੍ਹਾ ਤੇ ਬੈਠੇ ਜਿਹੜੇ ਆਪਣੇ ਆਪ ਨੂੰ ਕਿਤੇ ਫੈਮਿਨਿਸਟ ਦੱਸਦੇ ਆ, ਕਿਤੇ ਮਾਨਵਤਾ, ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹ ਦੱਸਦੇ ਆ, ਰਾਖਾ ਦੱਸਦੇ ਆ, ਹਨਾ। ਇਹ ਉਹ ਲੋਕ ਨੇ। ਇਹਨਾਂ ਲੋਕਾਂ ਨੇ ਸਾਡਾ ਘਾਣ ਕੀਤਾ ਤੇ ਅੱਜ ਵੀ ਕਰ ਰਹੇ ਆ। ਇਹ ਬੈਟਮੈਨ ਦੇ ਉਹ ਮੂਵੀ ਵਾਲੇ ਕਰੈਕਟਰ ਨੇ ਵੀ ਜਿਹੜੇ ਜਿਨ੍ਹਾਂ ਦਾ ਲੈਣ ਦੇਣ ਕੁਛ ਨਹੀਂ, ਪਰ ਇਹਨਾਂ ਨੇ ਸਿਰਫ ਆਪਣੇ ਦਾ ਨੁਕਸਾਨ ਕਰਨਾ। ਬਈ ਇਹ ਵੀ ਪਰਮਾਤਮਾ ਵੱਲੋਂ ਭੇਜੇ ਗਏ ਬੰਦੇ ਨੇ, ਇਹਨਾਂ ਨੂੰ ਵੀ ਬੁੱਧੀ ਪਰਮਾਤਮਾ ਨੇ ਦਿੱਤੀ। ਆਪਾਂ ਕਹਿੰਦੇ ਸਭ ਕੁਝ ਰੱਬ ਕਰਾ ਰਿਹਾ। ਵਿਵੇਕ, ਬੁੱਧੀ ਤਾਂ ਕਰਮ ਦੀ ਆਜ਼ਾਦੀ ਤਾਂ ਪਰਮਾਤਮਾ ਨੇ ਦਿੱਤੀ ਹੈ ਨਾ ਸਭ ਨੂੰ। ਹੁਣ ਇਹ ਤਾਂ ਅਨਮੋਲ ਕੁਆਤਰੇ ਤੇ ਡਿਪੈਂਡ ਆ ਵੀ ਅਨਮੋਲ ਕੁਆਤਰੇ ਨੇ ਸ਼ਾਮ ਨੂੰ ਜਾ ਕੇ ਹਸਪੀਟਲ ਬੈਠ ਕੇ ਤੇ ਲੋਕਾਂ ਦੀ ਭਲਾਈ ਕਰਨੀ ਆ ਕਿ ਜਾਂ ਘਰੇ ਬੈਠ ਕੇ ਰੀਲਾਂ ਦੇਖ ਕੇ ਤੇ ਸੌਂ ਜਾਣਾ। ਪਰ ਲੋਕ ਅਕਸਰ ਕਹਿੰਦੇ ਨੇ ਕਿ ਸੇਵਾ ਵੀ ਰੱਬ ਕਰਾਂਦਾ ਹੈ ਤੇ ਗਲਤ ਕਰਮ ਵੀ ਰੱਬ ਕਰਾਂਦਾ। ਨਹੀਂ, ਐਦਾਂ ਨਹੀਂ ਹੁੰਦਾ। ਫਿਰ ਸਜ਼ਾ ਵੀ ਤਾਂ ਰੱਬ ਹੀ ਦਿੰਦਾ। ਫਿਰ ਉਸ ਪਾਸੇ ਵੀ ਆ ਜਾਓ। ਬਿਲਕੁਲ। ਫਿਰ ਸਜ਼ਾ ਤੋਂ ਕਿਉਂ ਡਰਦੇ? ਫਿਰ ਤਾਂ ਸਭ ਕੁਝ ਦੇਖੋ, ਜੇ ਉਸ ਭਾਵ ਤੇ ਆ ਕੇ ਗੱਲ ਕਰਨੀ ਆ ਵੀ ਸਭ ਕੁਝ ਪਰਮਾਤਮਾ ਕਰਾ ਰਿਹਾ ਜੀ, ਤਾਂ ਫਿਰ ਚੱਪਲ ਵੀ ਪਰਮਾਤਮਾ ਹੀ ਫਿਰਦਾ ਆ ਕੇ, ਫਿਰ ਉਹ ਖਾਣ ਲਈ ਵੀ ਤਿਆਰ ਰਹੋ। ਬਿਲਕੁਲ। ਫਿਰ ਤਾਂ ਜਿਹੜਾ ਮੈਨੂੰ ਤਾਂ ਨਾਮ ਵੀ ਨਹੀਂ ਪਤਾ, ਉਹ ਡਾਇਰੈਕਟਰ ਜਿਹਦੀ ਗੱਲ ਕਰ ਰਹੇ ਆ, ਪਦਮਾਵਤੀ ਮੂਵੀ ਵਾਲਾ, ਤੇ ਉਹਦੀ ਮੇਰੇ ਖਿਆਲ ਕਟਾਈ ਵੀ ਕੀਤੀ ਸੀ ਉੱਥੇ, ਕਰਨੀ ਸੀ ਨਾਲ ਵਾਲਿਆਂ ਨੇ। ਅੱਛਾ ਜੀ। ਰਾਜਸਥਾਨ ਦੇ ਵਿੱਚ। ਅੱਛਾ ਜੀ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ। ਉਹਦੀ ਕਟਾਈ ਵੀ ਹੋਈ ਸੀ, ਉਹ ਵੀ ਪਰਮਾਤਮਾ ਨੇ ਕੀਤੀ। ਵੀ ਤੂੰ ਗਲਤ ਕੀਤਾ ਤਾਂ ਫਿਰ ਸਜ਼ਾ ਵੀ ਪਾਉਣ ਲਈ ਤਿਆਰ ਰਹੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੀ ਕਰਦੇ ਜਾਓ। ਬਈ ਯੂਥ ਨੂੰ ਕੌਣ ਰਾਹ ਦੇਵੇ? ਯੂਥ ਅੱਜ ਕੱਲ੍ਹ ਸੁਣਨਾ ਚਾਹੁੰਦੀ ਹੈ ਆਪਣੀ ਹਿਸਟਰੀ ਬਾਰੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਭਾਰਤ ਦੀ ਸੰਸਕ੍ਰਿਤੀ 'ਚ ਇੰਨਾ ਕੁਛ ਹੈ ਕਿ ਸਾਨੂੰ ਕੋਈ ਬਾਹਰਲੀ ਫਿਲਮਾਂ ਦੇਖਣ ਦੀ ਲੋੜ ਨਹੀਂ, ਕੋਈ ਬਾਹਰੋਂ ਮੋਟੀਵੇਸ਼ਨ ਲੈਣ ਦੀ ਲੋੜ ਨਹੀਂ। ਸਾਡੀ ਇੰਡੀਆ ਦੀ ਧਰਤੀ, ਸਾਡੇ ਭਾਰਤ ਦੀ ਧਰਤੀ 'ਚ ਹੀ ਇੰਨਾ ਕੁਛ ਹੈ। ਪਹਿਲਾਂ ਭਾਰਤ, ਇੰਡੀਆ, ਹਿੰਦੁਸਤਾਨ ਵਾਲਾ ਕਲੀਅਰ ਕਰੋ ਕਿ ਕੀ ਫੰਡਾ ਹੈ। ਇੰਡੀਆ ਸ਼ਬਦ ਆ ਜਿਹੜਾ ਉਹ ਸਾਨੂੰ ਗੋਰਿਆਂ ਨੇ ਦਿੱਤਾ। ਇਹ ਇਕੱਲਾ ਇੱਥੇ ਨਾ ਦੇਖੋ, ਇਹਨੂੰ ਵੈਸਟ ਇੰਡੀਜ਼, ਠੀਕ ਹੈ ਨਾ, ਅਮਰੀਕਾ ਦੇ ਵਿੱਚ ਅਮਰੀਕਾ ਚਲੇ ਜਾਓ ਤੁਸੀਂ, ਰੈੱਡ ਇੰਡੀਅਨਸ। ਮੈਨੂੰ ਲੱਗਦਾ ਵੀ ਤੁਹਾਡੇ ਸਰੋਤੇ ਨੇ ਜਿਹੜੇ ਤੁਹਾਨੂੰ ਦੇਖਣ ਵਾਲੇ ਆ, ਸੁਣਨ ਵਾਲੇ ਆ, ਕੋਈ ਐਸਾ ਹੋਊਗਾ ਜਾਂ ਸੋਸ਼ਲ ਮੀਡੀਆ ਤੇ ਅੱਜ ਜੁੜਿਆ ਹੋਇਆ ਜਿਹੜਾ ਵਿਅਕਤੀ ਆ, ਕੋਈ ਐਸਾ ਹੋਊਗਾ ਜਿਹਨੂੰ ਇੰਡੀਆ ਸ਼ਬਦ ਦਾ ਮਤਲਬ ਨਹੀਂ ਪਤਾ। ਇੰਡੀਆ ਸ਼ਬਦ ਦਾ ਮਤਲਬ ਕੋਈ ਅੱਛਾ ਨਹੀਂ ਹੈਗਾ। ਚੋਰਾਂ ਨੂੰ ਜਾਂ ਨਿਮਨ ਵਰਗ ਦੇ ਲੋਕਾਂ ਨੂੰ ਇੰਡੀਅਨਸ ਕਹਿੰਦੇ ਸੀ, ਗੋਰੇ। ਹਾਂ, ਕਿਉਂਕਿ ਬੇਸਿਕਲੀ ਖੁਦ ਨੂੰ ਸਕਿਨ ਹੈਡਸ ਮੰਨਦੇ ਆ। ਇੱਕ ਸ਼ਬਦ ਆਉਂਦਾ, ਹੁਣ ਬਹੁਤ ਘੱਟ ਸੁਣਨ ਨੂੰ ਮਿਲਦਾ, ਪਹਿਲਾਂ ਇਹ ਖੁਦ ਨੂੰ ਸਕਿਨ ਹੈਡਸ ਕਹਿੰਦੇ ਸੀ ਵੀ ਸਾਰੀਆਂ ਚਮੜੀਆਂ ਤੋਂ ਜਿਹੜੀ ਸ਼੍ਰੇਸ਼ਠ ਚਮੜੀ ਆ ਉਹ ਗੋਰੀ ਆ। ਉਹਦੇ ਆਧਾਰ ਦੇ ਉੱਤੇ ਬਾਕੀ ਸਾਰਿਆਂ ਨੂੰ ਰੈੱਡ, ਕਿਸੇ ਨੂੰ ਰੈੱਡ ਇੰਡੀਅਨ ਕਹਿਤਾ, ਕਿਸੇ ਨੂੰ ਵੈਸਟ ਇੰਡੀਅਨ ਕਹਿਤਾ, ਤੇ ਸਾਨੂੰ ਇੰਡੀਅਨ ਕਹਿਤਾ। ਇਹ ਇੰਡੀਅਨ ਨਾਮ ਇਹਨਾਂ ਦਾ ਦਿੱਤਾ ਹੋਇਆ। ਤੇ ਮੈਂ ਤਾਂ ਕਹਿੰਦਾ ਵੀ ਗਵਰਨਮੈਂਟ ਨੇ ਥੋੜਾ ਲੇਟ ਸਟੈਪ ਲਿਆ, ਪਰ ਬਹੁਤ ਵਧੀਆ ਸਟੈਪ ਆ ਜਿਹੜਾ ਨਾਮ ਚੇਂਜ ਕਰ ਭਾਰਤ ਕਰ ਦਿੱਤਾ, ਆਫੀਸ਼ੀਅਲੀ ਨੇਮ ਭਾਰਤ ਕਰਤਾ। ਕਰਨਾ ਵੀ ਚਾਹੀਦਾ ਸੀ। ਜਿਹੜੇ ਕਹਿੰਦੇ ਨਾ ਨਾਮ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਇਹ ਪੈਂਦਾ ਜਿਨ੍ਹਾਂ ਦੇ ਨਾਮ ਬਦਲ ਕੇ, ਜਿਨ੍ਹਾਂ ਦੇ ਨਾਵਾਂ ਨਾਲ ਖਾਨ ਲੱਗਿਆ, ਜਿਨ੍ਹਾਂ ਦੇ ਨਾਵਾਂ ਨਾਲ ਜਿਹੜਾ ਇਸਲਾਮਿਕ ਜਿਹੜੇ ਹਮਲਾਵਰ ਸੀ ਉਹਨਾਂ ਨੇ ਨਾਮ ਹੀ ਚੇਂਜ ਕੀਤੇ ਸੀ। ਉਹਨਾਂ ਨੇ ਹੋਰ ਕੀ ਕੀਤਾ ਸੀ? ਆਧਾਰ ਹੀ ਬਦਲ ਗਿਆ ਨਾ। ਅੱਜ ਉਹਨਾਂ ਦੀਆਂ 6-6 7-7 ਪੀੜ੍ਹੀਆਂ ਅੱਗੇ ਆ ਗਈਆਂ। ਉਹ ਕਹਿੰਦੇ ਆ ਵੀ ਸਾਡੇ ਪੁਰਖੇ ਕਦੇ ਹਿੰਦੂ ਜਾਂ ਸਿੱਖ ਹੋਇਆ ਕਰਦੇ ਸੀ ਜੀ। ਇਹ ਕਿੱਥੇ ਦੀ ਗੱਲ ਕਰ ਰਹੇ ਆਪਾਂ? ਭਾਰਤ, ਸਾਡੇ ਦੇਸ਼ ਦੀ ਗੱਲ ਕਰਦੇ ਆ। ਦੇਖੋ, ਜਦੋਂ ਇੱਥੇ ਕੋਈ ਹਮਲਾਵਰ ਆਇਆ, ਚਾਹੇ ਪਹਿਲਾਂ ਮੁਗਲ ਆਏ, ਤੁਰਕ ਆਏ, ਠੀਕ ਹੈ ਜੀ, ਚਾਹੇ ਇੱਧਰੋਂ ਆ ਗਏ ਮੰਗੋਲ ਆ ਗਏ, ਠੀਕ ਹੈ ਜੀ, ਚਾਹੇ ਇੱਧਰੋਂ ਦੂਜੇ ਤੁਹਾਡੇ ਅਰਬੀ ਆ ਗਏ, ਠੀਕ ਹੈ। ਜਿੰਨਾ ਵੀ ਇੱਥੇ ਸਿਸਟਮ ਚੇਂਜ ਹੋਇਆ, ਉਹਨਾਂ ਨੇ ਇਕੱਲਾ ਲੁੱਟਿਆ ਥੋੜੀ ਤੁਹਾਨੂੰ, ਤੁਹਾਡਾ ਆਧਾਰ ਵੀ ਤਾਂ ਚੇਂਜ ਕਰਤਾ। ਹਿੰਦੁਸਤਾਨ 'ਚ ਰਹਿਣ ਵਾਲਾ ਜਿੰਨਾ ਮੁਸਲਮਾਨ ਆ, ਮੈਂ ਡੰਕੇ ਦੀ ਚੋਟ ਤੇ ਕਹਿਣਾ, ਔਨ ਰਿਕਾਰਡ ਕਹਿ ਰਿਹਾ, ਇਹ ਅੱਜ DNA ਟੈਸਟ ਕਰਾ ਲੇ। DNA ਟੈਸਟ ਵੀ ਨਾ ਕਰਾਏ ਯਾਰ, ਸਾਰਾ ਛੱਡੋ। ਜਿੱਥੇ ਉਹਨਾਂ ਦਾ ਮੂਲ ਸੀ, ਜੇ ਉਹਨਾਂ ਨੂੰ ਪਤਾ, ਹਨਾ। ਹੁਣ ਮੈਨੂੰ ਪਤਾ ਸਾਡੀ ਬੈਕਗਰਾਉਂਡ ਸ਼ੇਖੂਪੁਰ ਦੀ ਆ, ਜੋ ਅੱਜ ਪਾਕਿਸਤਾਨ ਦੇ ਵਿੱਚ ਚਲਾ ਗਿਆ। ਸਾਧ ਨੱਥੇ ਕੇ ਮੇਰਾ ਪਿੰਡ ਸੀ, ਠੀਕ ਹੈ। ਉੱਥੇ ਮੇਰੇ ਬਜ਼ੁਰਗ ਸੀ ਜਿਹੜੇ ਨਾਨਕ ਸਿੰਘ ਜੀ ਉੱਥੋਂ ਉੱਠ ਕੇ ਆਏ ਸੀ, ਉਹਨਾਂ ਦੇ ਬਜ਼ੁਰਗ ਸੀ ਜਿਹੜੇ ਨੱਥਾ ਸਿੰਘ, ਜਿੱਥੇ ਤੱਕ ਪੀੜ੍ਹੀ ਤੱਕ ਮੈਨੂੰ ਪਤਾ, ਮੇਰੇ ਲੱਕੜਦਾਦੇ ਤੱਕ, ਹਨਾ। ਅੱਜ ਮੈਂ ਜਾ ਕੇ ਹਰਿਦੁਆਰ ਤੋਂ ਕਿਸੇ ਪ੍ਰੋਹਿਤ ਤੋਂ ਉਹਨੂੰ ਪੁੱਛ ਕੇ ਵੀ ਮੈਂ ਫਲਾਣੇ ਏਰੀਆ ਦਾ, ਤੇ ਮੈਨੂੰ ਆ ਕੱਢ ਕੇ ਦੇ ਮੇਰਾ ਸਾਰਾ ਵਹੀ ਖਾਤਾ, ਤੂੰ ਮੇਰਾ ਪੀੜ੍ਹੀਆਂ ਤੱਕ ਦਾ ਵਹੀ ਖਾਤਾ ਕੱਢ ਕੇ ਦੇ ਦੇਗਾ। ਔਰ ਜਿੰਨੇ ਇਸ ਟਾਈਮ ਬੈਠੇ, ਕੋਈ ਕਹਿੰਦਾ ਹਮ ਖਾਨ ਹੈ ਜੀ, ਹਮ ਫਲਾਨ ਹੈ ਜੀ, ਹਮ ਢਮਕਾਨ ਹੈ ਜੀ, ਇਹ ਜਾ ਕੇ ਉੱਥੇ ਪਤਾ ਕਰ ਲੈਣ, ਦੱਸ ਸਭ ਕੁਝ ਨਿਕਲਿਆ ਹੋਊਗਾ ਵੀ ਕਿੰਨਵੀਂ ਪੀੜ੍ਹੀ ਤੋਂ ਚੇਂਜ ਹੋਏ ਆ। ਇਹ ਚੇਂਜ ਹੋਣ ਦਾ ਕਾਰਨ ਬਈ ਕਿਉਂ ਹੋਏ ਨੇ ਚੇਂਜ? ਡਰ। ਕਿਸ ਚੀਜ਼ ਦਾ ਡਰ? ਛਿੱਤਰਾਂ ਦਾ। ਕਿਉਂ ਡਰ ਕਾਹਦਾ ਬਈ ਇਹਨਾਂ ਨੂੰ? ਤਲਵਾਰ ਦਾ ਡਰ। ਤਲਵਾਰ ਦੇ ਡਰ ਤੋਂ ਵੱਡਾ ਡਰ ਕੀ ਆ? ਉਹ ਕਹਿੰਦਾ ਜਾਂਦਾ ਸਿਰ ਛੱਡੇ ਕੇ ਝੁਕਾ ਲਓ, ਨਹੀਂ ਤਾਂ ਫਿਰ ਸਿਰ ਲਾ ਦਿਆਂਗੇ। ਹੁਣ ਜਿਨ੍ਹਾਂ ਨੇ ਸਿਰ ਨਹੀਂ ਝੁਕਾਏ, ਉਹ ਅੱਜ ਅਨਮੋਲ ਕੁਆਤਰਾ ਤੇ ਅੱਜ ਲਾਲੀ ਮਲਤਾਨੀ ਆ, ਠੀਕ ਹੈ ਨਾ, ਜਾਂ ਫਿਰ ਜਿਨ੍ਹਾਂ ਦੇ ਨਾਲ ਸਿੰਘ ਕੁਮਾਰ ਸ਼ਰਮਾ ਵਰਮਾ, ਕੁਛ ਵੀ ਲਾ ਲਓ ਜਿਹੜਾ ਲੱਗਦਾ, ਠੀਕ ਹੈ ਨਾ, ਗਿੱਲ ਸਿੱਧੂ ਗਰੇਵਾਲ ਜੋ ਵੀ ਆ, ਉਹ ਅੱਜ ਵੀ ਉੱਥੇ ਹੀ ਨੇ। ਪਰ ਜਿਨ੍ਹਾਂ ਨੇ ਝੁਕਾ ਲਏ ਸਿਰ, ਜਿਹੜੇ ਝੁਕ ਗਏ ਆ, ਉਹ ਦੇਖ ਲਓ ਅੱਜ। ਮੈਨੂੰ ਵੈਸੇ ਟੌਪਿਕ ਸਮਝ ਨਹੀਂ ਆ ਰਿਹਾ, ਪਰ ਇਹ ਕੰਟਰੋਵਰਸੀ ਕ੍ਰੀਏਟ ਕਰੇਗਾ। ਕੰਟਰੋਵਰਸੀ ਨਹੀਂ ਕ੍ਰੀਏਟ ਕਰਦਾ, ਇਹ ਸੱਚਾਈ ਆ। ਨਹੀਂ, ਜਿਵੇਂ ਨਹੀਂ ਆ ਰਿਹਾ, ਪਰ ਇਹ ਕੰਟਰੋਵਰਸੀ ਕ੍ਰੀਏਟ ਕਰੇਗਾ।
ਕੰਟਰੋਵਰਸੀ ਨਹੀਂ ਕ੍ਰੀਏਟ ਕਰਦਾ, ਇਹ ਸੱਚਾਈ ਆ। ਨਹੀਂ ਜਿਵੇਂ ਜਿਹੜੇ ਹੁਣ ਸਾਡੇ ਮੁਸਲਮਾਨ ਭਰਾ ਵੀ ਨੇ ਹਨਾ, ਖਾਨ ਬੈਠੇ ਹਾਂ ਨੇ। ਨਹੀਂ, ਆਪਾਂ ਉਹਨਾਂ ਨੂੰ ਉਵੇਂ ਨੈਗੇਟਿਵ ਨਹੀਂ ਕਰ ਰਹੇ, ਹੂੰ ਗੱਲ ਤਾਂ ਡੀਐਨਏ ਸੇਮ ਹੋਣ ਦੀ ਗੱਲ ਕਰਦੇ ਆ। ਹੂੰ ਹੁਣ ਮੰਗੋਲ ਤੋਂ ਕਿੰਨੇ ਕੁੱਟ ਕੇ ਆ ਗਏ ਹੋਣੇ ਆ ਜੀ, ਹੂੰ ਅਬਦਾਲ ਤੋਂ ਕਿੰਨੇ ਕੁੱਟ ਕੇ ਆ ਗਏ ਹੋਣੇ ਆ ਜੀ। ਹੂੰ ਉਹ ਤਾਂ ਚਲੇ ਜਾਂਦੇ ਸੀ ਨਾ ਵਾਪਸ, ਹੂੰ ਇੱਥੇ ਆਉਂਦੇ ਸੀ, ਇੱਥੋਂ ਵਾਪਸ ਚਲੇ ਜਾਂਦੇ ਸੀ, ਪਰ ਇੱਥੇ ਉਹਨਾਂ ਨੇ ਕਨਵਰਜਨ ਕਿਉਂ ਕਰਾਣੀ ਸ਼ੁਰੂ ਕੀਤੀ? ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਐਟ ਫਰਸਟ ਪੁਆਇੰਟ ਸਾਰੇ ਸਨਾਤਨੀ ਨੇ। ਆਧਾਰ ਤਾਂ ਉਹੀ ਹੈ ਨਾ, ਹੂੰ ਆਧਾਰ ਕਿਵੇਂ ਚੇਂਜ ਹੋ ਤੁਸੀਂ ਸਕਦਾ? ਕੀ ਹੋ ਬਾਈ, ਇਹ ਦੱਸੋ ਪਹਿਲਾਂ। ਤੁਸੀਂ ਰੂਪ ਸਿੱਖੀ ਦਾ ਧਾਰਨ ਕੀਤਾ ਹੋਇਆ, ਪਰ ਤੁਸੀਂ ਸਨਾਤਨ ਧਰਮ ਦੀ ਗੱਲ ਕਰ ਰਹੇ ਹੋ। ਨਹੀਂ ਕਿਉਂ ਨਾ ਕਰੀਏ। ਹੂੰ ਹੁਣ ਜੇ ਕੱਲ ਨੂੰ ਮੈਨੂੰ ਇੱਕ ਚੀਜ਼ ਦੱਸੋ, ਹੁਣ ਦਸਮ ਪਿਤਾ ਨੇ ਹੂੰ। ਖਾਲਸੇ ਦੀ ਉਸ ਟਾਈਮ ਸਥਾਪਨਾ ਕੀਤੀ, ਹੂੰ। ਉਹਦਾ ਕਾਰਨ ਕੀ ਸੀ? ਕਿਉਂਕਿ ਵੇਸ਼ਭੂਸ਼ਾ ਸਾਰਿਆਂ ਦੀ ਇੱਕ ਵਰਗੀ ਸੀ। ਮਹਾਰਾਜ ਨੇ ਫੌਜ ਤਿਆਰ ਕੀਤੀ, ਮਹਾਰਾਜ ਦੇ ਬਾਣੀ ਦੇ ਵਿੱਚ ਦਰਜ ਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੂ ਕਲੂ ਨਸਾ। ਹੂੰ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਵਾਪਰਨ ਵਾਲਾ ਸਾਕਾ ਕੀ ਸੀ? ਤਿਲਕ ਤੇ ਜਨੇਊ ਦੀ ਰੱਖਿਆ ਖਾਤਰ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਦਿੱਤਾ। ਹੂੰ। ਜਦੋਂ ਕਸ਼ਮੀਰ ਤੋਂ ਜਿਹੜੇ ਪੰਡਤ ਸੀ ਹੂੰ। ਅਨੰਦਪੁਰ ਸਾਹਿਬ ਆਏ, ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਵੀ ਉੱਥੇ ਜਿਹੜੀ ਕਨਵਰਜਨ ਬਹੁਤ ਜ਼ੋਰਾਂ ਤੇ ਆ, ਸਾਨੂੰ ਜਿਹੜਾ ਨਹੀਂ ਚੇਂਜ ਹੋ ਰਿਹਾ ਉਹਦਾ ਸਿਰ ਲਾ ਦਿੱਤਾ ਜਾਂਦਾ, ਹੂੰ ਇਹਦਾ ਹੱਲ ਕਰੋ। ਮਹਾਰਾਜ ਨੇ 9ਵੀਂ ਪਾਤਸ਼ਾਹੀ ਨੇ ਜਦੋਂ ਝੰਡਾ ਤੇ ਏਜੰਡਾ ਚੱਕਿਆ, ਉਹ ਕੀ ਸੀ? ਇਸ ਕਨਵਰਜਨ ਨੂੰ ਨੱਥ ਪਾਉਣੀ ਹੈ। ਹੂੰ ਕਨਵਰਜਨ ਰੋਕਣਾ। ਹਾਂ, ਉਹ ਬੇਸਿਕਲੀ ਉਹ ਕਨਵਰਜਨ ਰੋਕਣ ਲਈ ਨਿਕਲੇ ਸੀ। ਹੂੰ। ਉਹ ਸੀ, ਇਹ ਨਹੀਂ ਸੀ ਹੈਗਾ ਵੀ ਜੇ ਆਪਾਂ ਗੱਲ ਕਰੀਏ ਵੀ ਸਿਰਫ ਸੀਸ ਦੇਣ ਲਈ, ਹੂੰ। ਨਹੀਂ। ਮਹਾਰਾਜ ਨੇ ਉਸ ਸਮੇਂ, ਤੁਸੀਂ ਮਹਾਰਾਜ ਦਾ ਰੂਟ ਦੇਖੋ ਨਾ, ਅਨੰਦਪੁਰ ਸਾਹਿਬ ਤੋਂ ਨਿਕਲ ਕੇ ਜਿੱਥੇ ਜਿੱਥੇ ਮਹਾਰਾਜ ਘੁੰਮਦੇ ਰਹੇ ਆ, ਜਿੱਥੇ ਜਿੱਥੇ ਮਹਾਰਾਜ ਨੇ ਭ੍ਰਮਣ ਕੀਤਾ, ਉਹ ਸਾਰੀਆਂ ਥਾਵਾਂ ਦਾ ਰੂਟ ਚੱਕੋ ਤੁਸੀਂ ਹਿਸਟਰੀ ਚੋਂ। ਹੂੰ। ਤੁਸੀਂ ਜਦੋਂ ਦਿੱਲੀ ਪਹੁੰਚੇ ਆ, ਦਿੱਲੀ ਜਾ ਕੇ ਮਹਾਰਾਜ ਨੇ ਜਦੋਂ ਦਿੱਲੀ ਦੇ ਨੇੜੇ ਜਾ ਕੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਗ੍ਰਿਫਤਾਰ ਕਰਕੇ ਮਹਾਰਾਜ ਨੂੰ ਕਿਹਾ ਜਾਂਦਾ ਕਿ ਚੁੱਕੋ। ਕੀ ਛੋਟੇ ਸਾਹਿਬਜ਼ਾਦੇ ਨਾਲ ਨਹੀਂ ਕੀਤਾ ਇਹਨਾਂ ਨੇ? ਬਿਲਕੁਲ। ਹੈ ਜਦੋਂ ਦੀਵਾਨ ਟੋਡਰਮਲ ਨੇ, ਤੁਸੀਂ ਦਰਿੰਦਗੀ ਦਾ ਮਤਲਬ ਹੱਦ ਦੇਖੋ ਕਿ ਦੀਵਾਨ ਟੋਡਰਮਲ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ, ਅੱਜ ਵੀ ਜੀ। ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਫਤਿਹਗੜ੍ਹ ਸਾਹਿਬ ਦੀ ਆ, ਜਿੱਥੇ ਜੀ। ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ, ਜੀ। ਉਹਨਾਂ ਨੇ ਇਹ ਨਹੀਂ ਮੰਨੀ। ਜੇ ਸਹੀ ਹੁੰਦਾ ਇਹ ਕੰਮ ਤਾਂ ਕੀ ਉਹ ਨਾ ਕਰਦੇ? ਬਿਲਕੁਲ। ਪਰ ਉਹਨਾਂ ਨੇ ਨਹੀਂ ਕੀਤਾ। ਕਿਉਂ? ਕਿਉਂਕਿ ਸਹੀ ਨਹੀਂ ਸੀ। ਉਹਨਾਂ ਨੇ ਤਸ਼ੱਦਦ ਸਹਿ ਲਈ। ਮੈਨੂੰ ਇਤਿਹਾਸ 'ਚ ਮੈਂ ਕਿਤੇ ਪੜ੍ਹਿਆ ਸੀ, ਮੈਨੂੰ ਨਹੀਂ ਪਤਾ ਵੀ ਇਹ ਗੱਲ ਤੱਥਾਂ ਦੇ ਆਧਾਰ ਦੇ ਉੱਤੇ ਕਿੰਨੀ ਕੁ ਸੱਚ ਆ, ਪਰ ਜੇ ਕਿਉਂਕਿ ਇਹਦੇ 'ਚ ਮੈਨੂੰ ਝੂਠ ਵੀ ਸ਼ਾਇਦ ਨਹੀਂ ਲੱਗਦਾ ਹੈ ਵੀ ਝੂਠ ਵੀ ਹੋਊਗਾ। ਉਹਦਾ ਕਾਰਨ ਕੀ ਆ ਵੀ ਜੋ ਦਰਿੰਦਗੀ ਇਹਨਾਂ ਨੇ ਉਸ ਟਾਈਮ ਦਿਖਾਈ ਆ, ਹੂੰ। ਜਿਹੜੇ ਉਸ ਟਾਈਮ ਦੇ ਮੁਸਲਮਾਨ ਸ਼ਾਸਕ ਸੀ, ਜੀ। ਜਿਹੜਾ ਉਸ ਟਾਈਮ ਦਾ ਇੱਥੇ ਦਾ ਸਰਹੰਦ ਦਾ ਸੂਬੇਦਾਰ ਸੀ, ਜਿਹੜੀ ਇਹਨੇ ਦਰਿੰਦਗੀ ਦਿਖਾਈ ਆ, ਕਹਿੰਦੇ ਜਦੋਂ ਨੀਹਾਂ 'ਚ ਚਿਣਨ ਲੱਗੇ ਨਾ ਬੱਚਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਲੱਗੇ, ਤੇ ਗੋਡਿਆਂ ਕੋਲੋਂ ਕਹਿੰਦੇ ਇੱਟਾਂ ਅੜ ਗਈਆਂ, ਕੰਧ ਟੇਢੀ ਹੁੰਦੀ ਸੀ। ਜੀ। ਤੇ ਕਹਿੰਦੇ ਜਿਹੜਾ ਮਿਸਤਰੀ ਸੀ, ਜਲਾਦ ਸੀ, ਉਹਨੇ ਪੁੱਛਿਆ, ਕਹਿੰਦਾ ਤੂੰ ਕੰਧ ਟੇਢੀ ਜਾਂਦੀ ਨੀਹਾਂ ਦੀ, ਵੀ ਇੱਟ ਝਾੜਦੇ ਆ, ਇੱਟ ਝਾੜਨ ਲੱਗਿਆ, ਇੱਟ ਤੋੜ ਲੈਂਦੇ ਆ ਨਾ। ਜੀ ਜੀ ਜੀ। ਤਾਂ ਜਿਹੜਾ ਸਰਹੰਦ ਦਾ ਜਿਹੜਾ ਸੂਬੇਦਾਰ ਸੀ, ਉਹ ਕਹਿੰਦਾ ਇੱਟ ਨਹੀਂ ਝਾੜਨੀ, ਕਹਿੰਦਾ ਇਹਨਾਂ ਦੇ ਗੋਡੇ ਛਾਂਗਦੇ। ਵਾਹਿਗੁਰੂ। ਇਸ ਇਸ ਲੈਵਲ ਤੱਕ ਤਸ਼ੱਦਦ ਕੀਤੀ। ਤੇ ਇਹ ਤੁਸੀਂ ਦੇਖੋ, ਇਹ ਜਿਹੜੇ ਗੁਰੂ ਮਹਾਰਾਜ ਦੇ ਬੱਚੇ ਸੀ, ਉਹਨਾਂ ਦੇ ਉੱਤੇ ਤਸ਼ੱਦਦ ਹੋਈ ਆ। ਤੇ ਆਮ ਬੰਦੇ ਨਾਲ ਉਦੋਂ ਕੀ ਹੁੰਦੀ ਹੋਈ? ਆਮ ਬੰਦੇ ਨਾਲ ਕਿਸ ਹੱਦ ਤੱਕ ਜਾਂਦੇ ਹੋਣਗੇ ਬਾਈ ਜੀ ਉਸ ਟਾਈਮ ਦੇ ਵਿੱਚ ਆਮ ਬੰਦੇ ਨਾਲ ਕਿਸ ਹੱਦ ਤੱਕ ਜਾਂਦੇ ਹੋਣਗੇ? ਬਾਈ ਜੀ ਉਸ ਟਾਈਮ ਦੇ ਵਿੱਚ ਜੋ ਆਮ ਲੋਕਾਂ ਦਾ ਹਾਲ ਸੀਗਾ, ਜੇ ਉਹ ਮੁਗਲਾਂ ਦਾ ਹਾਲ ਹੁੰਦਾ ਤੇ ਦੂਜੇ ਪਾਸੇ ਸਨਾਤਨੀ ਹੁੰਦੇ ਤਾਂ ਗੁਰੂ ਸਾਹਿਬ ਕਿਹਦਾ ਸਾਥ ਦਿੰਦੇ? ਜੇ ਤਾਂ ਆਣੀ ਨਹੀਂ ਨਾ ਚਾਹੀਦੀ, ਜੇ ਤਾਂ ਆਵੇ ਜੇ ਕਦੇ ਹੋਇਆ ਹੋਵੇ। ਨਹੀਂ ਇੱਕ ਪਾਸੇ ਜਿਵੇਂ ਹੁਣ ਗੁਰੂ ਸਾਹਿਬ ਕਿਹਦੇ ਨਾਲ ਖੜੇ ਸੀ? ਸੱਚਾਈ ਨਾਲ ਖੜੇ ਸੀ ਕਿ ਕਿਹਦੇ ਨਾਲ ਖੜੇ ਮੈਂ ਸੀ? ਤੁਹਾਨੂੰ ਉਹੀ ਦੱਸਦਾ ਨਾ, ਹੂੰ। ਜੇ ਸ਼ਬਦ ਤਾਂ ਉੱਥੇ ਆਉਂਦੇ ਨਾ ਜਿੱਥੇ ਕੋਈ ਐਗਜ਼ਾਮਪਲ ਹੁੰਦੀ ਆ ਵੀ ਭਾਈ ਫਲਾਣੀ ਥਾਂ ਤੇ ਇਹਨਾਂ ਨੇ ਆ ਕੀਤਾ। ਹੂੰ। ਨਹੀਂ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਦੁਨੀਆ ਦਾ ਇੱਕੋ ਇੱਕ ਮੁਲਕ ਹੈ ਜਿਹਨੇ ਕਿਸੇ ਤੇ ਅਟੈਕ ਨਹੀਂ ਕੀਤਾ, ਹੂੰ। ਜਿਹੜਾ ਕਹਿੰਦਾ ਵਸੁਦੇਵ ਕੁਟੁੰਬਕਮ। ਹੂੰ। ਪੂਰੀ ਦੁਨੀਆ, ਪੂਰਾ ਵਿਸ਼ਵ, ਪੂਰਾ ਸੰਸਾਰ ਇੱਕ ਕੁੰਭ ਵਾਂਗੂ, ਇੱਕ ਪਰਿਵਾਰ ਵਾਂਗੂ ਹੈ। ਹੂੰ। ਤੇ ਬਾਕੀ ਮੁਲਕ ਕਿਉਂ ਨਹੀਂ ਸਮਝਦੇ ਬਾਈ ਫਿਰ? ਹੁਣ ਜਿਹੜਾ ਰੱਜਿਆ ਪੁੱਜਿਆ ਹੋਊਗਾ ਕਿਉਂ ਅਟੈਕ ਕਰੂਗਾ ਕਿਸੇ ਤੇ? ਹੂੰ। ਠੀਕ ਹੈ ਨਾ, ਉਹ ਸਮਝਦੇ ਤਾਂ ਨਹੀਂ। ਜਿਹੜਾ ਭੁੱਖਾ ਨੰਗਾ ਉਹੀ ਇੱਧਰ ਨੂੰ ਵੱਧਦਾ ਨਾ। ਹੂੰ। ਚਮਕ ਦੇਖ ਕੇ ਤਾਂ ਜਿਹੜਾ ਭੁੱਖਾ, ਜਿਹਨੇ ਚਮਕ ਦਮਕ ਦੇਖੀ ਨਹੀਂ, ਜਿਹਨੇ ਰੱਜ ਕੇ ਕਦੇ ਰੋਟੀ ਨਹੀਂ ਖਾਧੀ, ਹੂੰ। ਉਹੀ ਰੱਜੇ ਵੱਲ ਨੂੰ ਭੱਜੇਗਾ ਨਾ। ਹੂੰ। ਸਾਡੇ ਬਜ਼ੁਰਗਾਂ ਦੀ ਕਮੀਆਂ ਕਹਿ ਲਓ, ਜਾਂ ਸਾਡੇ ਕਹਿ ਲਓ ਵੀ ਪੁਰਖਿਆਂ ਦੇ ਉਸ ਟਾਈਮ ਦੇ ਜਿਹੜੇ, ਮੈਂ ਕਹੂੰਗਾ ਵੀ ਕਮੀ ਕਹੂੰਗਾ ਇਸ ਚੀਜ਼ ਨੂੰ, ਵੀ ਜਿਹੜਾ ਉਹਨਾਂ ਨੇ ਇਸ ਐਕਸ਼ਨ ਦਾ ਕੋਈ ਰਿਐਕਸ਼ਨ ਨਹੀਂ ਦਿੱਤਾ ਹੂੰ। ਇਨਸਟੈਂਟ। ਕਿਉਂਕਿ ਜਦੋਂ ਰੱਜਿਆ ਬੰਦਾ ਹੁੰਦਾ ਨਾ, ਜੇ ਇੱਥੇ ਟੇਬਲ ਦੇ ਉੱਤੇ 4 ਗਲਾਸ ਭਰੇ ਪਏ ਤੇ ਆਪਾਂ ਰੱਜੇ ਬੈਠੇ ਆ, ਹੂੰ। ਤੇ ਬਾਹਰੋਂ ਆ ਕੇ ਕੋਈ ਸਾਡੇ ਕੋਲ ਰੂਡਲੀ ਚੱਕ ਕੇ ਵੀ ਲੈ ਜਾਏ ਗਲਾਸ, ਅਸੀਂ ਕੋਈ ਨਹੀਂ ਪੀ ਲੈਂਦੇ, ਨਜ਼ਾਰੇ ਲੈਣ ਦੇ। ਇਹਨਾਂ ਨੇ ਉਹ ਗਲਤੀ ਕੀਤੀ। तो दोस्तों अभी जो आपने सुना, और जो होस्ट थे और जो लाली मल्तानी जी थे, उन्होंने सनातन धर्म की बात की है। और ये वीडियो मतलब सुन के सही में मैं बताऊं, नॉलेज जो इनको है, लाली मल्तानी जी को जितना नॉलेज है सनातन धर्म का, यही सनातन धर्म की मैं भी बात करता हूं दोस्त। जिस सनातन धर्म की बात हमारे गुरुओं ने की, यही लाली मल्तानी जी ने भी कहा, आपने भी सुना। और इन्होंने पंजाबी में कहा, बहुत सारे लोगों को शायद पंजाबी समझ में नहीं आ रही होगी, तो मैं थोड़ा बता देता हूं कि इन्होंने क्या कहा। इन्होंने कहा कि जो गुरु थे, जो सिख गुरु थे, उन्होंने सनातन धर्म से हट के कभी बात नहीं करी। उन्होंने सनातन धर्म की ही बात करी। उन्होंने कहा सनातन धर्म की जो कुरीतियां हैं, सनातन धर्म में जो कट्टरवाद है, सनातन धर्म में जो लोग जो है वो एक रूढ़िवादी परंपरा में फंस गए थे, सनातन धर्म में जो लोग रिचुअल्स में फंस गए थे, सनातन धर्म में जो लोग कहते थे कि भैया भगवान ही सब कुछ करेगा, हमें लड़ने की जरूरत नहीं है। ये जो कुरीतियां सनातन धर्म में आई थी, इसी के लिए, इसी सनातन धर्म को जगाने के लिए ही जो गुरु ने सिख धर्म की स्थापना की थी, गुरु नानक देव जी ने, इसी सनातन धर्म को बचाने के लिए उन्होंने जनेऊ और तिलक को बचाने के लिए उन्होंने सिख धर्म की स्थापना की थी। यही लाली मल्तानी जी ने अभी इस पूरे वीडियो में कहा है। ये कहते हैं कि हिंदू धर्म में कुरीतियां आ गई थी। लोग कहते थे अरे भगवान अपने आप देख लेंगे,
अगर किसी के साथ अन्याय हो रहा है तो वो कहते थे कि भैया ईश्वर अपने आप देखते हैं। आज भी आपने सुना होगा, बहुत सारे ऐसे लोग कहते हैं कि भैया अगर कोई कर रहा है तो अपने आप भगवान इसको अपने आप दंड देंगे। और भगवान अर्जुन जब रण क्षेत्र में थे वो भी ऐसे कहे थे, भैया सामने सेना खड़ी है, सामने अटैक के लिए आर्मी खड़ी है, और अर्जुन कहता कि मैं नहीं लड़ूंगा, ये मेरे भाई हैं। और केशव अगर वाकई में इन्होंने पाप किया है और आप बोलते हो आप भगवान हो तो इनको दंड दे दो, आप ही दे दो दंड। बोला भगवान को, बोला आप ही दंड दे दो, मुझे लड़ने की जरूरत नहीं है, ये मेरे भाई बंधु हैं, दंड देना है तो आप दे दो ना, मैं क्यों लड़ूं। तब श्री कृष्ण ने कहा था कि अर्जुन तुझे अपना कर्म करना है। इन्होंने जो अधर्म किया है वो तेरे साथ किया है, तुम्हारी स्त्री के साथ किया। और जिस राज्य में ऐसा राजा जिसने खुद महिला के साथ अन्याय किया, द्रौपदी के साथ अन्याय किया, राजा ने खुद किया था, राजा खुद इन्वॉल्व था, सभा के सामने था, कोई प्रूफ देने की जरूरत नहीं है, वो चीख के खुद कह रहा था कि मैं तुम्हें 5 गांव के 5 मुट्ठी जमीन नहीं दूंगा, 5 गांव तो बहुत दूर की बात है। और द्रौपदी का जो अपमान किया, कर्ण, दुशासन, दुर्योधन, उसके 100 भाई, बाकी जितने उसके साथी राजा सब दुर्योधन के साथ थे। हाँ भैया, दुर्योधन जो कर रहा है वो ठीक कर रहा है। राजा पापी था, और वो जो राजा पापी था उसने पूरी राज्य को संभालना, पूरे देश को संभालना। अगर एक अन्यायी राजा है, एक अधर्मी राजा है और पूरे देश को संभाल रहा है तो उसका पतन होना जरूरी था। तो कृष्ण ने यही कहा अर्जुन को, तुझे इनसे खुद लड़ना है, ये तुम्हारा धर्म युद्ध है अर्जुन, मैं तो तुम्हें सिर्फ रास्ता दिखा सकता हूँ। तो जो लोग कहते हैं ना कि भैया कहीं पे पाप हो रहा है ना, तो ईश्वर खुद क्यों नहीं आ जाते बचाने के लिए। किसी के साथ गलत काम हो रहा है तो ईश्वर खुद क्यों नहीं आ जाते बचाने के लिए। किसी महिला के साथ, किसी लड़की के साथ, किसी बच्ची के साथ कुछ गलत हो रहा है तो ईश्वर खुद क्यों नहीं आ जाते बचाने के लिए। तो श्री कृष्ण कहते हैं कि जो पाप कर्म करेगा ना, तो जो देख रहा है, जो सुन रहा है, जो उस चीज को देख रहा है, वो चुपचाप क्यों बैठा है। ईश्वर तो सबके अंदर है, तो उन्हें लड़ना चाहिए। ऐसे ही लोग नकारा बनते गए, सनातन धर्म में कुरीतियां आती गई। हालांकि इतनी भगवत गीता है, लेकिन आज भी लोग कितने पढ़ते होंगे भगवत गीता को आप एक धर्म की किताब समझकर बस उसके पूजा कर लो, उसको सर माथे से लगा लो, लेकिन पढ़ोगे नहीं उसे कि उसमें क्या शिक्षा दी गई है भाई, तो कैसे समझ में आएगी। यही चीज गुरुओं ने बताई। उन्होंने सिख धर्म की स्थापना करी, और सिख धर्म सनातन धर्म से अलग नहीं है। जो लोग कहते हैं नहीं सनातन अलग है, सिख अलग है, भाई भैया कैसे। सनातन धर्म को ही प्रोटेक्ट करने के लिए, को ही बचाने के लिए सिख धर्म की स्थापना हुई है। कि किसी न किसी, ये नहीं कह रहा मैं कि इस जो सरदार सिख हैं, आज के सरदार हैं, वो हिंदुओं की रक्षा के लिए बने। हिंदुओं की रक्षा के लिए सिख धर्म नहीं बना, सनातन धर्म की रक्षा के लिए सिख धर्म बना है। और हिंदू धर्म में जो लोग हैं, सनातन धर्म में जो लोग हैं, जो व्यक्ति हैं, चाहे मैं हूं चाहे आप हैं, जो भी सनातनी है, जो भी अपने आप को कहता है मैं हिंदू धर्म में पैदा हुआ हूं, चाहे वो आस्तिक है, नास्तिक है, डजंट मैटर, उसका ये फर्ज है कि उसे सनातन धर्म की रक्षा करनी है। क्योंकि सनातन धर्म कहता है धृति क्षमा दमोरस्त्य शौचम इंद्रिय निग्रह धी विद्या सत्यम क्रोधो 10 कम धर्म लक्षणम। 10 धर्म के लक्षण है, चोरी नहीं करना, झूठ नहीं बोलना, अपनी इंद्रियों को अपने बस में रखना, क्रोध को अपने बस में रखना, ये सनातन धर्म है। धैर्य रखना, विद्या अर्जित करना, ज्यादा से ज्यादा ज्ञान लेना, ज्ञान विज्ञान की बात करना। सनातन धर्म ने दुनिया को बहुत कुछ दिया। अंग्रेजों ने 200 साल हमारे देश के ऊपर राज किया, ये बात भी इन्होंने ही कही है। लाली मंतानी जी ने पंजाबी में कही, मैं आपको हिंदी में बता रहा हूं। इन्होंने कहा है कि 200 साल में ही सारे आविष्कार शुरू हो गए। जैसे अंग्रेज हमारे देश में आए, उसके बाद ही प्लेन बनाना शुरू हो गया, नई नई टेक्नोलॉजी बनाना शुरू हो गया, है ना। यहीं से चुरा चुरा के उन्होंने हमारे ही ज्ञान को हमें ही बता दिया कि भैया तुम्हें तो कुछ पता नहीं है। और बोला कि ये चीज तो हमने दी, ग्रेविटी हमने दी, हमने 9 ग्रहों के बारे में बताया, जबकि नवग्रह के बारे में तो हम हजारों सालों से हम नवग्रह पूजन करते आ रहे हैं। हजारों सालों से हम नवग्रह पूजन करते आ रहे हैं। हमारा ज्योतिष, हमारा पंचांग देखकर हम बता देते हैं सूर्य ग्रहण कब लगने वाला है, चंद्र ग्रहण कब लगने। इस बात को कैसे नकार दोगे। जिन लोगों ने सूर्य ग्रहण और चंद्र ग्रहण कैलकुलेशन से बता दिया, उन्हें क्या ये नहीं पता था कि सूर्य के इर्द गिर्द जो है वो धरती घूमती है। उन्हें यह नहीं पता था। एक मूर्ख व्यक्ति मेरे को मेल कर रहा है, बता रहा है कि जो मैंने सूर्य सिद्धांत का अपने कम्युनिटी पोस्ट में दिया था, तो वो कहता है अरे नहीं, इसमें तो धरती को सेंट्रिक माना गया है। अरे मूर्ख व्यक्ति, सूर्य सिद्धांत जिसने लिखा उसने सूर्य को सेंट्रिक मान के वो चीजें लिखी हैं। लेकिन अगर आप धरती के ऊपर खड़े हो, आप अर्थ के ऊपर खड़े हो, तो जब अर्थ से आप आसमान को देखते हो, वो एक अपना एक व्यू है। लेकिन सूर्य सिद्धांत में ये लिखा हुआ है, ग्रेविटेशनल फोर्स के बारे में लिखा हुआ है, वहां पर यह भी लिखा हुआ है कि सूर्य धरती से बड़ा है। जुग सहस्त्र योजन पर भानु लील्यो ताहि मधुर फल जानू। जुग सहस्त्र योजन पर भानु मतलब सूर्य, इतनी दूरी बताई गई है। हमारी हनुमान चालीसा पढ़ो ना, समझो ना। लेकिन आप तो मजाक उड़ाओगे, अरे हनुमान जी ने तो सूरज को निगल लिया। निगला नहीं था,
बच्चे जब होते हैं ना तो सोचते हैं फल है, वैसे हनुमान जी ने भी सोचा कि ये फल है, और जब वो अवतार में होते हैं, मनुष्य रूप में होते हैं, तो वो मनुष्य की तरह ही रहते हैं। बल उनमें अपार था, और हनुमान जी जो थे वो अपरम, मतलब बल के तो उनमें बल तो था ही। दूसरी चीज है कि एक ह्यूमन इवोल्यूशन की अगर मैं बात करूं तो कहते हैं हम लोग भी जो है वो पहले वनमानुष थे, जंगलों में रहते थे। तो आज भी आप देखोगे वैसे थोड़ा चेहरे लोगों के डिफरेंट होते हैं। जो जंगल में रहने वाले लोग हैं, वन में रहने वाले नर हैं, तो वानर थे वो, वन में रहने वाले नर थे, तो इसलिए उनका मुंह वैसा बनाया गया था, वानर थे वो। लेकिन वो ह्यूमन के साथ कैसे रहते थे, होमो सैपियन और जो होमो इरेक्टस, ऐसी करके बहुत सारी स्पीसीज भी बताई गई हैं। इवोल्यूशन की थ्योरी में बोला गया है कि होमो सेपियंस और होमो इरेक्टस जो आपस में मिलजुल कर भी रहते थे, तो उसी की मिसाल रामायण में बताई गई है कि कैसे वनमानुष और जो राम थे, वो जो होमो सैपियन उनको आप बोल सकते हो, वो आपस में मिलजुल कर रहते थे। और कहते हैं हनुमान जी तो चिरंजीवी हैं, वो तो 7 चिरंजीवियों में 8 चिरंजीवियों में से एक हैं। हनुमान जी आज भी जीवित हैं। जो लोग कहते हैं ना, अरे हनुमान जी को कैसे आपने बोला कि वो ईश्वर हैं, अरे उनकी शक्तियों को देखो ना। आपको मैं, अगर जो भी हनुमान जी को चैलेंज करता है बंदा, मेरा उसको चैलेंज है, लंका पार करनी है वैसे ही जैसे रामायण में लिखी है, करके दिखा दो। जैसे हनुमान जी श्रीलंका में जब लक्ष्मण को जो मूर्छित हुए थे, तो उनको जड़ी बूटी लाने के लिए हिमालय में जाना था, वो वापस एक दिन में आ गए थे। आप करके दिखा दो ना। फिर आप हनुमान जी को चैलेंज करो, आप ये करके दिखाओ, जो हनुमान जी ने करा वो आप करके दिखाओ। फिर आप हनुमान जी को जो है वो चैलेंज करो, और फिर हम आपकी बात मानेंगे। लेकिन आपके बस के बाहर न है। पहाड़ को अपने हाथ से उठाना, पूरे पहाड़ को उखाड़ कर ले आना, ये शक्ति हनुमान जी में ही है। और जो लोग कहते हैं ना कि भैया उड़ कैसे सकता है, तो आने वाले टाइम में आपको वो भी चीजें पता चल जाएंगी। ऐसी विद्या थी हमारे पास जो आज लुप्त हो चुकी है कि ह्यूमन आदमी बिना जहाज के, बिना पंखों के उड़ भी सकते थे, लेकिन वो शक्ति, वो विद्या लुप्त हो गई। क्यों? क्योंकि हमारे ऊपर हजारों सालों से, 2000 साल से, 2500 साल से हिंदुस्तान की संस्कृति पे अटैक किया गया। भारी पहले यूनानियों ने करा, उसके बाद ये मुगल आए, उसके बाद अंग्रेज आए, इन्होंने बस यही काम किया, हमारी संस्कृति को खत्म किया। और जो इस वीडियो में बताया ना, इसी चीज को बताया गया। हालांकि होस्ट थोड़ा सेकुलर टाइप थे, ठीक है, उनकी अपनी एक सोच है, लेकिन मैं आपको कहना चाहता हूं कि मैं ये समझता हूं पूरा विश्व सनातन है। अगर अमेरिका में रहने वाला पर्सन है, वो भी एक सनातनी ही है, वो भी यहीं से गया है। सनातन से ही सारे जो है देश, कंट्री बने हैं धीरे धीरे। क्योंकि आज से 10,000 साल पहले तो दुनिया में बर्फ थी, लोग नंगे घूमते थे। लेकिन क्या होता है, ह्यूमन स्पीसीज एक अलग निकल के आती है। वो व्हाइट चमड़ी वाले सोचते हैं कि हम तो भैया हम ही थे, है ना। लेकिन उन लोगों को ये नहीं पता कि तुमसे भी एक एडवांस सभ्यता कहीं पे पनप रही है। तो वो इंडिया की खोज कर रहे थे, बताओ, जबकि इंडिया एक भरी पूरी सभ्यता थी। उन लोगों ने बहुत एडवांस चीजें कर ली थी, वो उन चीजों से पक चुके थे। लेकिन वो लुटेरे जो थे, वो भूखे नंगे थे। उन्हें पैसे की भूख थी, उन्हें सोने की भूख थी। उन्होंने कभी कुछ देखा नहीं था। उन्होंने हाथी पहली बार देखे सिकंदर ने, तो वो हैरान हो गया कि ऐसी जीव भी दुनिया में है। सोचो, यानी कि वो लोग लुटेरे थे, हम लोग एस्टेब्लिश्ड सिविलाइजेशंस थी। और एस्टेब्लिश्ड सिविलाइजेशंस को कह दिया कि तुम तो पिछड़े हो और हम एडवांस है। ये दुनिया में होता है, दूसरा कोई करे तो उसको हमेशा अड़ंगी मारते हैं। दोस्तों, ये सनातन धर्म है। दोस्तों, सनातन धर्म की बात ही इस चैनल पर भी मैं करता हूँ, इस वीडियो में भी सनातन धर्म की ही बात है। सिख को हम अलग नहीं समझते हैं, गुरुओं की हम रिस्पेक्ट करते हैं। यही रीजन है कि मैं गुरु नानक देव जी को बहुत आदर से, अगर मेरे को कोई बोले ना कि सरदार बन, पगड़ी पहन, मैं पहन लूंगा। क्योंकि सरदार बनना, उन्होंने एक आइडेंटिटी दी। उन्होंने कहा कि क्षत्रिय धर्म होता था हमारे में, लोग भूल गिर चुके थे, तो उसी को क्षत्रिय धर्म को रिवाइव उन्होंने सिख धर्म के रूप में किया था। और जो सिख हैं वो सनातन का ही पार्ट है, वो सनातन ही हैं। सिख ही सनातन है, ऐसा भी आप बोल सकते हो, सनातन से अलग नहीं है। इन्होंने जो नाम दे दिया हिंदू, मुस्लिम, सिख, और हिंदू और सिखों को अलग कर दिया, मेरा मानना है कि ये नहीं करना चाहिए। हमें खुद ये चीज बोलनी चाहिए कि सिख और हिंदू एक ही हैं, सनातन है। हिंदुस्तान में रहने वाला हर शख्स हिंदू है। इसी के साथ दोस्तों वीडियो समाप्त करता हूं। उम्मीद करता हूं आपको ये चीजें पसंद आई होंगी, उम्मीद करता हूं आपको चीजें अच्छी लगी होंगी। ऐसी वीडियो चैनल पर लेके आता रहूंगा। मिलूंगा नेक्स्ट वीडियो में, तब तक दोस्तों जय हिंद, जय सनातन, जय भारत, वंदे मातरम।